ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਪੰਜਾਬ ਫੋਕਸ ਪ੍ਰੋਗਰਾਮ ਵਿੱਚ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ ਤੇ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਪਿਆਰੇ ਮਿੱਤਰੋ, ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ ਪੰਜਾਬ ਫੋਕਸ ਵਿੱਚ ਅਸੀਂ ਉਹਨਾਂ ਮੁੱਦਿਆਂ ਨੂੰ ਲੈਂਦੇ ਹਾਂ ਜਿਹੜੇ ਪੰਜਾਬ ਵਿੱਚ ਹਮੇਸ਼ਾ ਵਾਪਰਦੇ ਰਹਿੰਦੇ ਨੇ ਔਰ ਤੁਸੀਂ ਉਹਨਾਂ ਤੋਂ ਪੈਸੇ ਪਹਿਲਾਂ ਜਾਣੂ ਹੀ ਹੁੰਦੇ ਜੇ। ਫਿਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਤੁਹਾਡੇ ਨਾਲ ਡਿਟੇਲ 'ਚ ਗੱਲ ਕਰੀਏ ਔਰ ਕਈ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਜਿਹੜੀਆਂ ਸਾਡੇ ਦਿਲਾਂ 'ਚੋਂ ਬਾਹਰ ਜਾਣੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ। ਜੋ ਅਸੀਂ ਜਾਣਦੇ ਹਾਂ ਕਿ ਅੱਜ ਮਾਨਸਾ ਦੀ ਅਨਾਜ ਮੰਡੀ ਵਿਖੇ ਸ਼ੁਭਦੀਪ ਸਿੱਧੂ ਜੀ ਦਾ ਜਿਹੜੀ ਅੰਤਮ ਅਰਦਾਸ ਹੈ ਔਰ ਉਹਦੇ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਪੁੱਜੀਆਂ ਨੇ ਔਰ ਉੱਥੇ ਸ਼ਬਦ ਕੀਰਤਨ ਵੀ ਦਾ ਪ੍ਰਵਾਹ ਚੱਲ ਰਿਹਾ ਔਰ ਉਹਦੇ ਵਿੱਚ ਜਵਾਨ ਮੁੰਡੇ ਕੁੜੀਆਂ ਹਰ ਵਰਗ ਦੇ ਜਵਾਨ ਬੁੱਢੇ ਸਾਰੇ ਲੋਕ ਪਹੁੰਚੇ ਨੇ ਔਰ ਇਹ ਵੀ ਵੇਖਣ ਵਾਲਾ ਹੈ ਕਿ ਜਿੰਨੀ ਸੰਗਤ ਆ ਰਹੀ ਆ ਉਹਨਾਂ ਕੋਲ ਸਿੱਧੂ ਮੂਸੇਵਾਲੇ ਦੀ ਫੋਟੋ ਫੜੀ ਉਹਨਾਂ ਨੇ ਔਰ ਉਹ ਲੈ ਕੇ ਚੱਲਦੇ ਆਏ ਨੇ, ਜਿਹਦੇ ਵਿੱਚ ਕਈ ਤਸਵੀਰਾਂ ਵਿੱਚ ਉਹਨਾਂ 'ਚ ਲਿਖਿਆ ਵੀ ਹੈ ਲੀਜੈਂਡ ਨੈਵਰ ਡਾਈ। ਔਰ ਉਹਨਾਂ ਦਾ ਇਹ ਮਨਸ਼ਾ ਸੀ ਕਿ ਅਸੀਂ ਸਦਾ ਤੁਹਾਡੇ ਨਾਲ ਰਹੀਏ, ਸਦਾ ਤੁਹਾਡੀ ਐਂਟਰਟੇਨਮੈਂਟ ਕਰਦੇ ਰਹੀਏ। ਔਰ ਕਈ ਵਾਰੀ ਇਹ ਜੋ ਅਸੀਂ ਸੋਚਦੇ ਹਾਂ ਉਹ ਮਨ ਵਿੱਚ ਹੀ ਰਹਿ ਜਾਂਦਾ। ਜਿਸ ਤਰ੍ਹਾਂ ਮੈਨ ਪ੍ਰਪੋਜ਼ ਗੋਡ ਡਿਸਪੋਜ਼ ਉਹ ਗੱਲ ਹੋ ਜਾਂਦੀ ਆ, ਬੰਦਾ ਕੁਝ ਸੋਚਦਾ ਰੱਬ ਕੁਛ ਕਰ ਜਾਂਦਾ। ਔਰ ਇਹ ਅਸੀਂ ਇਸ ਗੱਲ ਤੋਂ ਕਿਆਸ ਲਾ ਰਹੇ ਹਾਂ ਕਿ ਉਹਨਾਂ ਦਾ ਸਾਰੇ ਲੋਕਾਂ ਵਿੱਚ ਸਿੱਧੂ ਮੂਸੇਵਾਲੇ ਦਾ ਕਿੰਨਾ ਪਿਆਰ ਸੀ। ਇਸ ਤਰ੍ਹਾਂ ਲੱਗ ਰਿਹਾ ਕਿ ਜਿੰਨਾ ਸੰਗਤ ਆਈ, ਜਿੰਨੇ ਲੋਕ ਆਏ ਨੇ ਉਹ ਤਾਂ ਅੰਦਰ ਬੈਠੇ ਆ, ਕੁਝ ਲੋਕ ਸੜਕਾਂ 'ਤੇ ਵੀ ਖੜੇ ਆ ਔਰ ਸੜਕਾਂ 'ਤੇ ਜਿਹੜੇ ਲੋਕ ਖੜੇ ਨੇ ਉਹਨਾਂ ਦੇ ਅੰਦਰ ਵੀ ਉਹੀ ਪਿਆਰ ਦੀ ਭਾਵਨਾ ਵਾ। ਔਰ ਜਿੰਨੇ ਲੋਕ ਆਏ ਨੇ ਪਗੜੀਆਂ ਦਸਤਾਰਾਂ ਸਜਾ ਕੇ ਆਏ ਆ ਔਰ ਜਿਹੜੇ ਮੁੰਡੇ ਆਏ ਉਹਨਾਂ ਨੂੰ ਉੱਥੇ ਪਗੜੀਆਂ ਦਾ ਲੰਗਰ ਲਗਾਇਆ, ਪਗੜੀਆਂ ਵੀ ਦੇ ਰਹੇ ਉਹਨਾਂ ਨੂੰ ਔਰ ਇਹਦੇ ਵਿੱਚ ਬੂਟੇ ਵੀ ਵੰਡ ਰਹੇ ਆ ਔਰ ਇੰਨੀ ਜਨਤਾ ਆਈ ਹੈ। ਤੁਸੀਂ ਦੇਖੋਗੇ, ਤੁਸੀਂ ਇਹ ਕਿਆਸ ਰਾਹੀਂ ਕਰੋਗੇ ਕਿ ਇੰਨੇ ਲੋਕ ਇੰਨਾ ਪਿਆਰ ਕਰਦੇ ਸੀ ਉਹਨਾਂ ਨੂੰ। ਔਰ ਉਹਦੇ ਵਿੱਚ ਕੁਝ ਪੰਜਾਬ ਦੀਆਂ ਮਹਾਨ ਹਸਤੀਆਂ ਵੀ ਆਈਆਂ, ਅੱਛੇ ਸਿੰਗਰ ਵੀ ਆਏ ਆ ਜਿਹੜੇ ਉਹਨਾਂ ਦੇ ਉਸ ਖੇਤਰ ਵਿੱਚ ਨਾਲ ਰਹੇ ਆ ਔਰ ਇਹਨਾਂ ਤੋਂ ਲੱਗਦਾ ਉਹਨਾਂ ਦਾ ਪਿਆਰ ਝਲਕਦਾ ਲੋਕਾਂ ਵਿੱਚ। ਔਰ ਤੁਸੀਂ ਖੰਨਾ ਜੀ ਕੁਝ ਇਹਨਾਂ ਦੇ ਬਾਰੇ ਕਹਿਣਾ ਚਾਹੋਗੇ? ਬਸ ਇਹੀ ਹੈ ਜੀ ਕਿ ਹੁਣ ਭੋਗ ਪੈ ਰਿਹਾ, ਅੰਤਿਮ ਅਰਦਾਸ ਹੋ ਰਹੀ ਹੈ। ਬਾਕੀ ਤੇ ਆਪਾਂ ਹੁਣ ਰੋਜ਼ ਹੀ ਉਹ ਗੱਲ ਕਰਦੇ ਪਏ ਹਾਂ ਕਿ ਉਹਨਾਂ ਦੀ ਡੈਥ ਬਾਰੇ ਕੀ ਕੁਝ ਹਾਲਾਤ ਬਣੇ, ਪੰਜਾਬ ਦੇ ਹਾਲਾਤ ਕੀ ਨੇ, ਅੱਗੋਂ ਕੀ ਡਿਵੈਲਪਮੈਂਟ ਹੋ ਰਹੀ ਹੈ, ਆਪਾਂ ਸਾਰੇ ਗੱਲਾਂ ਕਰਦੇ ਰਹਿੰਦੇ ਹਾਂ। ਪਰ ਅੱਜ ਅਫਸੋਸ ਦੀ ਗੱਲ ਹੈ ਤਾਂ ਇਸ ਕਰਕੇ ਬਾਕੀ ਪਹਿਲੂ ਨਾ ਛੂਈਏ। ਬਸ ਇੰਨਾ ਹੀ ਹੈ ਕਿ ਅਫਸੋਸ ਬਹੁਤ ਜ਼ਿਆਦਾ। ਮਾਂ ਬਾਪ ਇਕੱਲੇ ਪੈ ਗਏ, ਇਕੱਲਾ ਪੁੱਤ ਚਲਾ ਗਿਆ। ਹੁਣ ਬਾਕੀ ਦੀ ਜ਼ਿੰਦਗੀ ਕਿਵੇਂ ਕੱਟਣੀ ਹੈ, ਕੀ ਕੁਝ ਕਰਨਾ ਉਹਦੀ ਯਾਦ ਦੇ ਵਿੱਚ, ਕਿਉਂਕਿ ਕਾਫੀ ਕੁਝ ਜੇ ਤੁਸੀਂ ਆਪਣੇ ਮਨ ਨੂੰ ਬਿਲਕੁਲ ਹੌਸਲਾ ਦੇਣਾ ਚਾਹੁੰਦੇ ਹੋ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਹੈ। ਬਿਲਕੁਲ, ਕਿਉਂਕਿ ਉਹ ਆਪਣੇ ਬੇਟੇ ਦੀ ਯਾਦ ਦੇ ਵਿੱਚ। ਸੋ ਫਿਲਹਾਲ ਤਾਂ ਇਹ ਭੋਗ ਪੈ ਰਿਹਾ ਹੈ ਅਤੇ ਉੱਥੇ ਕਈ ਮਹਿਨਾਜ਼ ਹਸਤੀਆਂ ਵੀ ਪਹੁੰਚੀਆਂ ਨੇ ਜੋ ਅਫਸੋਸ ਜ਼ਾਹਿਰ ਕਰ ਰਹੀਆਂ ਨੇ। ਹੁਣ ਭੋਗ ਤੋਂ ਬਾਅਦ ਅੱਗੋਂ ਉਹ ਕਿੱਦਾਂ ਸੋਚਦੇ ਨੇ, ਕੀ ਕਰਨਾ ਚਾਹੁੰਦੇ ਨੇ, ਇਹ ਤਾਂ ਆਉਣ ਵਾਲਾ ਵਕਤ ਦੱਸੇਗਾ। ਬਸ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਪਰਮਾਤਮਾ ਦਇਆ ਕਰੇ ਉਹਨਾਂ ਦੇ ਉੱਤੇ ਅਤੇ ਜੋ ਹਾਲਾਤ ਬਣੇ ਨੇ ਉਹਨਾਂ ਨੂੰ ਫੇਸ ਕਰਨ ਦੀ ਤਾਕਤ ਦੇਵੇ। ਜਿੰਨਾ ਕੁ ਦੁੱਖ ਉਹਨਾਂ ਦੇ ਇਸ ਵੇਲੇ ਮਨ 'ਚ ਆ ਮਾਂ ਪਿਓ ਦੇ, ਔਰ ਉਹ ਸ਼ਾਇਦ ਹੀ ਕਿਸੇ ਦੇ ਨਾ ਹੋਵੇ, ਕਿਉਂਕਿ ਜਿਹੜੀ ਆਂਦਰਾਂ ਦੀ ਸਾਂਝ ਹੁੰਦੀ ਆ ਮਾਂ ਦੀ ਔਰ ਪਿਓ ਦੀ, ਉਹ ਸ਼ਾਇਦ ਅਸੀਂ ਉਹਨਾਂ ਨਾਲ ਸਾਂਝੀ ਵਾਲਤਾ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਦੇ ਅੰਦਰ ਦਾ ਦੁੱਖ ਹੈ। ਪਰ ਫਿਰ ਵੀ ਖੰਨਾ ਜੀ ਇੱਕ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਹੜਾ ਉੱਥੇ ਇੰਨਾ ਸੈਲਾਬ ਉਮੜਿਆ, ਉੱਥੇ ਜਿੰਨੇ ਲੋਕ ਪਹੁੰਚੇ ਆ, ਇੱਥੋਂ ਸਾਨੂੰ ਪਤਾ ਲੱਗਦਾ ਕਿ ਲੋਕ ਆਪਣੇ ਮਨ ਵਿੱਚ ਉਹਨਾਂ ਦਾ ਬੜਾ ਇਸ ਤਰ੍ਹਾਂ ਦਾ ਸਤਿਕਾਰ ਵੀ ਕਰਦੇ ਸੀ, ਪਿਆਰ ਵੀ ਕਰਦੇ ਸੀ। ਔਰ ਇਹ ਬੜੀ ਵੱਡੀ ਦੁੱਖ ਭਰੀ ਜਿਹੜੀ ਉਹਨਾਂ ਨੂੰ ਖਬਰ ਮਿਲੀ ਆ ਉਹਨੂੰ ਵੀ ਉਹਨਾਂ ਨੇ ਸਾਂਝਾ ਕੀਤਾ। ਔਰ ਉਸ ਤਰੀਕੇ ਨਾਲ ਅੱਜ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੇ ਲਈ ਜੋ ਕੁਛ ਹੈ ਉਹ ਹੁਣ ਅੱਗੇ ਦੇਖੋ ਕਿ ਲੋਕ ਤਾਂ ਜੋ ਆਉਂਦੇ ਜਾਂਦੇ ਰਹਿਣਗੇ, ਲੋਕਾਂ ਨੇ ਉਹਨਾਂ ਦੇ ਦੁੱਖ ਸਾਂਝੇ ਕਰਦੇ ਰਹਿਣੇ ਆ। ਪਰ ਬਾਅਦ 'ਚ ਜੋ ਮਾਂ ਪਿਓ 'ਤੇ ਬਣਨੀ ਆ, ਜੋ ਮਾਂ ਪਿਓ ਨੇ ਜ਼ਿੰਦਗੀ ਕੱਟਣੀ ਆ, ਆਉਣ ਵਾਲਾ ਸਮਾਂ ਜੋ ਹੈਗਾ ਬੱਚਿਆਂ ਤੋਂ ਬਗੈਰ ਜਿਹੜੇ ਉਹਦੇ ਘਰ ਵਿੱਚ ਰੌਣਕ ਸੀ, ਜਿਨ੍ਹਾਂ ਨਾਲ ਸਾਰਾ ਘਰ ਜਗਮਗਾਉਂਦਾ ਸੀਗਾ, ਹੁਣ ਉਹ ਘਰ ਸੁੰਨਾ ਹੋ ਗਿਆ। ਘਰ ਦੀ ਹਰ ਨੁੱਕਰ ਉਹਨਾਂ ਨੂੰ ਸੁੰਨੀ ਲੱਗੂਗੀ ਔਰ ਉਹ ਜਜ਼ਬਾਤ, ਉਹ ਗੱਲਾਂ ਜਾਂ ਅੰਦਰੂਨੀ ਦੁੱਖ ਸ਼ਾਇਦ ਹੀ ਕਿਸੇ ਨਾਲ ਸਾਂਝਾ ਕਰਨ। ਇਹ ਤਾਂ ਦੁੱਖ ਜਿੰਨਾ ਪਿਆਰ ਹੈ, ਜਿੰਨਾ ਰਿਸ਼ਤੇਦਾਰੀ ਨੇੜੇ ਦੀ ਹੈ, ਉਹਨਾਂ ਨੂੰ ਦੁੱਖ ਹੁੰਦਾ। ਬਾਕੀ ਤਾਂ ਜਿਹੜੇ ਲੋਕ ਅੱਜ ਆਏ ਆ, ਗੁਰੂ ਮਹਾਰਾਜ ਦੀ ਹਾਜ਼ਰੀ 'ਚ ਪਹੁੰਚੇ ਆ, ਉੱਥੇ ਉਹਨਾਂ ਨਾਲ ਗੁਰੂ ਮਹਾਰਾਜ ਦੇ ਨਾਲ ਉੱਥੇ ਸ਼ਬਦ ਸੁਣੇ ਆ, ਹੈ ਨਾ, ਮੁੱਖ ਵਾਕ ਸੁਣਨਗੇ, ਅਰਦਾਸ 'ਚ ਸ਼ਾਮਲ ਹੋਣਗੇ। ਔਰ ਇਹ ਜਿਹੜੀ ਪ੍ਰਥਾ ਹੈ ਗੁਰੂ ਸਾਹਿਬਾਨ ਦੀ ਬਣੀ ਔਰ ਉਹ ਉਹਦੇ 'ਚ ਸ਼ਾਮਲ ਨੇ। ਪਰ ਬਾਕੀ ਜਿਹੜਾ ਸਦਾਚਾਰੀ ਦੁੱਖ ਹੈ, ਜਿਹੜਾ ਚਿਰੰਜੀਵ ਦੁੱਖ ਹੈ, ਜਿਹੜਾ ਕਦੀ ਵੀ ਨਹੀਂ ਉਹਨਾਂ ਨੂੰ ਪਿੱਛਾ ਛੱਡੂਗਾ,
ਇਹ ਉਹਨਾਂ ਦੇ ਮਾਂ ਪਿਓ ਨਾਲ ਹੀ ਰਹਿਣਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਕੋਈ ਕੀ ਕਰ ਸਕਦਾ ਹੈ ਜੀ, ਉੱਥੇ ਬਹਿ ਕੇ ਅਫਸੋਸ ਕਰ ਸਕਦਾ ਹੈ, ਕੋਈ ਕੀ ਕਰ ਸਕਦਾ ਹੈ, ਕੁਝ ਹੈਲਪ ਕਰ ਸਕਦਾ ਹੈ, ਪਰ ਇਹ ਨਹੀਂ ਕਿ ਸਦਾ ਵਾਸਤੇ ਕੋਈ ਨਾਲ ਜੁੜ ਕੇ ਬਹਿ ਜਾਊਗਾ। ਇਦਾਂ ਨਹੀਂ ਹੋ ਸਕਦਾ। ਇਹ ਆਪ ਨੂੰ ਹੀ ਹੁਣ ਉਹਨਾਂ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਪੈਣਾ ਹੌਸਲੇ ਨਾਲ। ਵੈਸੇ ਵੀ ਐਕਸ ਸਰਵਿਸਮੈਨ ਨੇ, ਐਕਸ ਆਰਮੀ ਪਰਸਨ ਨੇ, ਸਟਰੋਂਗ ਹੁੰਦੇ ਨੇ ਬਹੁਤ ਜ਼ਿਆਦਾ। ਬਿਲਕੁਲ। ਔਰ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲੈਣਾ, ਸਾਰੇ ਜਾਣਦੇ ਆ। ਬਾਕੀ ਕਹਿੰਦੇ ਆ ਨਾ, ਟਾਈਮ ਇਜ਼ ਅ ਗ੍ਰੇਟ ਹੀਲਰ। ਬਿਲਕੁਲ, ਸਮਾਂ ਹੈ ਸਮਰੱਥ ਹੈ, ਔਰ ਸਮਾਂ ਹਮੇਸ਼ਾ ਹਰ ਦੁੱਖ ਨੂੰ ਭਰ ਦਿੰਦਾ ਹੈ। ਸੋ ਸਮਾਂ ਬੀਤ ਜਾਂਦਾ, ਕਿਉਂਕਿ ਜੇ ਉਹ ਦਿਨ ਨਹੀਂ ਰਹੇ ਤੇ ਇਹ ਦਿਨ ਵੀ ਨਹੀਂ ਰਹਿਣੇ, ਹਮੇਸ਼ਾ ਬੀਤ ਜਾਂਦੇ ਨੇ, ਕਿਉਂਕਿ ਸਮੇਂ ਦਾ ਸੁਭਾਅ ਹੈ ਬੀਤਣਾ, ਤੇ ਸਮੇਂ ਨੇ ਬੀਤ ਜਾਣਾ। ਸੋ ਹੁਣ ਆਪਾਂ ਅੱਗੇ ਤੁਰੀਏ, ਕਿਉਂਕਿ ਇਹ ਜ਼ਿੰਦਗੀ ਤਾਂ ਅੱਗੇ ਤੁਰਦੀ ਪਈ ਹੈ, ਅੱਗੇ ਹਾਲਾਤ ਵੀ ਬਣਦੇ ਪਏ ਨੇ। ਜ਼ਿੰਦਗੀ ਕਿਤੇ ਖਲੋਂਦੀ ਨਹੀਂ, ਜ਼ਿੰਦਗੀ ਤਾਂ ਰਵਾਂ ਵੀ ਚੱਲਦੀ ਰਹਿੰਦੀ ਹੈ। ਇਹਦਾ ਇੱਕ ਵਿਹਾਰ, ਇਹਦਾ ਇੱਕ ਸਰੋਕਾਰ ਇਸ ਤਰ੍ਹਾਂ ਦਾ ਹੈਗਾ ਕਿ ਜ਼ਿੰਦਗੀ ਨੇ ਤਾਂ ਚੱਲਦੀ ਰਹਿਣਾ, ਕਦੀ ਨਹੀਂ ਖਲੋਂਦੀ। ਤੇ ਉਹ ਹੁਣ ਜੋ ਸਟੇਟਮੈਂਟ ਦਿੱਤੀ, 10 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ। ਬੀਜੇਪੀ ਦੇ 2 ਸਪੋਕ ਪਰਸਨ ਨੇ, ਤੇ ਇਹ ਸਟੇਟਮੈਂਟ ਹੁਣ ਇੰਟਰਨੈਸ਼ਨਲ ਲੈਵਲ ਤੇ ਐਸੀ ਡਿਸਕਸ ਹੋ ਰਹੀ ਹੈ, ਇਸਲਾਮੀ ਵਰਡ ਇਕੱਠਾ ਹੋ ਗਿਆ, ਔਰ ਇੱਥੋਂ ਤੱਕ ਭਾਰਤ ਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਜਿਹੜੇ ਬਾਹਰ ਦੇ ਟੈਰਰਿਸਟ ਸੰਗਠਨ ਨੇ ਇਸਲਾਮੀ ਦੁਨੀਆ ਦੇ, ਉਹ ਕਹਿੰਦੇ ਨੇ ਕਿ ਭਾਰਤ ਦੇ ਅੰਦਰ ਅਸੀਂ ਆਪਣੇ ਸੁਇਸਾਈਡ ਸਕੁਐਡਸ ਭੇਜਾਂਗੇ ਤੇ ਕਿਲਿੰਗਸ ਕਰਾਂਗੇ। ਹੁਣ ਇਸ ਕਰਕੇ ਭਾਰਤ ਨੂੰ ਹੁਣ ਤਿਆਰ ਰਹਿਣਾ ਚਾਹੀਦਾ, ਅਸੀਂ ਜਵਾਬ ਦੇਣਾ ਹੈ। ਜਿਹੜਾ ਤੁਸੀਂ ਮੁਹੰਮਦ ਸਾਹਿਬ ਦੇ ਖਿਲਾਫ ਬੋਲੇ ਹੋ, ਗਲਤ ਬਿਆਨਬਾਜ਼ੀ ਕੀਤੀ ਹੈ। ਸੋ ਇੱਕ ਮਤਲਬ ਸਮਝ ਨਹੀਂ ਆਉਂਦਾ ਕਿ ਕਿੱਦਾਂ ਦੇ ਸਪੋਕਸ ਪਰਸਨਸ ਨੇ, ਕਿੱਦਾਂ ਦੀ ਮੈਂਟੈਲਿਟੀ ਹੈ ਇਹਨਾਂ ਲੋਕਾਂ ਦੀ, ਇਹ ਕੀ ਕਰਦੇ ਨੇ। ਇਹ ਬਸ ਬੋਲਣਾ ਚਾਹੁੰਦੇ ਨੇ, ਜੋ ਮੂੰਹ 'ਚ ਆਇਆ ਬੋਲ ਦਿੱਤਾ, ਉਹਦਾ ਰਿਜ਼ਲਟ ਨਹੀਂ ਦੇਖਦੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਰਤ ਦੀ ਕਿੰਨੀ ਬੇਇੱਜ਼ਤੀ ਹੋ ਰਹੀ ਹੈ। ਹਰ ਮੁਲਕ, ਉੱਥੋਂ ਦੇ ਜਿਹੜੇ ਐਂਬੈਸਡਰ ਨੇ ਭਾਰਤ ਦੇ, ਉਹਨਾਂ ਦੇ ਮੁਲਕ 'ਚ ਰਹਿੰਦੇ ਨੇ, ਉਹਨਾਂ ਨੂੰ ਸੰਮਨ ਕਰ ਰਹੇ ਨੇ, ਉਹਨਾਂ ਨੂੰ ਪੁੱਛ ਰਹੇ ਨੇ, ਹੁਣ ਦੱਸੋ ਉਹ ਕੀ ਜਵਾਬ ਦੇਣ ਅੱਗੋਂ। ਉਹਨਾਂ ਤੋਂ ਪੁੱਛ ਕੇ ਥੋੜ੍ਹਾ ਇਹਨਾਂ ਨੇ ਦੋਵਾਂ ਨੇ ਇੱਦਾਂ ਦੀ ਗੱਲ ਕੀਤੀ ਹੈ ਜਿਹੜੀ ਨਹੀਂ ਕਰਨੀ ਚਾਹੀਦੀ। ਸੰਵਿਧਾਨ ਦੇ ਖਿਲਾਫ, ਐਥਿਕਸ ਦੇ ਖਿਲਾਫ, ਮਾਨਵਤਾ ਦੇ ਖਿਲਾਫ, ਧਰਮ ਦੇ ਖਿਲਾਫ। ਮਤਲਬ ਇਹ ਹੈ, ਦੇਖੋ ਹੁਣ ਸਿੱਧੀ ਸਾਦੀ ਗੱਲ ਇਹ ਹੈ, ਅਸੀਂ ਹਮੇਸ਼ਾ ਧਰਮ ਵਾਸਤੇ ਲੜਦੇ ਰਹਿੰਦੇ ਹਾਂ। ਮੇਰਾ ਧਰਮ ਵਧੀਆ, ਉਹ ਕਹਿੰਦਾ ਨਹੀਂ ਮੇਰਾ ਧਰਮ ਵਧੀਆ। ਇੱਕ ਸਿੰਪਲ ਸਟੇਟਮੈਂਟ ਹੈ ਕਿ ਸਾਹਮਣੇ ਚੰਦਰਮਾ ਹੈ, ਤੁਸੀਂ ਵੀ ਚੰਦਰਮਾ ਵੱਲ ਉਂਗਲੀ ਕੀਤੀ ਹੋਈ ਹੈ, ਉਹ ਦੇਖੋ ਚੰਦਰਮਾ। ਮੈਂ ਵੀ ਚੰਦਰਮਾ ਵੱਲ ਉਂਗਲੀ ਕੀਤੀ ਹੋਈ ਹੈ, ਉਹ ਦੇਖੋ ਚੰਦਰਮਾ। 10 ਜਣਾਂ ਨੇ ਹੋਰ ਉਂਗਲੀ ਕੀਤੀ ਹੋਈ ਹੈ, ਉਹ ਦੇਖੋ ਚੰਦਰਮਾ। ਹੁਣ ਦੇਖਦੇ ਤਾਂ ਅਸੀਂ ਚੰਦਰਮਾ ਨੂੰ ਹੀ ਪਏ ਹਾਂ, ਹਰੇਕ ਦੀ ਉਂਗਲੀ ਚੰਦਰਮਾ ਵੱਲ ਹੈ। ਹੁਣ ਆਪਸ ਲੜੀ ਜਾਈਏ, ਮੇਰੀ ਉਂਗਲੀ ਵਧੀਆ ਕਿ ਤੇਰੀ ਉਂਗਲੀ ਵਧੀਆ। ਉਂਗਲੀ ਤਾਂ ਉਂਗਲੀ ਹੈ, ਉਹਦੇ 'ਚ ਵਧੀਆ ਤੇ ਘਟੀਆ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ। ਮੇਨ ਗੱਲ ਤੇ ਚੰਦਰਮਾ ਨੂੰ ਦੇਖਣਾ ਹੈ। ਉਸੇ ਤਰ੍ਹਾਂ ਹੀ ਮੇਨ ਗੱਲ ਰੱਬ ਨੂੰ ਵੇਖਣਾ ਹੈ, ਮੇਰਾ ਧਰਮ ਵਧੀਆ ਕਿ ਤੇਰਾ ਧਰਮ ਵਧੀਆ। ਇਹ ਥੋੜ੍ਹਾ ਮਸਲਾ ਹੈਗਾ, ਮਸਲਾ ਤਾਂ ਇਹ ਹੈ ਹੀ ਨਹੀਂ, ਇਹ ਮਸਲਾ ਬਣਾਇਆ ਹੋਇਆ। ਧਰਮ ਤਾਂ ਸਾਰੇ ਵਧੀਆ ਨੇ, ਕਿਉਂਕਿ ਸਾਰੇ ਉਸੇ ਇੱਕੋ ਹੀ ਇਲਾਹੀ ਨੂਰ ਨੂੰ, ਇੱਕ ਨੂਰ ਤੇ ਸਭ ਜਗ ਉਪਜਿਆ, ਇੱਕ ਪਿਤਾ ਇੱਕ ਕਸ ਕੇ ਹਮ ਬਾਰਿਕ, ਉਸ ਏਕਮਕਾਰ ਵਾਲੀ ਇਸ਼ਾਰਾ ਕਰਦੇ ਨੇ ਸਾਰੇ ਧਰਮ। ਤੇ ਆਪਸ 'ਚ ਕਿਉਂ ਲੜੀ ਜਾਣਾ। ਹੁਣ ਇਹ ਹੈ ਸਿਆਸਤ, ਕਿਉਂਕਿ ਸਿਆਸਤ ਦੀ ਦੁਕਾਨ ਤਾਂ ਚੱਲੇਗੀ ਜੇ ਆਪਸ 'ਚ ਲੋਕਾਂ ਨੂੰ ਲੜਾਇਆ ਜਾਵੇ, ਭਾਵੇਂ ਧਰਮ ਦੇ ਨਾਂ ਤੇ ਲੜਾ ਦਿਓ। ਇਹ ਨਾ ਸੋਚੋ ਕਿ ਬਾਅਦ ਤੋਂ ਰਿਜ਼ਲਟ ਕੀ ਹੋਣੇ ਨੇ। ਹੁਣ ਜਦੋਂ ਇਹ ਸੋਚਿਆ ਨਹੀਂ ਬਾਅਦ 'ਚ ਰਿਜ਼ਲਟ ਕੀ ਹੋਣੇ ਨੇ, ਹੁਣ ਦੇਖੋ ਸਾਰਿਆਂ ਨੂੰ ਭੁਗਤਣਾ ਪੈ ਰਿਹਾ। ਮਤਲਬ ਸੋਚਣ ਵਾਲੀ ਗੱਲ ਇਹ ਹੈ ਕਿ ਤੁਹਾਡੀ ਸਮਝ ਕਿੱਥੇ ਗਈ ਹੋਈ ਹੈ, ਤੁਹਾਡੀ ਸਮਝਦਾਰੀ ਕਿੱਥੇ ਗਈ ਹੋਈ ਹੈ। ਤੁਹਾਡੇ ਉੱਤੇ ਐਡੀ ਵੱਡੀ ਰਿਸਪੌਂਸਿਬਿਲਟੀ ਤੁਹਾਡੀ ਪਾਰਟੀ ਬੀਜੇਪੀ ਨੇ ਦਿੱਤੀ ਹੈ, ਤੁਸੀਂ ਸਪੋਕਸ ਪਰਸਨ ਹੋ, ਤੇ ਤੁਸੀਂ ਕੀ ਬੋਲਦੇ ਪਏ ਹੋ। ਹਾਂ ਬਿਲਕੁਲ ਗੱਲ ਦਰੁਸਤ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਾ ਸਮਝੀ ਵਾਲੀ ਗੱਲ ਹੈ, ਜਿਸ ਤਰ੍ਹਾਂ ਇੱਕ ਲੋਕ ਅਖਾਣਵੀ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਬਿਲਕੁਲ। ਜਿਸ ਤਰ੍ਹਾਂ ਤੁਸੀਂ ਆਪ ਹੀ ਜਾ ਕੇ ਕਿਸੇ ਖੂਹ 'ਚ ਡਿੱਗੋਗੇ ਤਾਂ ਉੱਥੋਂ ਕੱਢਣ ਵਾਲਾ ਤਾਂ ਫਿਰ ਕੋਈ ਨਹੀਂ ਨਾ, ਤੁਹਾਡੇ ਨੇੜੇ ਨਹੀਂ ਕੋਈ ਹੈਗਾ। ਜਦੋਂ ਤੁਸੀਂ ਆਪ ਖੂਹ 'ਚ ਛਾਲ ਮਾਰੋਗੇ, ਜਦੋਂ ਕਿ ਇਸਲਾਮਿਕ ਕੰਟਰੀ ਜਿੰਨੀ ਵੀ ਹੈਗੀਆਂ ਨੇ, ਪੂਰਾ ਅਰਬ ਇਸਲਾਮ ਨਾਲ ਹੈ, ਇਰਾਨ ਆ, ਇਰਾਕ ਆ, ਸੁਪਰ ਪਾਵਰਾਂ ਨੇ। ਔਰ ਜੇ ਅਸੀਂ ਦੇਖੀਏ ਤਾਂ ਹਿੰਦੁਸਤਾਨ 'ਚ ਮਿਨੋਰਟੀ ਦਾ ਮਤਲਬ ਘੱਟ ਗਿਣਤੀ ਹੈ, ਪਰ ਜੇ ਅਸੀਂ ਬਾਹਰ ਸ਼ਰਾ ਦੇਖਦੇ ਹਾਂ ਇਹਨਾਂ ਨੂੰ ਤਾਂ ਬਹੁਤ ਗਿਣਤੀ ਇਹਨਾਂ ਦੀ। ਔਰ ਜਦੋਂ ਅਸੀਂ ਧਰਮ ਦੇ ਅਗੇਂਸਟ ਬੋਲਾਂਗੇ, ਕੋਈ ਵੀ ਬੋਲੂਗਾ ਤਾਂ ਫਿਰ ਉਹਨੂੰ ਕੋਈ ਨਹੀਂ ਛੱਡੂਗਾ। ਇਹ ਗੱਲ ਹੈ ਇਸ ਤਰ੍ਹਾਂ ਦੀ ਹੈ ਕਿ ਜੇ ਅਸੀਂ ਸੰਵਿਧਾਨ ਹੀ ਨਹੀਂ ਪੜ੍ਹਿਆ, ਸੰਵਿਧਾਨ ਦੀ ਪ੍ਰੀਐਂਬਲ ਪ੍ਰਸਤਾਵਨਾ ਵਿੱਚ ਲਿਖਿਆ ਗਿਆ ਕਿ ਇੰਡੀਆ ਇਜ਼ ਏ ਸੈਕੂਲਰ ਕੰਟਰੀ, ਧਰਮ ਨਿਰਪੱਖ ਦੇਸ਼ ਆ। ਇਹਦੇ 'ਚ ਕਿਸੇ ਵੀ ਉਸ ਧਰਮ ਨਾਲ ਉਹ ਨਹੀਂ ਹੋਏਗਾ ਕਿ ਅਸੀਂ ਉਸ ਧਰਮ ਦੀ ਜਿਹੜੀ ਉਹ ਅਸੀਂ ਜ਼ਿਆਦਾ ਤਾਰੀਫ ਕਰਾਂਗੇ। ਸਾਰੇ ਧਰਮਾਂ ਦਾ ਸਤਿਕਾਰ ਆਦਰ ਕੀਤਾ ਜਾਂਦਾ। ਔਰ ਜੇ ਇਹਨਾਂ ਦੇ ਪ੍ਰਵਕਤਾ ਨੇ, ਉਹ ਜਿਹੜੀ ਨੂਪੁਰ ਸ਼ਰਮਾ ਜਿਹਨੇ ਇਹ ਸਟੇਟਮੈਂਟ ਦਿੱਤੀ ਹੈ, ਨਵੀਨ ਜੀ ਨੇ, ਉਹ ਮੀਡੀਆ ਇੰਚਾਰਜ ਹੈ। ਦੇਖੋ ਜਿਹੜਾ ਮੀਡੀਆ 'ਚ ਖੁਦ ਕੰਮ ਕਰ ਰਿਹਾ, ਉਹਨੂੰ ਪਤਾ ਸੈਂਸਿਟੀਵਿਟੀ ਕੀ ਹੈਗੀ ਹੈ, ਕਿਸ ਤਰ੍ਹਾਂ ਦਾ ਬੋਲਣਾ ਹੈਗਾ। ਜਦੋਂ ਕਿ ਧਰਮ ਦੇ ਅਗੇਂਸਟ 'ਚ ਬੋਲਾਂਗੇ ਤਾਂ ਫਿਰ ਇਹਦੇ 'ਚ ਰੌਲਾ ਜ਼ਿਆਦਾ ਪਊਗਾ। ਹੁਣ ਜੇ ਹੋਈ ਗੱਲ ਇਹਦੇ 'ਚ 57 ਕੰਟਰੀ ਜਿਹੜੀਆਂ ਮੁਸਲਿਮ ਨੇ, ਉਹਨਾਂ ਦਾ ਇੱਕ ਆਰਗੇਨਾਈਜੇਸ਼ਨ ਉਹ ਇਕੱਠੇ ਨੇ। ਔਰ ਅੱਜ ਇੱਕ ਨਵਾਂ ਐਲਾਨ ਵੀ ਹੋ ਗਿਆ ਜਿਹਦੇ 'ਚ ਇਰਾਕ ਉਹਦੇ 'ਚ ਆ ਗਿਆ, ਔਰ ਹੋਰ ਇੱਕ ਕੰਟਰੀ ਆ, ਉਹ ਕੰਟਰੀ ਆ ਇਜ਼ਰਾਈਲ, ਉਹਦੇ 'ਚ ਉਹ ਕੰਟਰੀਆਂ 2 ਕੰਟਰੀਆਂ ਇਕੱਠੀਆਂ ਹੋ ਗਈਆਂ, ਹੋਰ ਵੀ ਇਨਕਲੂਡ ਹੋ ਰਿਹਾ ਜਿੱਥੇ ਜਿਉਂ-ਜਿਉਂ ਪਤਾ ਲੱਗਦਾ। ਔਰ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਇਹਦੀ ਮਾਫੀ ਨਹੀਂ ਮੰਗੂਗੀ
ਜਾਂ ਉਹਦੇ ਜਿਹੜੇ ਹੈੱਡ ਨੇ ਉਹ ਮਾਫੀ ਨਹੀਂ ਮੰਗਣਗੇ ਤਾਂ ਅਸੀਂ ਨਹੀਂ ਛੱਡਾਂਗੇ। ਔਰ ਉਹਨਾਂ ਨੇ ਅੱਜ ਦੀਆਂ ਅਖਬਾਰਾਂ ਦੇ ਜ਼ਰੀਏ ਗੱਲ ਲੋਕਾਂ ਤੱਕ ਪਹੁੰਚੀ ਆ, ਕਿਉਂਕਿ ਇਹ ਮਾਮਲਾ ਬੜਾ ਸੰਵੇਦਨਸ਼ੀਲ ਸੰਜੀਦਾ ਮਾਮਲਾ ਹੈ। ਔਰ ਇਹਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਨੂਪੁਰ ਜੀ ਨੂੰ ਪੁੱਛਿਆ ਜਾਵੇ, ਨਵੀਨ ਜੀ ਨੂੰ ਪੁੱਛਿਆ ਜਾਵੇ, ਤੁਸੀਂ ਕੁਰਾਨ ਪੜ੍ਹੇ? ਬਿਲਕੁਲ। ਤੁਸੀਂ ਇਸਲਾਮ ਪੜ੍ਹੇ? ਤੁਸੀਂ ਕਿੱਦਾਂ ਇਦਾਂ ਦੀਆਂ ਸਟੇਟਮੈਂਟਸ ਦੇ ਸਕਦੇ ਹੋ? ਜਿਸ ਦੁਨੀਆ ਬਾਰੇ ਤੁਸੀਂ ਜਾਣਦੇ ਨਹੀਂ, ਬਸ ਸੁਣੀਆਂ ਸੁਣਾਈਆਂ ਗੱਲਾਂ। ਇਹਦਾ ਮਤਲਬ ਇੰਨੀ ਨਫ਼ਰਤ ਤੁਹਾਡੇ ਅੰਦਰ ਭਰੀ ਹੋਈ ਹੈ। ਬਿਲਕੁਲ। ਇਹ ਨਫ਼ਰਤ ਹੀ ਤੁਸੀਂ ਦੱਸਦੇ ਪਏ ਹੋ ਆਪਣੀ ਬੋਲੀ ਦੇ ਵਿੱਚ, ਹੋਰ ਤਾਂ ਤੁਸੀਂ ਕੁਝ ਨਹੀਂ ਕਰ ਰਹੇ, ਕਿਉਂਕਿ ਯਕੀਨੀ ਤੌਰ ਤੇ ਤੁਸੀਂ ਇਸਲਾਮ ਨਹੀਂ ਪੜ੍ਹਿਆ, ਤੁਹਾਨੂੰ ਪਤਾ ਹੀ ਨਹੀਂ ਇਸਲਾਮ ਕੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੈਗੰਬਰ ਮੁਹੰਮਦ ਸਾਹਿਬ ਦੇ ਵਿਰੁੱਧ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ, ਔਰ ਦੇਖੋ ਜਿਨ੍ਹਾਂ ਨੇ ਜਿਹੜੇ ਧਰਮ ਦੇ ਪੈਰੋਕਾਰ ਆ, ਫਾਊਂਡਰ ਆ, ਜਿਨ੍ਹਾਂ ਨੇ ਧਰਮ ਨੂੰ ਆਜ਼ਾਦ ਕੀਤਾ, ਚਲਾਇਆ, ਔਰ ਜਿਨ੍ਹਾਂ ਨੂੰ ਪੂਰੀ ਦੁਨੀਆ ਮੰਨਦੀ ਆ, ਜਿਨ੍ਹਾਂ ਨੇ ਇੱਕ ਪਰਮਾਤਮਾ ਦੀ, ਇੱਕ ਅੱਲਾਹ ਦੀ, ਇੱਕ ਖੁਦਾ ਦੀ ਜਿਹੜੀ ਦੱਸੀ ਆ ਕਿ ਉਹ ਨੇ ਸਾਰੀ ਲੋਕਾਂ ਨੂੰ ਉੱਥੋਂ ਤੱਕ ਉਹਨਾਂ ਲੋਕ ਸਹਾਈ ਨੇ, ਔਰ ਉਹਨਾਂ ਦਾ ਕਿਹਾ ਹੈਗਾ ਕਿ ਉਹਨਾਂ ਦੇ ਉਪਦੇਸ਼ਾਂ 'ਤੇ ਚੱਲਣਾ ਪੈਂਦਾ। ਔਰ ਜਿਹੜੇ ਬੇਸਿਕ ਪ੍ਰਿੰਸੀਪਲ ਆ ਸਾਰੇ ਧਰਮਾਂ ਦੇ ਇੱਕੋ ਹੀ ਆ, ਕੋਈ ਵੀ ਧਰਮ ਹੋਵੇ ਉਹਦੇ 'ਚ ਇਹੋ ਹੀ ਆ ਕਿ ਹਿਊਮੈਨਿਟੀ ਨੂੰ ਕਿਸ ਤਰ੍ਹਾਂ ਬਚਾਉਣਾ, ਲੋਕਾਂ ਦਾ ਭਲਾ ਕਿੱਦਾਂ ਕਰਨਾ। ਜਿੱਦਾਂ ਸਿੱਖ ਧਰਮ ਸਰਬੱਤ ਦਾ ਭਲਾ ਮੰਨਿਆ ਜਾਂਦਾ, ਔਰ ਉਹਦੇ 'ਚ ਇਹ ਵੀ ਹੈਗਾ ਕਿ ਉਹਦੇ 'ਚ ਇੱਕ ਦੁਖੀ ਦੀ ਲੋੜ ਨੂੰ ਪੂਰਾ ਕਿੱਦਾਂ ਕਰਨਾ, ਸਾਰੇ ਧਰਮਾਂ 'ਚ ਹੋਇਆ। ਜਿਹਦੇ ਵਿੱਚ ਅੱਗੇ ਜੋ ਉਹ ਕਹਿ ਗਏ ਆ, ਜੋ ਪੈਰੋਕਾਰ, ਜੋ ਫਾਊਂਡਰ ਕਹਿ ਗਏ ਆ, ਜੋ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਲੇ, ਜਾਂ ਉਹਦੇ 'ਤੇ ਜੋ ਅੱਜ ਕੱਲ੍ਹ ਜੋ ਮਾਡਰਨ ਜਨਤਾ ਇਹ ਉਹਨੂੰ ਕਿਸ ਤਰ੍ਹਾਂ ਸਮਝਦੀ ਆ, ਅੱਗੇ ਲਿਆਉਂਦੀ ਆ, ਇਹ ਤਾਂ ਉਹਨਾਂ ਦੇ ਗੱਲ ਆ ਕਿ ਉਹ ਕਿਸ ਤਰ੍ਹਾਂ ਉਹਦਾ ਕਨਸੈਪਟ ਨੂੰ ਅੱਗੇ ਲਿਆਉਂਦੇ ਆ। ਪਰ ਜੇ ਅਸੀਂ ਉਹਨਾਂ ਦੇ ਪੈਗੰਬਰ ਲਈ, ਉਹਨਾਂ ਦੇ ਕੁਰਾਨ ਲਈ, ਜਾਂ ਉਹਨਾਂ ਦੀਆਂ ਆਇਤਾਂ ਲਈ ਜੇ ਅਸੀਂ ਕੁਝ ਬੋਲਾਂਗੇ ਤਾਂ ਸ਼ਾਇਦ ਫਿਰ ਉਹ ਬਖਸ਼ੇ ਨਹੀਂ ਜਾਣਗੇ। ਇਹਦੇ ਲਈ ਤਾਂ ਉਹ ਬੰਦੇ ਤੇ ਦੂਸ਼ਣ ਲੱਗੇਗਾ, ਉਹਨਾਂ ਬੰਦਿਆਂ 'ਤੇ ਗਲਤੀ ਲੱਗੇਗੀ ਜਿਨ੍ਹਾਂ ਬੰਦਿਆਂ ਨੇ ਬੋਲਿਆ ਗਿਆ। ਪਰ ਇਹਦੇ ਨਾਲ ਇੱਕ ਪੋਲੀਟੀਕਲ ਪਾਰਟੀ, ਇੱਕ ਜਮਾਤ, ਇੱਕ ਸਾਰੀ ਕਮਿਊਨਿਟੀ ਦੇ ਉੱਤੇ ਆ ਕੇ ਥੋਪਿਆ ਜਾਂਦਾ ਕੰਮ। ਹੁਣ ਜੇਕਰ ਇਹਦੇ ਵਿੱਚ ਕੋਈ ਸਿਲੈਕਸ਼ਨ ਕਮੇਟੀ ਬਣ ਜਾਵੇ, ਜਾਂ ਇਹਦੇ ਵਿੱਚ ਕੁਝ ਲੋਕ ਇਕੱਠੇ ਹੋ ਜਾਣ, ਜਾਂ ਉਸ ਧਰਮ ਦੇ ਹੀ ਕੁਝ ਲੋਕ ਨੇਤਾ ਹੋ ਕੇ ਕੁਝ ਉਹਨਾਂ ਕੋਲ ਮਾਫੀ ਮੰਗ ਲੈਣ ਕਿ ਇਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਬੰਦਿਆਂ ਨੂੰ ਕੱਢ ਦਿੱਤਾ ਬਾਹਰ, ਉਹ ਇਸ ਵੇਲੇ ਇਸ ਸਾਡੀ ਜਮਾਤ 'ਚ, ਸਾਡੀ ਪਾਰਟੀ 'ਚ ਨਹੀਂ ਹੈਗੇ, ਪਰ ਅੱਗੇ ਤੋਂ ਅਸੀਂ ਖਿਆਲ ਰੱਖਾਂਗੇ। ਪਰ ਅਜੇ ਵੀ ਜਿਹੜਾ ਬੀਜੇਪੀ ਨੇ ਕਿਹਾ ਕਿ ਅੱਗੇ ਤੋਂ ਜਿਹੜੇ ਕੋਈ ਬੋਲਣਗੇ, ਪਹਿਲੀ ਗੱਲ ਤਾਂ ਜਦੋਂ ਮੀਡੀਆ 'ਤੇ ਜਾਂ ਜਦੋਂ ਟੀਵੀ 'ਤੇ ਕੋਈ ਇਸ ਤਰ੍ਹਾਂ ਦਾ ਪੈਨਲ ਬਣਦਾ, ਡਿਸਕਸ਼ਨ ਹੁੰਦੀ ਆ, ਇਹਦੇ 'ਚ ਜਿਹੜਾ ਬੰਦਾ ਜਾਊਗਾ ਧਰਮ 'ਤੇ ਨਹੀਂ ਗੱਲ ਕਰੂਗਾ। ਜੇ ਕੋਈ ਗੱਲ ਹੋਊਗਾ ਪੋਲੀਟੀਕਲ ਹੋਊਗੀ ਆ, ਜੇ ਕੋਈ ਗੱਲ ਹੋਊਗੀ ਪੰਜਾਬ ਦੇ ਜਾਂ ਬਾਕੀ ਸੂਬਿਆਂ ਦੇ ਪੋਲੀਟੀਕਲ ਗੱਲ ਹੋਊਗੀ, ਯੋਜਨਾ 'ਤੇ ਗੱਲ ਹੋਊਗੀ, ਕਿਸੇ ਵੀ ਧਰਮ 'ਤੇ ਉਂਗਲੀ ਨਹੀਂ ਉੱਠੀ ਜਾਊਗੀ। ਗੱਲ ਇਹ ਹੈ ਨਾ ਸਰ ਕਿ ਲੋਕਤੰਤਰ ਹੈ, ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਇਸ਼ੂ ਬੇਸਡ ਪੋਲਿਟਿਕਸ ਹੈ। ਜਦੋਂ ਤੱਕ ਮੁੱਦੇ ਨਹੀਂ ਹੋਣਗੇ ਤੁਸੀਂ ਰਾਜਨੀਤੀ ਨਹੀਂ ਖੇਡ ਸਕੋਗੇ, ਕਿਉਂਕਿ ਕਿਹਦੇ ਆਧਾਰ ਦੇ ਉੱਤੇ ਤੁਸੀਂ ਲੋਕਾਂ ਨੂੰ ਇਕੱਠੇ ਕਰਨਾ ਹੈ, ਕਿਹੜੇ ਆਧਾਰ ਦੇ ਉੱਤੇ ਤੁਸੀਂ ਲੈਕਚਰਸ ਦੇਣੇ ਨੇ, ਭਾਸ਼ਣ ਦੇ ਕੇ ਲੋਕਾਂ ਨੂੰ ਲੈ ਕੇ ਆਉਣਾ। ਇਸ ਕਰਕੇ ਤੁਹਾਨੂੰ ਮੁੱਦਾ ਚਾਹੀਦਾ ਹੀ ਚਾਹੀਦਾ ਹੈ। ਇਸ ਕਰਕੇ ਕਿਹਾ ਜਾਂਦਾ ਕਿ ਸਿਆਸਤਦਾਨ ਕਦੇ ਵੀ ਮੁੱਦਾ ਹੱਲ ਨਹੀਂ ਕਰਦਾ, ਕਿਉਂਕਿ ਜੇ ਮੁੱਦਾ ਹੱਲ ਕਰ ਦਿੱਤਾ ਤੇ ਉਹਦੀ ਸਿਆਸਤ ਖਤਮ ਹੋ ਜਾਣੀ ਹੈ। ਉਸ ਮੁੱਦੇ ਦੇ ਆਲੇ ਦੁਆਲੇ ਤਾਂ ਉਹਨੇ ਆਪਣੀ ਸਿਆਸਤ ਬੁਣਨੀ ਹੈ ਤੇ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਹੈ। ਤਾਂ ਹੁਣ ਗੱਲ ਇਹ ਹੈ ਕਿ ਤੁਸੀਂ ਸਿਆਸਤ ਬੁਣਨ ਵਾਸਤੇ ਭਾਰਤ ਦੀ ਜੋ ਸ਼ਾਂਤ ਸੱਭਿਆਚਾਰਕ ਪ੍ਰਥਾ ਹੈ ਉਹਨੂੰ ਖਤਮ ਕਰ ਦਿਓਗੇ। ਇਹ ਕੀ ਸੰਦੇਸ਼ ਜਾਂਦਾ ਪਿਆ ਭਾਰਤ ਦੀ ਧਰਤੀ ਤੋਂ ਵਿਦੇਸ਼ੀ ਧਰਤੀ ਦੇ ਉੱਤੇ ਵੀ ਇਹ ਇੱਦਾਂ ਦਾ ਭਾਰਤ ਹੈ, ਇੱਦਾਂ ਦੀ ਸੌੜੀ ਸੋਚ ਹੈ, ਇਹੋ ਜਿਹੀਆਂ ਗੱਲਾਂ ਕਰਦੇ ਨੇ, ਆਪਸ ਵਿੱਚ ਲੜੀ ਜਾਂਦੇ ਨੇ ਧਰਮ ਦੇ ਨਾਂ ਦੇ ਉੱਤੇ। ਧਰਮ ਸਾਨੂੰ ਜਿਉਣਾ ਸਿਖਾਉਂਦਾ ਹੈ, ਧਰਮ ਸਾਨੂੰ ਲੜਨਾ ਥੋੜ੍ਹਾ ਸਿਖਾਉਂਦਾ ਨਾ। ਤਾਂ ਇਸ ਕਰਕੇ ਜਿਹੜਾ ਧਰਮ ਹੈ, ਕੀ ਧਾਰਨ ਕੀਤਾ ਤੁਸੀਂ, ਜਦੋਂ ਧਾਰਨ ਕਰੋਗੇ ਤਾਂ ਹੀ ਉਹ ਧਰਮ ਬਣੇਗਾ, ਨਹੀਂ ਤਾਂ ਬਾਕੀ ਤਾਂ ਗੱਲਾਂ ਨੇ ਜਿੰਨੀਆਂ ਮਰਜ਼ੀ ਕਰੀ ਜਾਓ। ਤੇ ਤੁਸੀਂ ਆਪਣੇ ਅੰਦਰ ਕੁਝ ਧਾਰਨ ਨਹੀਂ ਕੀਤਾ, ਤੁਹਾਡੀ ਇਹ ਗੱਲ ਤੋਂ ਬਿਲਕੁਲ ਦਿਖਦਾ ਪਿਆ, ਕਿਉਂਕਿ ਤੁਸੀਂ ਆਪਣੇ ਅੰਦਰ ਨਫ਼ਰਤ ਧਾਰਨ ਕੀਤੀ ਹੋਈ ਹੈ। ਔਰ ਤੁਸੀਂ ਕੋਈ ਮੌਕਾ ਨਹੀਂ ਛੱਡਦੇ ਕਿ ਇਸਲਾਮ ਦੇ ਖਿਲਾਫ ਤੁਸੀਂ ਇਹ ਮੌਕਾ ਮਿਲਿਆ ਤੇ ਤੁਸੀਂ ਇੱਥੇ ਆ ਕੇ ਗੱਲ ਕਰ ਦਿੱਤੀ ਤੇ ਸਭ ਨੂੰ ਭੁਗਤਣਾ ਪੈ ਰਿਹਾ। ਸ਼ਾਇਦ ਇਹ ਤੁਹਾਨੂੰ ਆਦਤ ਹੈਗੀ, ਇਸ ਤੋਂ ਪਹਿਲਾਂ ਵੀ ਤੁਸੀਂ ਕਿਤੇ ਇਹੋ ਜਿਹੀਆਂ ਗੱਲਾਂ ਕਰਦੇ ਹੋਵੋਗੇ, ਇਹੋ ਜਿਹੀ ਸੋਚ ਰੱਖਦੇ ਹੋਵੋਗੇ, ਉਹਦਾ ਪ੍ਰਦਰਸ਼ਨ ਵੀ ਕਰਦੇ ਹੋਵੋਗੇ, ਲੋਕਾਂ ਦੀ ਨਜ਼ਰ ਨਹੀਂ ਚੜੀ, ਅੱਜ ਚੜ੍ਹ ਗਈ ਤੇ ਪੂਰਾ ਇਸਲਾਮਿਕ ਵਰਡ ਖੜਾ ਹੋ ਗਿਆ। ਇੱਥੋਂ ਤੱਕ ਹੋ ਗਿਆ ਕਿ ਜਿਹੜੀਆਂ ਭਾਰਤ ਦੀਆਂ ਪ੍ਰੋਡਕਟਸ ਨੇ ਉਹ ਵੀ ਕਈ ਕੰਪਨੀਆਂ ਨੇ, ਕਈ ਮਾਲਸ ਨੇ ਵਿਦੇਸ਼ਾਂ ਦੇ ਵਿੱਚ, ਇਸਲਾਮਿਕ ਵਿਦੇਸ਼ਾਂ ਦੇ ਵਿੱਚ, ਉਹ ਭਾਰਤ ਦੀਆਂ ਪ੍ਰੋਡਕਟਸ ਹਟਾ ਦਿੱਤੀਆਂ, ਬਾਈਕਾਟ ਕਰ, ਅਸੀਂ ਬਾਈਕਾਟ ਕਰਦੇ ਹਾਂ। ਉਹਨੇ ਕਿਹਨੂੰ ਨੁਕਸਾਨ ਹੋਇਆ? ਵਪਾਰ ਦਾ। ਮਤਲਬ ਇਹ ਹੈ ਕਿ ਜੋ ਨੂਪੁਰ ਜੀ ਦੀ ਗੱਲ ਕਰੋ, ਚਾਹੇ ਨਵੀਨ ਜੀ ਦੀ ਗੱਲ ਕਰੋ, ਇਹਨਾਂ ਨੂੰ ਆਦਤ ਹੋਏਗੀ ਨਾ ਕਿ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਕਰਦੇ ਹੋਣਗੇ। ਯਕਦਮ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਇਦਾਂ ਦੀ ਗੱਲ ਕਰਦੇ ਹੋ ਜੋ ਇਸਲਾਮ ਦੇ ਤੇ ਮੁਹੰਮਦ ਸਾਹਿਬ ਦੇ ਵਿਰੁੱਧ ਜਾਂਦੀ ਹੈ। ਤੁਹਾਡੀ ਸੋਚ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ ਐਗਜ਼ਿਸਟ ਕਰਦੀ ਹੈ, ਉਹ ਹੈਗੀ ਆ। ਤੁਸੀਂ ਪਹਿਲਾਂ ਵੀ ਇਹੋ ਜਿਹੀਆਂ ਗੱਲਾਂ ਕਰਦੇ ਹੋਵੋਗੇ, ਬਿਆਨ ਦਿੰਦੇ ਹੋਗੇ, ਹੋ ਸਕਦਾ ਸੌਫਟ ਦਿੰਦੇ ਹੋ, ਸੌਫਟ ਬਿਆਨ ਤੋਂ ਤੁਸੀਂ ਇਸ ਵਕਤ ਹਾਰਡ ਬਿਆਨ ਦਿੱਤਾ ਹੈ, ਉਹ ਨੋਟਿਸ ਹੋ ਗਿਆ। ਹੁਣ ਦੇਖੋ ਕਿੱਥੋਂ ਤੱਕ ਕਿੰਨੀਆਂ ਗੱਲਾਂ ਜਾ ਰਹੀਆਂ ਨੇ। ਔਰ ਦੂਜੀ ਗੱਲ ਇਹ ਹੈ ਕਿ ਬੀਜੇਪੀ ਨੂੰ ਜਦੋਂ ਪਤਾ ਹੈ ਕਿ ਉਹਨਾਂ ਨੇ ਇਦਾਂ ਦਾ ਬਿਆਨ ਦਿੱਤਾ ਤਾਂ ਪਹਿਲਾਂ ਕਿਉਂ ਨਹੀਂ ਐਕਸ਼ਨ ਲੈ ਲਿਆ? ਐਕਸ਼ਨ ਉਦੋਂ ਲਿੱਤਾ ਜਦੋਂ ਵਰਲਡ ਲੈਵਲ ਦੇ ਉੱਤੇ ਵਿਰੋਧ ਹੋ ਰਿਹਾ, ਉਦੋਂ ਤੁਸੀਂ ਐਕਸ਼ਨ ਲੈ ਕੇ ਦੋਵਾਂ ਨੂੰ ਸਸਪੈਂਡ ਕੀਤਾ ਹੋਇਆ ਹੈ।
ਸੋ ਇਹ ਕਿਤੇ ਨਾ ਕਿਤੇ ਗੱਲਾਂ ਨੇ ਜਿਹੜੀਆਂ ਇਹ ਸਾਹਮਣੇ ਆਉਂਦੀਆਂ ਪਈਆਂ ਨੇ, ਜੋ ਮਾਨਸਿਕ ਦਸ਼ਾ ਸਮਝਾਉਂਦੀਆਂ ਪਈਆਂ ਨੇ ਕਿ ਇਹ ਕਿਸ ਮਨੋਦਸ਼ਾ ਦੇ ਨਾਲ ਰਾਜਨੀਤੀ ਖੇਡਦੇ ਪਏ ਨੇ। ਪਰ ਇਹ ਇਸ ਵੇਲੇ ਮਾਮਲਾ ਜਿਹੜਾ ਨਾ ਇਹ ਅੰਤਰਰਾਸ਼ਟਰੀ ਤੌਰ ਤੇ ਬਾਹਰਲੇ ਦੇਸ਼ਾਂ ਤੱਕ ਪਹੁੰਚ ਗਿਆ। ਜਦੋਂ ਕਿ ਆਪਣੇ ਹਿੰਦੁਸਤਾਨ 'ਚ ਗੱਲ ਹੋਈ ਆ, ਜਿਹਦੇ 'ਚ ਜਦੋਂ ਕਿ ਚਲਾਇਆ ਇਹਨਾਂ ਨੇ ਗਿਆਨ ਵਿਆਪੀ, ਇੱਕ ਹੋ ਗਿਆ ਮਥੁਰਾ ਦੇ ਗਿਆ, ਜਿਹਦੇ 'ਚ ਉਹਨਾਂ ਨੇ ਕਿਹਾ ਸ਼ਿਵਲਿੰਗ ਨਜ਼ਰ ਆ ਰਿਹਾ, ਜਿਹਦੇ 'ਚ ਮਥੁਰਾ ਤੋਂ ਵੀ ਹੈ, ਗਿਆਨ ਵਿਆਪੀ ਵੀ ਹੈ, ਔਰ ਉਹਦੇ 'ਚ ਇਹਨਾਂ ਨੇ ਬਲਡੋਜ਼ਰ ਵੀ ਕਈ ਜਗ੍ਹਾ 'ਤੇ ਚੱਲਿਆ। ਔਰ ਉਹਦੇ 'ਚ ਇਹ ਕਿਹਾ ਕਿ ਇੱਕ ਮਾਈਨੋਰਿਟੀ ਜਿਹੜੀ ਘੱਟ ਗਿਣਤੀ ਦੇ ਮੁਸਲਿਮ ਆ ਉਹਨਾਂ ਨੂੰ ਤੰਗ ਕੀਤਾ ਗਿਆ। ਚਲੋ ਉਹਦੇ 'ਚ ਇਹ ਤਾਂ ਆਪਣੇ ਹਿੰਦੁਸਤਾਨ ਦੀ ਗੱਲ ਹੈ, ਇਹਦੇ 'ਚ ਨਿਪਟਾਰਾ ਗੌਰਮੈਂਟ ਕਰ ਲੈਂਦੀ ਆ, ਸੂਬਾ ਸਰਕਾਰ ਕਰ ਲੈਂਦੀ ਆ, ਜੁਡੀਸ਼ਰੀ ਕਰ ਲੂਗੀ। ਉਹਦੇ 'ਚ ਤਾਂ ਇਹ ਆਪਣੇ ਦੇਸ਼ ਦੀ ਹੈ ਇੰਟਰਨਲ ਮਾਮਲਾ। ਜਿਹੜਾ ਐਕਸਟਰਨਲ ਆ ਉਹਨੂੰ ਜੇ ਪਾਪਣਾ ਹੋਵੇ ਜਾਂ ਉਹਨੂੰ ਨਾਪਣਾ ਹੋਵੇ, ਉਹਦਾ ਮੈਜ਼ਰਮੈਂਟ ਕੁਝ ਹੋ ਰਿਹਾ। ਉਸ ਦੇ ਵਿੱਚ ਹੈਗਾ ਕਿ ਉਹਦੇ 'ਚ ਬਹੁਤ ਦੇਸ਼ ਇਨਵੋਲਵ ਆ, ਉਹਦੇ 'ਚ ਇੱਕ ਕਮਿਊਨਿਟੀ ਇਨਵੋਲਵ ਆ। ਜਦੋਂ ਇਹ ਵਿਸ਼ਾ ਇਸ ਤਰੀਕੇ ਨਾਲ ਆ ਜਾਂਦਾ ਤੈਨੂੰ ਕੰਟਰੋਲ 'ਚ ਕਰਨਾ ਔਖਾ ਵੀ ਲੱਗੂਗਾ। ਇਸ ਕਰਕੇ ਹੈਗਾ ਕਿ ਇਹਨਾਂ ਦੇਖੋ ਦੋ ਜਿਹੜੇ ਆ ਕੰਮ ਕਰਨ ਵਾਲੇ ਮੀਡੀਆ ਇੰਚਾਰਜ ਆ, ਉਹ ਉਹਦੇ 'ਚੋਂ ਵੀ ਕੰਮ ਕਰ ਰਹੇ ਆ, ਨੂਪੁਰ ਜੀ। ਉਹਨਾਂ ਨੇ ਇੱਕ ਬੀਜੇਪੀ ਦਾ ਨਾਂ ਨੂੰ ਕਿੱਥੋਂ ਤੱਕ ਬਦਨਾਮ ਕਰ ਦਿੱਤਾ ਇੱਕ ਧਰਮ ਦੀ ਗੱਲ ਕਰਕੇ। ਔਰ ਧਰਮ ਦੀ ਗੱਲ ਦਾ ਜਦੋਂ ਕਿ ਉਹਦੇ 'ਚ ਕੋਈ ਵਿਸ਼ਾ ਨਹੀਂਗਾ, ਜਦੋਂ ਕਿ ਸਾਨੂੰ ਰਿਲੀਜਨ ਦੇ ਬਾਰੇ ਕੋਈ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ, ਤਾਂ ਕਿ ਲੋਕਾਂ ਦੇ ਅੰਦਰ ਇਸ ਤਰ੍ਹਾਂ ਦੀ ਭਾਵਨਾ ਪੈਦਾ ਨਾ ਹੋਵੇ। ਕਿਉਂਕਿ ਜਿਹੜਾ ਮੀਡੀਆ ਮੈਨ ਉਹਨੂੰ ਪਤਾ ਹੁੰਦਾ ਕਿ ਮੈਂ ਜਿਹੜੀ ਗੱਲ ਕਰ ਰਿਹਾ ਲੋਕਾਂ ਨੂੰ ਚੰਗੀ ਲੱਗੂ ਜਾਂ ਨਹੀਂ ਲੱਗੂਗੀ। ਔਰ ਉਦੋਂ ਪਹਿਲੋਂ ਜਿਹੜਾ ਇਹਦਾ ਸਕ੍ਰਿਪਟ ਬਣਾਇਆ ਜਾਂਦਾ ਤਾਂ ਕਿ ਵੇਖਿਆ ਜਾਵੇ, ਜਿਹੜੀ ਉਹਨਾਂ ਦੀ ਪਾਰਟੀ ਹੈ ਜਾਂ ਪਾਰਟੀ ਦੇ ਹੈੱਡ ਆ, ਉਹਨਾਂ ਨੂੰ ਵੇਖਣਾ ਚਾਹੀਦਾ ਵੀ ਇਹਨਾਂ ਕੀ ਬੋਲਣਾ। ਜੇ ਹੁਣ ਅਸੀਂ ਐਕਸਟੈਂਪਰ ਸਿੱਧੇ ਤੌਰ ਤੇ ਬੋਲਾਂਗੇ ਤਾਂ ਕੀ ਪਤਾ ਕੀ ਕੁਝ ਬੋਲੀ ਜੋ, ਕਿਉਂਕਿ ਲਾਈਵ ਚੱਲ ਰਿਹਾ। ਲਾਈਵ ਦੇ ਵਿੱਚ ਹੁਣ ਜੋ ਕੁਝ ਚੱਲ ਗਿਆ ਉਹ ਲੋਕਾਂ ਤੱਕ ਔਨ 에ਅਰ ਚਲੇ ਗਿਆ ਤਾਂ ਲੋਕਾਂ ਦੇ ਦਿਮਾਗ 'ਚ ਚਲੇਗੀ। ਹੁਣ ਇਹਦੇ ਵਿੱਚ ਦੇਖੋ ਸਿਰਫ ਹਿੰਦੁਸਤਾਨ 'ਚ ਕੋਈ ਇੱਦਾਂ ਦੀ ਗੜਬੜ ਨਹੀਂ ਹੋਈ, ਹਿੰਦੁਸਤਾਨ 'ਚ ਕਿਸੇ ਨੇ ਇਹਦਾ ਇਹਨਾਂ ਵਿਰੋਧ ਨਹੀਂ ਕੀਤਾ। ਜਦੋਂ ਹੋ ਗਿਆ ਗੱਲ, ਜਿਹੜੀਆਂ ਇੰਟਰਨੈਸ਼ਨਲ ਏਜੰਸੀਆਂ ਨੇ ਉਹਨਾਂ ਦੇ ਨੌਲੇਜ 'ਚ ਆ ਗਿਆ। ਹੁਣ ਉਹਨਾਂ ਨੇ ਇਹ ਗੱਲ ਉੱਥੋਂ ਤੱਕ ਪਹੁੰਚਾਤੀ ਹੈ ਕਿ ਹੁਣ ਅਸੀਂ ਇਹ ਗੱਲ ਨੂੰ ਇੱਕ ਨੇਪਰੇ ਚਾੜ ਕੇ ਰੱਖਾਂਗੇ, ਕਿਉਂਕਿ ਜਦੋਂ ਇਸ਼ੂ ਬਣ ਜਾਂਦਾ ਉਹਨੂੰ ਹੁਣ ਥੋੜ੍ਹਾ ਜਿਹਾ ਤੋੜਨਾ ਜਾਂ ਉਹਨੂੰ ਕੰਟਰੋਲ ਕਰਨਾ ਔਖਾ ਹੋਊਗਾ। ਕਿਉਂਕਿ ਇਹਦੇ ਵਿੱਚ ਇੱਕ ਹੋਰ ਗੱਲ ਸੁਣ ਲਓ, ਜਿਹਦੇ ਵਿੱਚ ਮੰਤਰੀ ਮੰਡਲ ਆ, ਸੀਨੀਅਰ ਮੰਤਰੀ ਆ ਉੱਥੇ ਬੈਠੇ, ਹੋਮ ਮਿਨਿਸਟਰ ਸਾਹਿਬ ਬੈਠੇ ਨੇ, ਪ੍ਰਧਾਨ ਮੰਤਰੀ ਸਾਹਿਬ ਨੇ, ਉਹਨਾਂ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਪ੍ਰਤੀਕਿਰਿਆ ਆਈ ਹੈ, ਜੇ ਰਿਐਕਸ਼ਨ ਆਇਆ ਤਾਂ ਉਹਨਾਂ ਪਾਰਟੀਆਂ ਦਾ ਆਇਆ, ਬਾਹਰਲੇ ਜਿਹੜੀਆਂ ਇਸਲਾਮਿਕ ਕੰਟਰੀ ਉਹਨਾਂ ਵੱਲੋਂ ਆਇਆ। ਜਦੋਂ ਕਿ ਇਹਨਾਂ ਨੂੰ ਨਾਲ ਲੱਗਦਾ ਤੱਤੇ ਕਾਈ ਇਹ ਕਹਿ ਦੇਣਾ ਚਾਹੀਦਾ ਕਿ ਜੋ ਹੋ ਗਿਆ ਇਹਦੇ ਲਈ ਅਸੀਂ ਮਾਫੀ ਮੰਗਦੇ ਹਾਂ, ਜੋ ਕੁਛ ਹੈਗਾ ਅੱਗੇ ਤੋਂ ਇਸ ਤਰ੍ਹਾਂ ਦਾ ਨਹੀਂ ਹੋਊਗਾ, ਅਸੀਂ ਪਾਰਟੀ 'ਚੋਂ ਨਿਸ਼ਕਰਸ਼ ਕਰਤਾ ਕੱਢ ਦਿੱਤਾ। ਇਹ ਗੱਲ ਬੜੀ ਹੋ ਸਕਦੀ ਹੈ, ਦੋ ਹਰਫਾਂ ਦੀ ਗੱਲ ਆ, ਇੱਕ ਨੁਕਤੇ 'ਤੇ ਆ ਕੇ ਗੱਲ ਮੁੱਕ ਸਕਦੀ ਹੈ, ਪਰ ਇਹਨੂੰ ਗੱਲ ਨੂੰ ਵਧਾਇਆ ਗਿਆ। ਗੱਲ ਇਹ ਨਾ ਸਰ ਕਿ ਕੁਝ ਸਮਝ ਨਹੀਂ ਆਉਂਦਾ ਕਿ ਇਹ ਕੀ ਗੇਮ ਖੇਡਣਾ ਚਾਹੁੰਦੇ ਨੇ ਔਰ ਚੁੱਪ ਨੇ। ਔਰ ਇਧਰੋਂ ਜਿਹੜੇ ਅੰਬੈਸਡਰਸ ਨੇ ਉਹਨਾਂ ਨੂੰ ਉੱਥੋਂ ਦੀਆਂ ਸਰਕਾਰਾਂ ਜਿਹੜੇ ਮੁਲਕ 'ਚ ਉਹ ਤਾਇਨਾਤ ਨੇ ਉਹਨਾਂ ਨੂੰ ਬੁਲਾ ਰਹੀਆਂ ਨੇ, ਉਹਨਾਂ ਨਾਲ ਗੱਲਬਾਤ ਕਰ ਰਹੀਆਂ ਨੇ। ਹੁਣ ਦੱਸੋ ਉਹ ਕੀ ਜਵਾਬ ਦੇਣ? ਉਹ ਤਾਂ ਇਨਵੋਲਵ ਨਹੀਂ ਹੈਗੇ ਕਿਸੇ ਤਰੀਕੇ ਨਾਲ, ਉਹਨਾਂ ਨੂੰ ਤਾਂ ਜਵਾਬ ਦੇਣਾ ਪੈ ਰਿਹਾ। ਹੁਣ ਉਹ ਕੀ ਜਸਟੀਫਾਈ ਕਰਨਗੇ ਇਸ ਗੱਲ ਨੂੰ? ਜਿੱਥੇ ਗਲਤੀ ਉਹ ਗਲਤੀ ਹੈ, ਗਲਤੀ ਮੰਨਣਗੇ। ਬਿਲਕੁਲ ਹੈ ਗਲਤੀ ਹੈ, ਗਲਤੀ ਇਹਨੂੰ ਮੰਨਣਾ ਚਾਹੀਦਾ, ਕਿਉਂਕਿ ਮੀਡੀਆ ਤੇ ਔਨ 에ਅਰ ਗਿਆ ਔਰ ਸਾਰੇ ਲੋਕਾਂ ਤੱਕ ਗੱਲ ਪਹੁੰਚ ਗਈ ਰਿਕਾਰਡ 'ਚ। ਜੇ ਕਈ ਵਾਰੀ ਗੱਲ ਤੁਸੀਂ ਮੌਖਿਕ ਜਿਸ ਜ਼ੁਬਾਨੀ ਕਹਿੰਦੇ ਆ, ਜ਼ੁਬਾਨੀ ਕਰ ਰਹੇ ਜੇ, ਉਹਦਾ ਕੋਈ ਡਰ ਨਹੀਂ ਹੁੰਦਾ। ਤੁਸੀਂ ਮੈਂ ਬੈਠੇ ਕਿਤੇ ਬਾਹਰ ਚੁਰਾਹੇ 'ਚ ਬੈਠੇ ਗੱਲਾਂ ਕੀਤੀਆਂ, ਲੜ ਪਏ, ਕਿ ਕੁਛ ਹੋਇਆ, ਜੇ ਵੀਡੀਓ 'ਚ ਆ ਗਈ ਗੱਲ ਉਹ ਪ੍ਰੂਫ ਹੈ। ਅੱਜ ਵੀ ਜੇ ਅਸੀਂ ਗੱਲਾਂ ਕਰਦੇ ਹਾਂ, ਜੇ ਕੋਈ ਪੁਲਿਸ ਵਾਲਾ ਆਫੀਸਰ ਪੈਸੇ ਮੰਗ ਰਿਹਾ ਕਿਸੇ ਕੋਲ ਤਾਂ ਵੀਡੀਓ ਬਣ ਗਈ ਤਾਂ ਕਦੇ ਵੀ ਨਹੀਂ ਮੁਕਰੂਗਾ। ਕੋਰਟ ਕੋ ਗਵਾਹੀ ਦੇਣ ਦੀ ਲੋੜ ਨਹੀਂ, ਵੀਡੀਓ ਜਿਹੜੀ ਉਹ ਇੱਕ ਬਿਲਕੁਲ ਸਾਖੀ ਤੌਰ ਤੇ ਗਵਾਹ। ਇਸੇ ਤਰ੍ਹਾਂ ਜੇ ਕਿਸੇ ਬਾਹਰ ਤੁਸੀਂ ਲੜ ਰਹੇ ਜੇ, ਝੂਠ ਬੋਲਿਆ ਜਾਂ ਕੁਝ ਕੀਤਾ, ਤੁਹਾਡੀ ਵੀਡੀਓ ਬਣ ਗਈ। ਇਸ ਵੇਲੇ ਯੁੱਗ ਕੀ ਹੈਗਾ? ਸੋਸ਼ਲ ਮੀਡੀਆ ਦਾ ਯੁੱਗ ਹੈਗਾ। ਯੁੱਗ ਇਸ ਤਰ੍ਹਾਂ ਦਾ ਹੈਗਾ ਕਿ ਤੁਸੀਂ ਗੱਲ ਕਰਕੇ ਮੁੱਕਰ ਨਹੀਂ ਸਕਦੇ। ਪਹਿਲੀ ਗੱਲ ਤਾਂ ਤੁਸੀਂ ਗੱਲ ਤਰੀਕੇ ਨਾਲ ਕਰੋ, ਰੋਕ ਕੇ ਕਰੋ, ਧਿਆਨ ਨਾਲ ਕਰੋ। ਪਰ ਜੇ ਤੁਸੀਂ ਵਾਹ ਬੋਲੋਗੇ, ਵਾਧੂ ਬੋਲੋਗੇ, ਔਖਾ ਬੋਲੋਗੇ, ਉਹ ਸਾਰਾ ਕੁਝ ਤੁਹਾਡੇ ਤੋਂ ਨਿਕਲੀ ਮੂੰਹ ਤੋਂ ਗੱਲ ਆਂਦੇ। ਇੱਕ ਵਾਰੀ ਜਿਹੜਾ ਤੀਰ ਚੱਲਿਆ ਉਹ ਵਾਪਸ ਨਹੀਂ ਆਉਂਦਾ, ਜ਼ੁਬਾਨ ਦੀ ਗੱਲ ਕੀਤੀ ਵਾਪਸ ਨਹੀਂ ਆਉਂਦੀ, ਜੋ ਗਿਆ ਉਹ ਚੀਜ਼ ਹੈਗੀ ਆ। ਇਸ ਕਰਕੇ ਇਹਨਾਂ ਨੂੰ ਥੋੜਾ ਸੋਚਣਾ ਚਾਹੀਦਾ। ਕਹਿੰਦੇ ਹੋਣਗੇ ਅਸੀਂ ਆਪਣੇ ਸ਼ਬਦ ਵਾਪਸ ਲੈਣੇ, ਪਤਾ ਨਹੀਂ ਇਹ ਕੀ ਟੈਕਨੀਕ ਹੈ। ਬੋਲਣ ਤੋਂ ਬਾਅਦ ਸਭ ਕੁਝ ਕਹਿਣ ਤੋਂ ਬਾਅਦ ਅਸੀਂ ਆਪਣੇ ਸ਼ਬਦ ਵਾਪਸ ਲੈਣੇ, ਉਹ ਕਿੱਦਾਂ ਲਓਗੇ? ਉਹ ਤਾਂ ਚਲੇ ਗਏ। ਜਿਹੜੀ ਚੀਜ਼ ਅੱਗੇ ਜਾ ਕੇ ਜ਼ਖਮ ਕਰ ਗਈ ਉਹ ਤਾਂ ਗਈ ਗੱਲ ਵੀ, ਤੇ ਗਾਲ ਜ਼ਖਮ ਕਰ ਜਾਂਦੀ ਹੈ। ਕਮਾਨ ਚੋਂ ਨਿਕਲਿਆ ਤੀਰ ਤੇ ਜ਼ੁਬਾਨ ਚੋਂ ਨਿਕਲਿਆ ਸ਼ਬਦ ਮੁੜ ਕੇ ਨਹੀਂ ਆਉਂਦਾ, ਪਰ ਇਹ ਸ਼ਬਦ ਵਾਪਸ ਲੈ ਲੈਂਦੇ ਨੇ। ਪਤਾ ਨਹੀਂ ਇਹ ਕਿਹੜੀ ਤਕਨੀਕ ਹੈ ਇਹਨਾਂ ਦੇ ਕੋਲ ਸ਼ਬਦ ਵਾਪਸ ਲੈਣ ਦੀ। ਸੋ ਦੂਸਰੀ ਗੱਲ ਹੁਣ ਆਪਾਂ ਅਗਲੀ ਵਿਦੇਸ਼ੀ ਧਰਤੀ ਤੋਂ ਜਿਹੜੀ ਗੱਲ ਲੈਣੀ ਹੈ ਉਹ ਇਹ ਹੈ ਕਿ ਠੀਕ ਹੈ, ਯੁੱਧ ਚੱਲਦਾ ਪਿਆ ਯੂਕਰੇਨ ਤੇ ਰਸ਼ੀਆ ਦਾ, ਤੇ ਬਾਕੀ ਦੇਸ਼ਾਂ ਦੀ ਇਕਨੋਮੀ ਦੇ ਉੱਤੇ ਜੋ ਅਸਰ ਪੈਂਦਾ ਪਿਆ। ਗੱਲ ਇਹ ਹੈ ਕਿ ਡਾਲਰ ਦੇ ਮੁਕਾਬਲੇ ਦੇ ਵਿੱਚ ਰੁਪਈਆ ਡਾਊਨ ਹੈ।
ਔਰ ਟੁੱਟ ਰਿਹਾ ਹੈ। ਬਿਲਕੁਲ। ਸੋ ਇਸ ਵਕਤ ਅਥਾਰਟੀਜ਼ ਵੱਲੋਂ ਇਹ ਸਟੇਟਮੈਂਟਸ ਆ ਰਹੀਆਂ ਨੇ ਕਿ ਸਨ 2030 ਤੱਕ ਸਭ ਕੁਝ ਠੀਕ ਹੋ ਜਾਏਗਾ। ਹੁਣ ਇਹ ਪੁੱਛੋ ਕਿੱਦਾਂ, ਕਿਸ ਆਧਾਰ ਤੇ ਕਹਿ ਰਹੇ ਹੋ? ਜੇ 8 ਸਾਲ ਪਿੱਛੇ ਜਾਈਏ ਤਾਂ ਉੱਥੋਂ ਡਾਊਨਫਾਲ ਸ਼ੁਰੂ ਹੋਈ ਜਦੋਂ ਬੀਜੇਪੀ ਨੇ 2014 ਦੇ ਵਿੱਚ ਸਿਆਸਤ ਸੰਭਾਲੀ ਹੈ, ਵਜ਼ਾਰਤ ਸੰਭਾਲੀ ਹੈ ਸੈਂਟਰ ਦੀ। ਉਦੋਂ ਜੋ ਰੁਪਏ ਦੀ ਕੀਮਤ ਸੀ ਡਾਲਰ ਦੇ ਮੁਕਾਬਲੇ 55 ਤੋਂ 60 ਸੀਗੀ, ਹੁਣ 75 ਤੋਂ 80 ਤੱਕ ਟੁੱਟਦਾ ਪਿਆ। ਇਤਨਾ ਡਾਊਨ ਜਾ ਰਿਹਾ। ਔਰ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਐਕਸਪੋਰਟ ਕਰਾਂਗੇ ਦੂਸਰੇ ਦੇਸ਼ਾਂ ਨੂੰ ਭੇਜਾਂਗੇ, ਉਹ ਅਮਰੀਕਨ ਡਾਲਰਸ ਦੇ ਵਿੱਚ ਜਦੋਂ ਸਾਰੀ ਡੀਲਿੰਗ ਹੋਏਗੀ ਉੱਥੇ ਸਾਨੂੰ ਘਾਟਾ ਪਏਗਾ ਕਿਉਂਕਿ ਸਾਡਾ ਰੁਪਈਆ ਛੋਟਾ ਹੈ। ਤੇ ਜਦੋਂ ਅਸੀਂ ਖਰੀਦਾਂਗੇ, ਇੰਪੋਰਟ ਕਰਾਂਗੇ, ਉੱਥੋਂ ਸਾਨੂੰ ਵੱਧ ਦੇਣਾ ਪਏਗਾ ਕਿਉਂਕਿ ਰੁਪਈਆ ਫਿਰ ਛੋਟਾ ਹੈ। ਤਾਂ ਦੇਣਾ ਵੀ ਮਹਿੰਗਾ, ਲੈਣਾ ਵੀ ਮਹਿੰਗਾ। ਅਸੀਂ ਤੇ ਡਬਲ 'ਚ ਆ ਗਏ, ਡਬਲ ਲਾਸ ਹੋ ਗਿਆ। ਮਤਲਬ ਜੇ ਅਸੀਂ ਇਦਾਂ ਲਗਾ ਕੇ ਚੱਲੀਏ ਕਿ $1 ਬਰਾਬਰ 77 ਰੁਪਏ, ਤਾਂ ਖਰੀਦਣ ਲੱਗੇ ਵੀ 77 ਤੇ ਵੇਚਣ ਲੱਗੇ ਵੀ 77, ਤੇ 77 ਜਮਾ 77 ਕਿੱਥੇ ਪਹੁੰਚ ਗਏ? 140 ਤੇ 14 ਹੋਰ ਪਾਓ 154, 154 ਤੇ ਚਲੇ ਗਏ। ਤੇ ਜਿਹੜਾ ਬੈਲੈਂਸ ਆਫ ਪੇਮੈਂਟਸ ਬਣਿਆ ਉਹਦਾ ਕੀ ਹਾਲਤ ਹੋਏਗਾ ਜਿੱਥੇ ਅਸੀਂ 154 ਦੇ ਘੱਟ ਤੇ ਖੇਡਦੇ ਪਏ ਹਾਂ। ਸੋ ਫਿਰ ਤੁਸੀਂ 2030 ਦੇ ਵਿੱਚ ਇਕਨੋਮੀ ਨੂੰ ਕਿੱਦਾਂ ਸਟਰੋਂਗ ਕਰਦੇ ਪਏ ਹੋ, ਇਹ ਗੱਲ ਸੋਚ ਤੋਂ ਬਾਹਰ ਹੈ। ਇਕਨੋਮਿਸਟ ਇਸ ਗੱਲ ਦੀ ਹਾਮੀ ਨਹੀਂ ਭਰਦੇ ਕਿਉਂਕਿ ਸਾਡੀ ਅਰਥ ਵਿਵਸਥਾ ਜਿਹੜੀ ਹੈ ਨਾ ਕੁਛ ਨਾ ਕੁਛ ਡਗਮਗਾਈ ਹੋਈ ਹੈ ਕੋਵਿਡ ਤੋਂ ਬਾਅਦ ਤੇ ਖਾਸ ਕਰਕੇ। ਹੁਣ ਉਹ ਤਾਂ ਹੀ ਪ੍ਰਾਈਵੇਟਾਈਜੇਸ਼ਨ ਦੇ ਉੱਤੇ ਜ਼ੋਰ ਦਿੱਤਾ ਹੋਇਆ ਤਾਂ ਕਿ ਸਭ ਕੁਝ ਵੇਚ ਕੇ ਜਿਹੜਾ ਪੈਸਾ ਲਿੱਤਾ ਜਾ ਸਕੇ ਉਹ ਰੱਖਿਆ ਜਾਵੇ ਖਜ਼ਾਨੇ ਦੇ ਵਿੱਚ। ਪਰ ਉਹ ਖਜ਼ਾਨੇ ਦੇ ਵਿੱਚ ਕਿੱਥੋਂ ਹੈ? ਉਸ ਤੋਂ ਇਲਾਵਾ ਤਾਂ ਇੰਨੇ ਵੱਡੇ ਵੱਡੇ ਖਰਚੇ ਰੱਖੇ ਹੋਏ ਨੇ, ਕੁਛ ਦਾ ਕੁਛ ਖਰੀਦਣਾ, ਕੁਛ ਦਾ ਕੁਛ ਬਣਾਉਣਾ ਹੈ। ਪਤਾ ਨਹੀਂ ਉਹਦੀ ਲੋੜ ਵੀ ਹੈ ਕਿ ਨਹੀਂ ਹੈ। ਜਿਸ ਭਾਰਤ ਦੇ ਵਿੱਚ ਇੰਡੈਕਸ ਇਹ ਹੈ ਕਿ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉੱਥੇ ਅਸੀਂ ਇਹੋ ਜਿਹੇ ਖਰਚੇ ਕਰੀਏ ਜਿਨ੍ਹਾਂ ਦੀ ਕੋਈ ਲੋੜ ਨਹੀਂ, ਤਾਂ ਇਹ ਗੰਭੀਰ ਮਸਲਾ ਹੋ ਜਾਂਦਾ ਹੈ। ਇਹ ਸੋਚਣ ਵਾਲੀ ਗੱਲ ਹੋ ਜਾਂਦੀ ਹੈ ਕਿ ਇਹਦੇ ਪਿੱਛੇ ਕਿਹੜੀ ਸੋਚ ਕੰਮ ਕਰਦੀ ਪਈ ਹੈ ਕਿ ਤੁਹਾਨੂੰ ਲੋਕਾਂ ਦੀ ਪਰਵਾਹ ਨਹੀਂ, ਦੇਸ਼ ਦੀ ਪਰਵਾਹ ਨਹੀਂ। ਤੁਹਾਨੂੰ ਮਤਲਬ ਇਹ ਖਰਚਿਆਂ ਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਪਲੈਨਿੰਗਸ, ਕੋਈ ਯੋਜਨਾਬੰਦੀ, ਕੋਈ ਸੋਚਣਾ ਚਾਹੀਦਾ ਹੈ। ਆਫਟਰ ਆਲ ਪਬਲਿਕ ਤੋਂ ਵੀ ਪੁੱਛ ਲਵੋ ਵੀ ਇਹ ਕਰ ਲਈਏ, ਇਹ ਬਣਾ ਲਈਏ, ਕਿਉਂਕਿ ਪੈਸਾ ਤਾਂ ਪਬਲਿਕ ਦਾ ਹੀ ਹੈ ਨਾ। ਸੋ ਇਹ ਸਾਰੀਆਂ ਤਮਾਮ ਗੱਲਾਂ ਦੇਖਦੇ ਹੋਏ ਜਦੋਂ ਇਕਨੋਮੀ ਦੇ ਉੱਤੇ ਗੱਲ ਆਉਂਦੀ ਹੈ ਕਿ ਇੱਕ ਪਾਸੇ ਇਹਨਾਂ ਨੇ ਕਿਹਾ ਸੀ $5 ਟ੍ਰਿਲੀਅਨ ਦੀ ਇਕਨੋਮੀ ਬਣਾਵਾਂਗੇ, ਉਹ ਕਿੱਥੇ ਹੈਗੀ ਹੈ? ਉਹਦੇ ਵਾਸਤੇ ਤਾਂ ਕੋਈ ਅਸਾਰ ਵੀ ਨਜ਼ਰ ਨਹੀਂ ਆ ਰਹੇ। ਇਸ ਵਕਤ ਇਹ ਲੱਗਦਾ ਪਿਆ ਕਿ ਜਿਹੜੀ ਚੱਲਦੀ ਪਈ ਹੈ ਇਹ ਵੀ ਡਗਮਗਾਈ ਹੋਈ ਹੈ, ਇਹਨੇ ਅੱਗੇ ਕਿਵੇਂ ਤੁਰਨਾ ਹੈ, ਇਹ ਵੀ ਸੋਚਾਂ ਪਈਆਂ ਹੋਈਆਂ ਨੇ। ਬਿਲਕੁਲ ਗੱਲ ਹੈ ਕਿ ਜਦੋਂ ਕਹਿੰਦੇ ਨੇ ਸਿਆਣੇ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਬਿਲਕੁਲ ਸਹੀ। ਕਿਉਂਕਿ ਲੋਕ ਇਸ ਵੇਲੇ ਪੜ੍ਹੇ ਲਿਖੇ ਆ ਔਰ ਇਕਨੋਮਿਕਸ ਪੜ੍ਹਦੇ ਆ, ਜਾਣਦੇ ਆ, ਔਰ ਖਾਸ ਕਰਕੇ ਜਿਹੜੀ ਸਾਡੇ ਕੋਲ ਨਵੀਂ ਪੀੜ੍ਹੀ ਹੈ, ਯੂਥ ਨੇ, ਉਹ ਬਿਲਕੁਲ ਜਾਣੂਕਾਰ ਨੇ ਕਿ ਜਾਣਦੇ ਆ ਕਿ ਇਹਨਾਂ ਨੇ ਜੋ ਕੁਝ ਇਸ ਵੇਲੇ ਇਹਨਾਂ ਦੀ ਗਰੋਥ ਰੇਟ ਆ ਇੰਡੀਆ ਦੀ, ਉਹ ਨਹੀਂ ਹੈਗੀ ਜੋ ਇਹ ਦੱਸਦੇ ਆ। ਬਿਲਕੁਲ ਸਹੀ। ਜਿਸ ਤਰ੍ਹਾਂ ਜਿਸ ਟਾਈਮ 'ਤੇ ਮਨਮੋਹਨ ਸਿੰਘ ਜੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸੀ, ਉਹ ਗਰੋਥ ਰੇਟ ਹੋਰ ਸੀਗੀ। ਉਦੋਂ ਤੱਕ ਉਹ ਇਕਨੋਮਿਕਸ ਆਪ ਜਾਣਦੇ ਸੀ, ਪੜ੍ਹੇ ਲਿਖੇ ਸੀ, ਉਹਨਾਂ ਨੂੰ ਖੁਦ ਪਤਾ ਸੀਗਾ ਕਿ ਇਹ ਢਹਿੰਦੀਆਂ ਕਲਾਂ ਵੱਲ ਕਦੋਂ ਹਿੰਦੁਸਤਾਨ ਨੂੰ ਜਾ ਰਿਹਾ ਹੈ, ਇੰਡੀਆ ਨੂੰ ਕਿਸ ਤਰ੍ਹਾਂ ਬਚਾਉਣਾ, ਕੀ ਕਰਨਾ ਹੈਗਾ। ਇਹਦੇ ਵਿੱਚ ਹੁਣ ਜਿਹੜੀ ਹੈ ਸਾਡੇ ਭਾਸ਼ਣ ਪ੍ਰਤੀਯੋਗਤਾ ਵਾਲੀ ਗੱਲ ਹੀ ਹੈ, ਭਾਸ਼ਣ ਹੀ ਹੁੰਦਾ, ਉਹਦੇ 'ਚ ਇਹ ਨਹੀਂ ਸਮਝ ਆਉਂਦੀ ਕਿ ਗਰੋਥ ਰੇਟ ਕਿੱਥੇ ਆ ਔਰ ਇਹਦੇ 'ਚ ਕਿਉਂ ਥੱਲੇ ਜਾ ਰਿਹਾ। ਇਹਦੇ 'ਚ ਵੀ ਕਈ ਨੁਕਤੇ ਹੈਗੇ ਆ। ਨਾ ਤਾਂ ਐਗਰੀਕਲਚਰ ਸਾਡੀ ਉੱਥੇ ਪਹੁੰਚ ਸਕੀ ਹੈ, ਨਾ ਇੰਡਸਟਰੀ ਹੈ ਜਿਨ੍ਹਾਂ ਨੇ ਸਾਡੇ ਆਰਥਿਕ ਪਾੜੇ ਨੂੰ, ਜਿਨ੍ਹਾਂ ਨੇ ਸਾਡੀ ਆਰਥਿਕ ਵਿਵਸਥਾ ਨੂੰ ਉੱਪਰ ਲੈ ਕੇ ਜਾਣਾ, ਉਹ ਇਹ ਚੀਜ਼ਾਂ ਨੇ। ਇੰਡਸਟਰੀ ਹੈ ਨਹੀਂ। ਜਿਹੜੀ ਸਾਡੀ ਐਗਰੀਕਲਚਰ ਆ ਉਹਦਾ ਵੀ ਕੰਮ ਉਸੇ ਤਰ੍ਹਾਂ ਦਾ ਹੈਗਾ। ਬਾਕੀ ਸਾਡੇ ਜਿਹੜੀਆਂ ਚੀਜ਼ਾਂ ਅਸੀਂ ਬਾਹਰ ਭੇਜਦੇ ਹਾਂ ਕਰਦੇ ਬਾਹਰਲੇ ਦੇਸ਼ਾਂ ਨੂੰ, ਉਹ ਕੋਈ ਸਾਡੇ ਕੋਲ ਖਾਸ ਹੈ ਨਹੀਂ। ਅਸੀਂ ਕੋਈ ਇੱਥੇ ਕੋਈ ਡਰਾਈ ਫਰੂਟ ਦਾ ਕੰਮ ਨਹੀਂ ਕਰ ਰਹੇ। ਅਫਗਾਨਿਸਤਾਨ ਦਾ ਦੇਖੋ ਕਿੰਨਾ ਜਿਹੜਾ ਡਰਾਈ ਫਰੂਟ ਆ ਬਾਹਰ ਜਾ ਕੇ ਬਿਲਕੁਲ ਸਹੀ ਗੱਲ ਹੈ ਵੇਚਦੇ ਆ ਉਹਨਾਂ ਕੋਲ। ਸਾਡੇ ਕੋਲ ਕੀ ਚੀਜ਼ਾਂ ਹੈਗੀਆਂ? ਸਾਡੇ ਕੋਲ ਤਾਂ ਕਣਕ ਵੀ ਜਿਹੜੀ ਆ ਉਨੀ ਕੁ ਸਮਰੱਥਾ ਦੀ ਹੈ ਕਿ ਕਣਕ ਦਾ ਜਿਹੜਾ ਵੀ ਪੈਦਾਵਾਰ ਘਟ ਗਈ ਹੈ। ਇਸ ਕਰਕੇ ਘਟੀ, ਮੀਂਹ ਨਹੀਂ ਪਿਆ, ਬਾਰਿਸ਼ ਨਹੀਂ ਪਈ, ਉਹ ਦਾਣੇ ਸੁੱਕ ਗਏ ਆ। 18% ਕਣਕ ਦਾ ਜਿਹੜਾ ਗਰੋਥ ਸੀ ਉਹ ਥੱਲੇ ਡਿੱਗ ਪਈ। ਉਹ ਤੋਂ ਬਾਅਦ ਝੋਨੇ 'ਤੇ ਵੀ ਇਹੀ ਗੱਲ ਹੋ ਗਈ ਕਿਉਂਕਿ ਮੀਂਹ ਅਜੇ ਪੂਰੇ ਨਹੀਂ ਪੈਣਗੇ। ਸਿੱਧੀ ਬਿਜਾਈ ਕਰ ਰਹੇ ਆ, ਉਹਦੇ 'ਚ ਵੀ ਪੈਦਾਵਾਰ ਘਟ ਜੂਗੀ। ਰਹਿ ਗਈਆਂ ਦਾਲਾਂ ਵੀ ਪੂਰੀਆਂ ਲੋਕ ਨਹੀਂ ਬੀਜਦੇ। ਸੂਰਜਮੁਖੀ ਦੀ ਕਾਸ਼ਤ ਨਹੀਂ ਹੋ ਰਹੀ। ਇਹ ਮੈਂ ਅਜੇ ਪੰਜਾਬ ਦੀ ਗੱਲ ਕਰ ਰਿਹਾ। ਬਾਕੀ ਜੇ ਸੂਬਿਆਂ ਦੀ ਕਰੀਏ ਗੱਲ, ਜਿਹੜਾ ਸਾਡਾ ਹਿਮਾਚਲ ਪ੍ਰਦੇਸ਼ ਹੈ, ਇੱਥੇ 11 ਮੈਟਰਿਕ ਟਨ ਤੋਂ ਅਬਵ ਕਣਕ ਨਹੀਂ ਹੁੰਦੀ ਕਿਉਂਕਿ ਉੱਥੇ ਖੇਤ ਬਹੁਤ ਛੋਟੇ ਆ, ਪਲੇਨ ਏਰੀਆ ਨਹੀਂਗਾ। ਪਾਣੀ ਤਾਂ ਬਹੁਤ ਹੈਗਾ ਪਰ ਉਹਦੇ 'ਚ ਜਗ੍ਹਾ ਹੀ ਨਹੀਂ ਉਹਨੇ ਜਿੱਥੇ ਕੋ ਉਹਨਾਂ ਨੇ ਗਰੋਥ ਕਰਨੀ ਆ, ਬੂਟੇ ਪੈਦਾ ਹੋਣੇ ਆ। ਜੇ ਹੈਗੇ ਉੱਥੇ ਤੇ ਫਰੂਟ ਪਲਾਂਟਸ ਹੈਗੇ ਆ, ਔਰਨਾਮੈਂਟ ਪਲਾਂਟਸ ਹੈਗੇ ਆ, ਔਰਚਡ ਹੈਗੇ ਆ, ਬਗੀਚੇ ਹੈਗੇ ਆ। ਬਾਕੀ ਜਿਹੜੀ ਆ ਕਣਕ ਦੀ, ਝੋਨੇ ਦੀ, ਇਹ ਖੇਤੀ ਬਹੁਤ ਘੱਟ ਹੈ। ਹਰਿਆਣੇ 'ਚ ਬਹੁਤ ਹੈਗੀ ਆ। ਪਰ ਫਿਰ ਜੇ ਅਸੀਂ ਸੋਚੀਏ ਨਾ, ਮੈਂ ਗੱਲ ਕਰ ਰਿਹਾ, ਮੈਂ ਹੁਣੇ ਪੂਰੀ ਕਰਤੇ ਕਿ ਜੇ ਅਸੀਂ ਸੋਚੀਏ ਸੈਂਟਰ ਪੂਲ 'ਚ ਪੰਜਾਬ ਦੀ ਜਿਹੜੀ ਆ ਮਿਕਦਾਰ ਜ਼ਿਆਦਾ, ਜਿਹੜਾ ਸ਼ੇਅਰ ਜ਼ਿਆਦਾ ਦੇ ਰਹੇ ਹਾਂ। ਅਸੀਂ ਅੱਗੇ ਵੀ ਦੱਸਿਆ ਸੀ ਕਿ ਅਸੀਂ ਅਬਵ 60% ਦੇ ਰਹੇ ਹਾਂ। ਜੇ ਪੂਰੇ ਹਿੰਦੁਸਤਾਨ 'ਚੋਂ 60 ਬੋਰੀਆਂ ਹੋਣਗੀਆਂ, 40 ਬੋਰੀਆਂ ਹੋਣਗੀਆਂ ਤਾਂ 60 ਇਕੱਲਾ ਪੰਜਾਬ ਦਿੰਦਾ। ਇਹ ਗਰੋਥ ਰੇਟ ਸੀਗਾ, ਉਹ ਵੀ ਡਾਊਨ ਚਲੇ ਗਿਆ।
ਇਸ ਕਰਕੇ ਡਾਊਨ ਚਲ ਗਿਆ ਕਿ ਅਸੀਂ ਖੇਤੀਬਾੜੀ ਤੋਂ ਪਿੱਛੇ ਚਲੇ ਗਏ ਹਾਂ। ਸਾਡੇ ਨੌਜਵਾਨ ਮੁੰਡੇ ਬਾਹਰਲੇ ਦੇਸ਼ਾਂ 'ਚ ਚਲੇ ਗਏ ਆ, ਪੜ੍ਹਨ ਲਈ ਜਾਂਦੇ ਆ। ਸਾਡਾ ਪੈਸਾ ਜਿਹੜਾ ਜਿੰਨਾ ਹੈਗਾ ਇਹ ਬਾਹਰਲੇ ਦੇਸ਼ਾਂ 'ਚ ਜਾ ਰਿਹਾ ਸਟੱਡੀ ਦੇ ਲਈ, ਸਟੱਡੀ ਵੀਜ਼ਾ ਲੈ ਰਹੇ ਆ, PR ਲੈ ਰਹੇ ਆ, ਸਿਟੀਜ਼ਨਸ਼ਿਪ ਲੈ ਰਹੇ ਆ, ਬਾਹਰ ਕੈਨੇਡਾ 'ਚ ਬੈਠੇ ਆ, ਅਮਰੀਕਾ 'ਚ ਬੈਠੇ ਆ ਲੋਕ, ਨਿਊਜ਼ੀਲੈਂਡ 'ਚ ਬੈਠੇ ਆ, ਇੰਗਲੈਂਡ 'ਚ ਬੈਠੇ ਆ ਯੰਗ ਮੁੰਡੇ। ਪੇਰੈਂਟਸ ਦੀ ਜਿਹੜੀ ਗੱਲ ਹੈ, ਪੇਰੈਂਟਸ ਚਾਹ ਰਹੇ ਆ ਕਿ ਇੱਕ ਤਾਂ ਮੁੰਡੇ ਨਸ਼ੇ ਤੋਂ ਬਚਣਗੇ, ਦੂਜਾ ਮੁੰਡਿਆਂ 'ਤੇ ਸਿਰ ਕਰਜ਼ਾ ਨਹੀਂ ਚੜੂਗਾ, ਤੀਜਾ ਜਿਹੜਾ ਉੱਥੇ ਆਬ ਹਵਾ ਅੱਛੀ ਰਹਿਣਗੇ। ਜ਼ਰੂਰ ਮਿੱਟੀ ਘੱਟ 'ਚ ਡਿੱਗਦੇ ਫਿਰਨਾ ਮੁੰਡੇ, ਹੁਣ ਕਿਹੜਾ ਟਰੈਕਟਰ ਚਲਾਉਣਗੇ, ਕਿਹਨੂੰ ਕੰਮ ਕਰਨਗੇ, ਹਾਲ ਤਾਂ ਮਾਣਾ ਵੈਸੇ ਭੁੱਲ ਗਏ ਆ। ਔਰ ਡੇਅਰੀ ਫਾਰਮ ਗਿਆ ਹੈ ਨਾ, ਇੱਥੇ ਪੋਲਟਰੀ ਫਾਰਮ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਐਗਰੀਕਲਚਰ ਨਾਲ ਹੈਗੀਆਂ। ਪਰ ਅਸੀਂ ਇਹਨੂੰ ਬਹੁਤਾ ਵਿਸਤਾਰ ਨਾਲ ਹੀ ਗੱਲ ਕਰਾਂਗੇ, ਫਿਰ ਆਪਣੇ ਦਰਸ਼ਕਾਂ ਨਾਲ ਗੱਲ ਕਰਾਂਗੇ। ਤੁਸੀਂ ਕੋਈ ਹੋਰ ਗੱਲ ਕਰਨਾ ਚਾਹ ਰਹੇ? ਮੇਰਾ ਖਿਆਲ ਆਪਾਂ ਪੂਰੀ ਕਰੀਏ। ਮੈਂ ਇਹੀ ਕਹਿ ਰਿਹਾ ਸੀ, ਚਲੋ ਇਕਨੋਮੀ ਤੋਂ ਅੱਗੇ ਵਧਦੇ ਹਾਂ ਕਿ ਸਭ ਠੀਕ ਰਹੇ ਤਾਂ ਵਧੀਆ, ਕਿਉਂਕਿ ਪੰਜਾਬ ਦੀ ਅਰਥ ਵਿਵਸਥਾ ਵੀ ਉਦਾਂ ਦੀ ਹੋਈ ਹੈ ਕਿ ਇੰਡੀਆ ਦੀ ਅਰਥ ਵਿਵਸਥਾ ਪੰਜਾਬ ਦੀ ਅਰਥ ਵਿਵਸਥਾ ਨੂੰ ਕਿੰਨਾ ਸਪੋਰਟ ਕਰ ਸਕਦੀ ਹੈ। ਜੋ ਡਾਊਨ ਹੈ ਤੇ ਇਹਦਾ ਮਤਲਬ ਪੰਜਾਬ ਵੀ ਡਾਊਨ, ਕਿਉਂਕਿ ਸਪੋਰਟ ਨਹੀਂ ਕਰ ਸਕਣਗੇ, ਕਿਉਂਕਿ ਜਿੱਥੇ ਸੈਂਟਰ ਦੀ ਲੋੜ ਹੈ ਉੱਥੇ ਨਾਲ ਖੜਾ ਨਹੀਂ ਹੋ ਸਕਦਾ ਜੇ ਉਹ ਆਪ ਕਮਜ਼ੋਰ ਆ। ਹੁਣ ਸੈਂਟਰ ਦੀ ਗੱਲ ਕੀਤੀ ਹੈ ਤੇ ਸੈਂਟਰ ਤੋਂ ਦਿੱਲੀ ਤੋਂ ਰਾਹੁਲ ਗਾਂਧੀ ਸਾਹਿਬ ਆਏ ਨੇ, ਜੋ ਆਪਣੇ ਗਾਇਕ ਨੇ ਮੂਸੇਵਾਲ ਜੀ, ਉਹਨਾਂ ਦੇ ਭੋਗ ਦੇ ਉੱਤੇ ਉਹਨਾਂ ਦੇ ਫਾਦਰ ਸਾਹਿਬ ਨੇ ਅਫਸੋਸ ਜ਼ਾਹਿਰ ਕੀਤਾ ਹੈ। ਤੇ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਗੱਲ, ਸੁਰੱਖਿਆ ਇੰਤਜ਼ਾਮਾਂ ਦੀ ਗੱਲ ਹੋ ਰਹੀ ਹੈ। ਤੇ ਗੱਲ ਤਾਂ ਉਹੀ ਪਿਛਲੀ ਚੱਲਦੀ ਪਈ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਸਿਆਸਤ ਗਰਮ ਹੈ ਹਜੇ ਵੀ, ਭਾਵੇਂ ਭੋਗ ਹੈ ਅੱਜ, ਭੋਗ ਦੇ ਮੌਕੇ ਤੇ ਵੀ ਸਿਆਸਤ ਗਰਮ ਹੈ। ਸੋ ਇਹ ਸਭ ਗੱਲਾਂ ਚੱਲਦੀਆਂ ਪਈਆਂ ਨੇ ਕਿ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ, ਜੇ ਗੱਲ ਕੀਤੀ ਤੇ ਰੈਲੇਵੈਂਟ ਹੈ, ਰੈਲੇਵੈਂਟ ਕਿਹਾ ਕਿ ਇਹਦੇ ਨਾਲ ਜੁੜਦੀ ਗੱਲ ਹੈ। ਕਿਉਂਕਿ ਜੇ ਅਰਥ ਵਿਵਸਥਾ ਤੋਂ ਬਾਅਦ ਜੇ ਇੱਥੇ ਪ੍ਰਸ਼ਾਸਨਿਕ ਤੌਰ ਤੇ ਜਾਂ ਇਹਦੇ ਵਿੱਚ ਜਿਹੜੀ ਸਿਕਿਉਰਿਟੀ ਤੌਰ ਤੇ ਨਹੀਂ ਗੱਲ ਹੋਈ ਤੇ ਤਦੇ ਮੂਸਾਵਾਲਾ ਜੀ ਜਿਹੜੇ ਨੌਜਵਾਨ ਸੋ ਪ੍ਰਸਿੱਧ ਗਾਇਕ ਆ ਉਹਨਾਂ ਦਾ ਕਤਲ ਹੋ ਗਿਆ। ਇਸੇ ਕਰਕੇ ਹੀ ਹੈਗੀ ਗੱਲ। ਬਿਲਕੁਲ ਸਹੀ ਗੱਲ, ਉਹਨਾਂ ਨੇ ਗੱਲ ਇਸੇ ਕਰਕੇ ਕਹੀ, ਇਸੇ ਕਰਕੇ ਗੱਲ ਕਹੀ ਹੈ। ਔਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਬਾਰੇ ਤੇ ਅਸੀਂ ਲਗਾਤਾਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਵੀ ਇਹ ਕੀ ਚੱਲਦਾ ਪਿਆ। ਹੁਣ ਪ੍ਰਸ਼ਾਸਨ ਸਭ ਤੋਂ ਪਹਿਲਾਂ ਜਿਹੜੀ ਲੋਕਾਂ ਦੇ ਜਾਨ ਮਾਲ ਦੀ ਰਾਖੀ, ਇਹ ਸਭ ਤੋਂ ਵੱਡੀ ਰਿਕੁਆਇਰਮੈਂਟ ਹੈ। ਨੰਬਰ 2 ਜ਼ਰੂਰਤਾਂ, ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ ਉਹ ਪ੍ਰੋਵਾਈਡ ਕਰਨਾ, ਉਹ ਦੂਸਰੇ ਨੰਬਰ ਤੇ ਸਭ ਤੋਂ ਜ਼ਿਆਦਾ ਜ਼ਰੂਰਤ ਦੀ ਚੀਜ਼ ਹੈ ਕਿ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਲਾਅ ਐਂਡ ਆਰਡਰ ਐਂਡ ਬੇਸਿਕ ਜ਼ਰੂਰਤਾਂ ਪੂਰੀਆਂ ਕਰਨੀਆਂ, ਉਸ ਤੋਂ ਬਾਅਦ ਅਸੀਂ ਅੱਗੇ ਵਿਕਾਸ ਵੱਲ ਤੁਰ ਸਕਦੇ ਹਾਂ। ਕਿਉਂਕਿ ਲਾਅ ਐਂਡ ਆਰਡਰ ਤੇ ਬੇਸਿਕ ਜ਼ਰੂਰਤਾਂ ਪੂਰੀਆਂ ਹੋਣਗੀਆਂ ਤਾਂ ਹੀ ਅਸੀਂ ਜਿਉਣ ਦੇ ਕਾਬਿਲ ਬਣਾਂਗੇ। ਜੇ ਜਿਉਂਦੇ ਰਵਾਂਗੇ ਤਾਂ ਹੀ ਵਿਕਾਸ ਦੀ ਗੱਲ ਕਰਾਂਗੇ। ਬਿਲਕੁਲ ਸਹੀ। ਸੋ ਇਹ ਦੋਨੋਂ ਚੀਜ਼ਾਂ ਪ੍ਰੋਵਾਈਡ ਹੋਣ ਤੋਂ ਬਾਅਦ ਹੀ ਵਿਕਾਸ ਦੀ ਗੱਲ ਕੀਤੀ ਜਾ ਸਕਦੀ ਹੈ ਕਿ ਕਿੱਧਰ ਨੂੰ ਜਾਣਾ ਤੇ ਕਿੱਧਰ ਨੂੰ ਨਹੀਂ ਜਾਣਾ। ਉਹਦੇ ਵਾਸਤੇ ਜ਼ਰੂਰੀ ਹੈ ਪਾਲਿਸੀ। ਹੁਣ 2 ਮਹੀਨੇ ਤੋਂ ਵੱਧ ਬੀਤ ਚੁੱਕੇ ਨੇ ਤਾਂ ਨਾ ਇਹਨਾਂ ਕੋਲ ਐਗਰੀਕਲਚਰ ਪਾਲਿਸੀ, ਨਾ ਇੰਡਸਟਰੀਅਲ ਪਾਲਿਸੀ। ਔਰ ਬਜਟ ਨੂੰ ਕਿੱਦਾਂ ਐਲੋਕੇਟ ਕਰਨਾ ਹੈ, ਬਜਟ ਨੂੰ ਕਿੱਦਾਂ ਖਰਚ ਕਰਨਾ ਹੈ, ਉਹਦੇ ਬਾਰੇ ਵੀ ਕੁਝ ਨਹੀਂ ਸਾਹਮਣੇ ਆ ਰਿਹਾ ਕਿ ਪਬਲਿਕ ਨੂੰ ਕੁਝ ਦਿਖਾਇਆ ਜਾ ਰਿਹਾ ਕਿ ਦੇਖੋ ਅਸੀਂ ਇਸ ਤਰ੍ਹਾਂ ਕਰਨ ਜਾ ਰਹੇ ਹਾਂ। ਸੋ ਇਹ ਸਥਿਤੀ ਕੁਝ ਕਿਓਸ ਵਰਗੀ ਲੱਗਦੀ ਪਈ ਹੈ ਕਿ ਜਿਹਨੂੰ ਕਹਿੰਦੇ ਨਾ ਭੰਬਲ ਭੂਸਾ ਪਿਆ ਹੋਇਆ ਹੈ। ਪਬਲਿਕ ਨੂੰ ਨਹੀਂ ਸਮਝ ਆ ਰਿਹਾ ਕਿ ਗਵਰਨਮੈਂਟ ਕੀ ਕਰਨਾ ਚਾਹੁੰਦੀ ਹੈ, ਕੀ ਸੋਚ ਰਹੀ ਹੈ। ਕਿਉਂਕਿ ਚਾਹੇ ਉਹ ਦੇਸ਼ ਹੋਵੇ, ਚਾਹੇ ਕੰਪਨੀ ਹੋਵੇ, ਚਾਹੇ ਬਿਜ਼ਨਸ ਹੋਵੇ, ਕੁਝ ਵੀ ਹੋਵੇ, ਉਹ ਆਖਿਰ ਵਿੱਚ ਆਉਂਦੇ ਨੇ ਲੋਕ। ਉਹ ਸਭ ਕੁਝ ਲੋਕਾਂ ਵਾਸਤੇ ਹੁੰਦਾ ਹੈ। ਬਿਜ਼ਨਸ ਲੋਕ ਹੁੰਦੇ ਨੇ, ਦੇਸ਼ ਲੋਕ ਹੁੰਦਾ ਹੈ, ਨੀਤੀਆਂ ਲੋਕ ਹੁੰਦੇ ਨੇ। ਪਰ ਜੇ ਲੋਕਾਂ ਨੂੰ ਅੱਖੋਂ ਪਰੋਖੇ ਕੀਤਾ ਜਾਵੇ, ਲੋਕਾਂ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਫਿਰ ਤੁਸੀਂ ਦੱਸੋ ਕੀ ਬਣੇਗਾ। ਕੀਤਾ ਕਿ ਹੁਣ ਇਹਨਾਂ ਨੇ ਇੱਕ ਇਹਨਾਂ ਦੇ ਵਿਧਾਨ ਸਭਾ ਦੀ ਮੀਟਿੰਗ ਹੋਈ ਆ, ਉਹਦੇ 'ਚ ਕਈ ਮਤੇ ਪਾਸ ਹੋਏ ਇਹਨਾਂ ਦੇ, ਜਿਹਦੇ 'ਚ ਇਹਨਾਂ ਨੇ ਵਨ ਮੈਨ ਵਨ ਪੈਨਸ਼ਨ ਵਾਲਾ ਮੁੱਦਾ ਲਿਆ, ਜਿਸ 'ਚ ਵਿਧਾਇਕ ਨੂੰ ਇੱਕ ਪੈਨਸ਼ਨ ਦਿੱਤੀ ਜਾਊਗੀ ਉਹ 60,000 ਤੋਂ ਸ਼ੁਰੂ ਹੋ ਕੇ ਉਹ 'ਚ DA ਵਗੈਰਾ ਲੱਗ ਕੇ ਉਹ ਕੀਤਾ ਉਹਨਾਂ ਨੇ। ਕਿਉਂਕਿ ਪਹਿਲੋਂ ਰਾਜਪਾਲ ਸਾਹਿਬ ਨੇ ਵਾਪਸ ਕਰਤੀ ਗਵਰਨਰ ਜੀ ਨੇ, ਕਿਉਂਕਿ ਉਹਨਾਂ ਨੇ ਕਿਹਾ ਮਤਾ ਤਾਂ ਤੁਸੀਂ ਉਠਾਇਆ ਹੀ ਨਹੀਂਗਾ, ਉਹਦੇ 'ਚ ਕਿਸੇ ਦੇ ਸਾਈਨ ਨਹੀਂ ਹੋਏ ਔਰ ਇਹ ਬਣਿਆ ਹੀ ਨਹੀਂਗਾ। ਉਹ ਕਾਨੂੰਨ ਬਣੂਗਾ ਤਾਂ ਫਿਰ ਮੇਰੇ ਕੋਲ ਸਾਈਨ ਹੋ ਕੇ ਫਾਈਨਲ ਸ਼ੇਪ ਦਿੱਤੀ ਜਾਊਗੀ। ਉਹ ਉੱਥੋਂ ਤੱਕ ਹੁਣ ਪਹੁੰਚੂਗਾ ਦੁਬਾਰਾ। ਇਹ ਹੋਇਆ ਇੱਕ ਇਹਨਾਂ ਨੇ ਹੁਣ 24 ਜੂਨ ਤੋਂ ਲੈ ਕੇ 30 ਤੱਕ ਸਪੈਸ਼ਲ ਸੈਸ਼ਨ ਹੈਗਾ ਬਜਟ ਦਾ। ਔਰ ਬਜਟ ਦੇ ਵਿੱਚ ਇਹਨਾਂ ਨੇ ਹੁਣ ਦੇਖੋ ਕੀ ਰੰਗ ਲਿਆਉਂਦਾ ਬਜਟ। ਔਰ ਇਹਦੇ ਵਿੱਚ ਪਹਿਲੀ ਗੱਲ ਤਾਂ ਇਹਨਾਂ ਨੇ ਬੜੀ ਅੱਛੀ ਕੀਤੀ, ਉਹ ਪਲੱਸ ਪੁਆਇੰਟ ਸੀ ਕਿ ਲੋਕਾਂ ਦੀ ਰਾਏ ਲਈ ਹੈ, ਜਿਹੜੇ ਵਿੱਚ ਲੋਕਾਂ ਨੇ ਚਲੋ ਸ਼ਮੂਲੀਅਤ ਹਾਸਲ ਕੀਤੀ ਹੈ, ਦੱਸਿਆ ਵੀ ਹੈਗਾ। ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਉਹਨਾਂ ਦੀ ਪ੍ਰਤੀਕਿਰਿਆ ਦੀ ਜਾਂਚ ਲਈ ਆ, ਕਿਹਾ। ਨਹੀਂ ਤਾਂ ਚੁੱਪ ਕਰਕੇ ਉਹ ਪੌਕਟ ਬੰਨ੍ਹ ਕੇ ਸਾਰਾ ਪਲੱਥਾ ਤੇ ਲਿਆ ਕੇ ਉੱਥੇ ਪੜ੍ਹ ਦਿੰਦੇ ਸੀਗੇ। ਜਦੋਂ ਕੋਈ ਹੁੰਦਾ ਵੀ ਵੱਡੀ ਕਿਤਾਬ ਆ ਗਈ ਆ, ਕਈ ਦਿਨਾਂ ਤੋਂ ਲੈ ਕੇ ਮੁੱਖ ਮੰਤਰੀ ਦੀ ਸਲਾਹ ਨਾਲ ਜਿਹੜੇ ਵਿੱਤ ਮੰਤਰੀ ਨੂੰ ਉਹਨਾਂ ਨੇ ਬਣਾ ਲਿਆ ਜੀ, ਤੋਂ ਪੜ੍ਹ ਦਿੱਤਾ ਗਿਆ। ਪਰ ਇਹਨਾਂ ਨੇ ਲੋਕਾਂ ਦੀ ਚਲੋ ਸਲਾਹ ਲਈ ਆ, ਪਰ ਫਿਰ ਵੀ ਕਰਨੀ ਤਾਂ ਇਹਨਾਂ ਨੇ ਆਪਣੇ ਤਰੀਕੇ ਨਾਲ, ਮਰਜ਼ੀ ਨਾਲ ਹੀ ਆ, ਜੋ ਵਿੱਤ ਮੰਤਰੀ ਸਾਹਿਬ ਕਹਿ ਰਹੇ ਨੇ, ਦੇਖ ਰਹੇ ਨੇ ਅਕੋਰਡਿੰਗ ਬਜਟ ਜਿਹੜਾ ਇਹਨਾਂ ਦਾ ਖਜ਼ਾਨਾ, ਜੋ ਇਹਨਾਂ ਕੋਲ ਪੈਸਾ ਹੈਗਾ, ਉਹਦੇ ਲਈ ਇਹਨਾਂ ਨੇ ਆਬਕਾਰੀ ਨੀਤੀ ਤੇ ਇੱਕ ਬਣਾ ਲਈ ਹੈ। ਉਹਦੇ 'ਚ ਵੀ ਇਹਨਾਂ ਨੇ ਉਹਨੂੰ ਫਾਈਨਲ ਕੀਤਾ, ਜਿਹਦੇ 'ਚ ਪੰਜਾਬ ਦੇ ਵਿੱਚ ਪਹਿਲਾਂ ਜਦੋਂ ਠੇਕੇ ਬੋਲੀ ਹੁੰਦੀ ਸੀ, ਠੇਕੇ ਉਹਦੇ 'ਤੇ ਬੋਲੀ 'ਤੇ ਚੜ੍ਹ ਦਿੰਦੇ ਸੀ। ਉਹ ਕਈ ਵਾਰੀ ਹੁੰਦਾ ਸੀ ਇੱਕ ਬੰਦਾ ਹੀ ਲੈ ਜਾਂਦਾ ਹੈਗਾ, ਉਹ ਸਾਰਿਆਂ ਨੂੰ ਲੈ ਜਾਂਦਾ ਹੈਗਾ। ਫਿਰ ਉਹ ਆਪਣੇ ਤਰੀਕੇ ਨਾਲ ਜਿਹੜੀ ਸ਼ਰਾਬ ਵੇਚਦਾ ਹੈ, ਐਤਕੀ ਉਹ ਨਹੀਂ ਹੈਗਾ, ਟੈਂਡਰ ਹੋਣਗੇ, ਟੈਂਡਰ ਲੈ ਜਾਣਗੇ।
ਟੈਂਡਰਾਂ ਤੋਂ ਬਾਅਦ ਫਿਰ ਜਿਹੜੀ ਸ਼ਰਾਬ ਆ ਉਹਦਾ ਕੋਟਾ ਜਿਹੜਾ ਹੈਗਾ ਖੁੱਲ੍ਹਾ ਹੋਊਗਾ, ਜਿੰਨੀ ਲੈ ਸਕਦਾ ਵੇਚ ਸਕਦਾ। ਪਰ ਉਹਦੇ 'ਚ ਉਹਨੇ ਕਿਹਾ ਅੱਗੇ ਦੇਖ ਲਓ, ਕੋਟਾ ਦਾ ਮਤਲਬ ਹੁੰਦਾ ਵੀ ਅੱਗੇ ਕੰਜ਼ੰਪਸ਼ਨ ਖੰਨਾ ਜੀ ਤੁਹਾਨੂੰ ਪਤਾ ਹੋਗਾ ਸਭ ਤੋਂ ਕੰਜ਼ੰਪਸ਼ਨ ਪੰਜਾਬ 'ਚ ਸਭ ਤੋਂ ਜ਼ਿਆਦਾ ਦਾਰੂ ਜਿਹੜੀ ਸ਼ਰਾਬ ਆ ਪੰਜਾਬ 'ਚ ਜ਼ਿਆਦਾ ਪੀ ਜਾਂਦੇ ਹੈ ਨਾ। ਉਹਦੇ 'ਚ ਇਹ ਹੈਗਾ ਕਿਉਂਕਿ ਅਮੀਰ ਸਟੇਟ ਹੈਗਾ, ਲੋਕਾਂ ਕੋਲ ਪੈਸਾ ਵੀ ਹੈਗਾ, ਲੋਕ ਕੰਮ ਵੀ ਕਰਦੇ ਆ, ਥਕਾਵਟ ਵੀ ਦੂਰ ਕਰਦੇ ਕਹਿੰਦੇ ਨੇ ਕਿ ਜ਼ਿਆਦਾ ਪੈਸਾ ਆਉਂਦਾ ਹੀ ਇੱਥੋਂ ਹੀ ਆਉਂਦਾ ਹੈ, ਸ਼ਰਾਬ ਦੀ ਵਿਕਰੀ ਤੋਂ ਆਉਂਦਾ ਹੈ। ਕਹਿੰਦੇ ਇਹਦਾ ਮਤਲਬ ਇਹ ਹੋਇਆ ਕਿ ਜਿੰਨਾ ਵੀ ਇਹ ਵਿਕਾਸ ਦਾ ਕੰਮ ਹੁੰਦਾ ਪਿਆ ਉਹਦੇ 'ਚ ਸ਼ਰਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਤੁਹਾਨੂੰ ਗੱਲ ਕਹੀ ਹੈ, ਤੁਸੀਂ ਗੱਲ ਸੱਚੀ ਕਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਦੇ ਟਾਈਮ ਤੇ ਬਾਕੀ ਸਭ ਬੰਦ ਹੋ ਗਿਆ ਹੈਗਾ ਤੇ ਠੇਕੇ ਖੁੱਲੇ ਸੀਗੇ। ਉਹ ਕਹਿੰਦੇ ਵੀ ਬਾਕੀ ਸਾਨੂੰ ਜੇ ਆਟਾ ਦਾਲ ਲੂਣ ਲੈਣ ਜਾਂਦੇ ਆ ਤਾਂ ਹਲਦੀ ਲੈਣ ਜਾਂਦੇ ਉੱਥੇ ਤਾਂ ਬੰਦ ਆ ਸਾਰਾ ਕੁਝ, ਉੱਥੇ ਸਾਨੂੰ ਮਿਲਦਾ ਨਹੀਂ, ਦਾਰੂ ਖੁੱਲ੍ਹੀ ਮਿਲ ਰਹੀ ਹੈ। ਤੇ ਹੋਰ ਕੈਪਟਨ ਸਾਹਿਬ ਨੇ ਕਿਹਾ ਹੈਗਾ ਕਿ ਇਹਦੇ 'ਚ ਬਹੁਤ ਜ਼ਿਆਦਾ ਆਬਕਾਰੀ ਨੀਤੀ ਦੇ ਅੰਡਰ ਸਾਡੇ ਕੋਲ ਬਹੁਤ ਪੈਸਾ ਆ ਰਿਹਾ, ਅਸੀਂ ਜੇ ਇਸ ਨੂੰ ਸੰਭਾਲਣਾ ਵਾ ਸਾਰਾ ਖਰਚਾ ਕਰਨਾ ਤੇ ਇਹਦੇ ਰਾਹੀਂ ਕਰ ਰਹੇ ਹਾਂ। ਹੁਣ ਦੇਖੋ ਇਹਨਾਂ ਨੇ ਭਗਵੰਤ ਮਾਨ ਜੀ ਨੇ ਇਹ ਗੱਲ ਕੀਤੀ ਹੈ, ਇਹਦਾ ਮਤਲਬ ਇਹਦੇ ਪਿੱਛੇ ਇਹ ਕੋਈ ਗਲਤ ਹੈ। ਜੇ ਇਹਨਾਂ ਨੇ ਇਹ ਗੱਲ ਕੀਤੀ ਹੁਣ ਇਹਨਾਂ ਨੇ ਕਿਹਾ ਵੀ ਜੇ ਕੰਜ਼ੰਪਸ਼ਨ ਜ਼ਿਆਦਾ ਲੋਕਾਂ ਇਹਦੀ ਸੇਲ ਜ਼ਿਆਦਾ, ਪਰ ਇਹਨਾਂ ਨੇ ਇੱਕ ਗੱਲ ਹੋਰ ਲਾਤੀ ਪਾਬੰਦੀ, ਜਿਹੜੇ ਬਾਹਰਲੇ ਸੂਬੇ ਆ ਉਹਨਾਂ ਦੇ ਵਿੱਚੋਂ ਅੱਗੇ ਆਉਂਦੀ ਸੀ, ਜਿੱਦਾਂ ਚੰਡੀਗੜ੍ਹ ਤੋਂ ਆਉਂਦੀ ਸੀ ਪੰਜਾਬ 'ਚ ਐਂਟਰੀ ਕਰਦੇ ਸੀਗੇ, ਰਾਜਸਥਾਨ 'ਚੋਂ ਆਉਂਦੀ ਸੀ ਦਾਰੂ ਵਿਸਕੀ ਸਾਰੀ ਕੁਛ ਕੰਟਰੀ ਮੇਡ ਹੁੰਦਾ ਜਿਹੜੀ ਉੱਥੋਂ ਦੀ ਲੋਕਲ ਬਣੀ ਹੈ ਉਹ ਵੀ ਆ ਕੇ ਵੇਚਦੀ ਸੀ। ਕਈ ਵਾਰੀ ਉਹਦੇ 'ਤੇ ਜਿਹੜੇ ਲੇਬਲ ਉਹ ਲੱਗੇ ਹੁੰਦੇ ਸੀਗੇ ਉਹਦੇ ਚੰਗੀ ਦਾਰੂ ਦੇ, ਉਹ ਲਾ ਕੇ ਉਹ ਵਿਸਕੀ ਦੇ ਇਹ ਬਲੈਂਡਡ ਹੈ ਜੀ, ਇਹ ਹੁਣ ਪਤਾ ਨਹੀਂ ਕਿੱਦਾਂ ਦੀ ਹੈਗੀਆਂ ਉਹ ਵਿਕਦੀਆਂ। ਦੇਖੋ ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਹੈ, ਪਟਿਆਲੇ ਤੋਂ ਨੇ, ਇੱਕ ਪਟਿਆਲਾ ਪੈਗ ਦਾ ਜ਼ਿਕਰ ਬੜਾ ਮਿਲਦਾ। ਬਿਲਕੁਲ, ਉਹਦੇ ਪਿੱਛੇ ਇੱਕ ਕਹਾਣੀ ਹੈ ਕਿ ਪੁਰਾਣੇ ਰਾਜੇ ਮਹਾਰਾਜੇ ਜਿਹੜੇ ਵੇਖਿਆ ਪੀਂਦੇ ਤਾਂ ਨਹੀਂ, ਪਰ ਤੁਹਾਨੂੰ ਪਟਿਆਲਾ ਪੈਗ ਯਾਦ ਕਿੱਦਾਂ ਆ ਗਿਆ? ਮੈਨੂੰ ਯਾਦ ਆ ਗਿਆ ਕਿਉਂਕਿ ਸੁਣਨ ਨੂੰ ਮਿਲਦਾ ਹੈ ਨਾ, ਇੱਕ ਕਹਾਣੀ ਮੈਨੂੰ ਯਾਦ ਆ ਗਈ। ਉਹ ਕਹਿੰਦੇ ਕਿ ਰਾਜੇ ਮਹਾਰਾਜਿਆਂ ਨੇ ਉਦੋਂ ਰੂਲ ਬਣਾਇਆ ਕਿ ਬਈ ਜਿਹੜੇ ਸਾਡੇ ਸਾਰੇ ਸਿਪਾਹ ਸਲਾਰ ਨੇ ਪਾਰਟੀਆਂ ਤੇ ਆਉਂਦੇ ਨੇ ਇਹਨਾਂ ਨੂੰ ਜ਼ਿਆਦਾ ਨਹੀਂ ਪੀਣੀ ਚਾਹੀਦੀ, ਇਹਨਾਂ ਨੂੰ ਲਿਮਿਟ ਦੇਣੀ ਚਾਹੀਦੀ ਹੈ। ਕਹਿੰਦੇ ਬਈ ਤੁਸੀਂ ਇਦਾਂ ਕਰੋ, ਜਿਹੜੇ ਵਰਤਾਉਂਦੇ ਸੀ ਨਾ, ਜਿਹੜੇ ਪੈਗ ਤਿਆਰ ਕਰਦੇ ਸੀ ਸਾਕੀ ਨੂੰ ਕਿਹਾ ਵੀ ਤੁਸੀਂ 2 ਉਂਗਲ ਗਿਲਾਸ ਦੇ ਵਿੱਚ 2 ਉਂਗਲ ਪਾਉਣੀ ਹੈ ਵਿਸਕੀ ਤੇ ਬਾਕੀ ਸੋਡਾ ਵਾਟਰ ਜੋ ਵੀ ਪਾਣਾ 2 ਉਂਗਲ ਤੋਂ ਵੱਧ ਨਹੀਂ ਪਾਉਣੀ, ਰੂਲ ਬਣਾਤਾ। ਹੁਣ ਉਹ ਸਿਪਾਹ ਸਲਾਰਾਂ ਦਾ 2 ਉਂਗਲਾਂ ਨਾਲ ਕੀ ਬਣੇ? ਉਹ ਕਹਿੰਦੇ ਗਲਤ ਸੁਣੋ, ਇਹੀ ਆਰਡਰ ਦਿੱਤਾ ਨਾ ਰਾਜਾ ਸਾਹਿਬ ਨੇ, ਮਹਾਰਾਜਾ ਨੇ ਕਿ 2 ਉਂਗਲ, ਕਹਿੰਦੇ ਹਾਂਜੀ, ਕਹਿੰਦੇ ਫਿਰ ਆਹ 2 ਉਂਗਲਾਂ ਛੱਡੋ, ਆਹ 2 ਉਂਗਲਾਂ ਕਰ ਨਾਲ ਜੋੜ ਦੋ, ਉਤਲੀਆਂ ਉੱਪਰਲੀ ਤੇ ਥੱਲੜੀਆਂ ਆਹ 2 ਉਂਗਲਾਂ ਕਰ ਲੈਂਦੇ ਆ ਇਹਨਾਂ ਦੀ ਬਜਾਏ। ਹੁਣ ਜਦੋਂ ਆਹ 2 ਉਂਗਲਾਂ ਹੋ ਗਈਆਂ ਤਾਂ ਉਹ ਬਣ ਗਿਆ ਪਟਿਆਲਾ ਪੈਗ, ਉਹ ਡਬਲ ਬਣ ਗਿਆ। ਅਸਲ 'ਚ ਪਟਿਆਲਾ ਪੈਗ ਨੂੰ ਆ ਕਰਦੇ ਆ ਜਿੱਦਾਂ ਉਹ ਵੀ ਫੜਾ ਕੇ, ਕਿਉਂਕਿ ਇਹਨੇ ਗਲਾਸ ਫੜਨਾ ਨਾ, ਇਹਦੇ ਨਾਲ ਜਦੋਂ ਗਲਾਸ ਫੜੋਗੇ ਤੇ ਉੱਤੋਂ ਤੱਕ ਹੈ ਇਹ ਨੱਭਰ ਗਿਆ, ਗਲਾਸ ਪੂਰਾ ਹੋ ਗਿਆ ਯਾਰ, ਯਾਨੀ ਕਿ ਮਤਲਬ 2 ਉਂਗਲਾਂ ਹੋਰ ਕਰ ਲਈਆਂ, ਆਹ 2 ਉਂਗਲਾਂ ਬਣਾਤੀਆਂ, ਆਹ ਆ ਗਈ ਹੈਗੀ ਇਹਦੇ 'ਚ ਜਿਹੜਾ ਪਟਿਆਲਾ ਪੈਗ ਹੈ। ਕਿਉਂਕਿ ਵੈਸੇ ਜਵਾਨ ਵੀ ਬਹੁਤ ਸੀਗੇ, ਚੀਚੀ ਤੇ ਅੰਗੂਠਾ ਮਿਲਾ ਕੇ 2 ਉਂਗਲਾਂ ਕਰਤੀਆਂ ਉਹਨਾਂ ਨੇ। ਅੱਛਾ, ਔਰ ਇਹ ਜਵਾਨ ਵੀ ਬਹੁਤ ਰਹੇ ਆ, ਔਰ ਇੱਥੋਂ ਦੇ ਗਹਿਣੇ ਜਿਹੜੇ ਹੈਗੇ ਵੀ ਬੜੇ ਮਸ਼ਹੂਰ ਆ, ਇਹਨਾਂ ਦੇ ਕਿਲੇ, ਪਟਿਆਲਾ ਸ਼ਾਹੀ ਪੱਗ, ਇਹਨਾਂ ਦੇ ਵੈਪਨ, ਇਹਨਾਂ ਦੀ ਪਗੜੀ, ਇਹਨਾਂ ਦਾ ਇੱਕ ਸਟਾਈਲ ਸੈਪਰੇਟ ਤੇ ਯੂਨੀਕ ਸੀਗਾ। ਅਜੇ ਤੱਕ ਵੀ ਮਹਾਰਾਜਾ ਜਿੰਨੇ ਵੀ ਇੱਥੇ ਪਟਿਆਲਾ ਦੇ ਰਹੇ ਆ, ਕਪੂਰਥਲਾ ਮਹਾਰਾਜਿਆਂ ਦਾ ਸ਼ਹਿਰ ਰਿਹਾ, ਔਰ ਪਟਿਆਲਾ 'ਚ ਤਾਂ ਅਜੇ ਵੀ ਹੈਗਾ। ਜਦੋਂ ਇੰਦਰਾ ਗਾਂਧੀ ਜੀ ਦੇ ਟਾਈਮ ਤੇ 75 'ਚ ਐਮਰਜੈਂਸੀ ਲੱਗੀ ਸੀ, ਫਿਰ ਇਹਨਾਂ ਨੇ ਸਾਰਾ ਕੁਝ ਖਤਮ ਕਰਤਾ, ਪ੍ਰੀਵੀ ਪਰਸ ਰੱਖ ਦਿੱਤਾ ਕਿ ਇਹਨਾਂ ਨੂੰ ਥੋੜ੍ਹੇ ਬਹੁਤ ਪੈਸੇ ਦਿੱਤੇ ਜਾਣਗੇ, ਕਿਉਂਕਿ ਪਹਿਲਾ ਜ਼ਮਾਨਾ ਤਾਂ ਇਹ ਸੀਗਾ ਕਿ ਇਹਨਾਂ ਦਾ ਰਾਜਵਾੜਾ ਹੁੰਦਾ ਸੀ। ਪਹਿਲੋਂ ਵੱਡੇ ਮਹਾਰਾਜ ਆਏ, ਫਿਰ ਦੂਸਰੇ ਮਹਾਰਾਜ ਹੈਗੇ, ਉਹਨਾਂ ਦੀ ਗੱਦੀ ਚੱਲਦੀ ਸੀ ਇਸੇ ਤਰ੍ਹਾਂ, ਫਿਰ ਬਾਕੀ ਜਨਤਾ, ਬਾਕੀ ਉਹ ਸੀਗੀ। ਉਦੋਂ ਤਾਂ ਡੈਮੋਕ੍ਰੇਸੀ ਦਾ ਨਾਂ ਹੀ ਸੀ ਨਹੀਂ ਹੈਗਾ, ਰਿਆਸਤਾਂ 'ਚ ਵੰਡਿਆ ਹੁੰਦਾ ਸੀ ਹਿੰਦੁਸਤਾਨ ਸਾਰੇ ਪਾਸੇ, ਔਰ ਪਾਕਿਸਤਾਨ ਦੇ ਕੁਝ ਏਰੀਆ ਇਸੇ ਤਰ੍ਹਾਂ ਦੇ ਹੈਗਾ, ਬਲੋਚਿਸਤਾਨ ਹੈ, ਸਾਰੀ ਦੁਨੀਆ 'ਚ ਸੀ ਇਹ ਪੁਰਾਣਾ ਜਿਹੜਾ ਇਤਿਹਾਸ, ਸਾਰੀ ਦੁਨੀਆ 'ਚ ਰਾਜੇ ਮਹਾਰਾਜੇ ਸੀ, ਅੰਗਰੇਜ਼ ਵੀ ਆਏ ਸੀ, ਰਾਜੇ ਔਰ ਵਿਕਟੋਰੀਆ ਕੁਈਨ ਹਜੇ ਤੱਕ ਬੈਠੇ, ਅਜੇ ਵੀ ਇੰਗਲੈਂਡ ਤਾਂ ਉਹੀ ਮਹਾਰਾਣੀ ਦੇ ਨਾਲ ਤੇ ਚੱਲਦਾ, ਵਿਕਟੋਰੀਆ ਐਲਿਜ਼ਬeth ਦੇ ਚੱਲ ਰਿਹਾ, ਉਹਨਾਂ ਦੀ ਇਹ ਉਹ ਪੁਰਾਣੀ ਪ੍ਰਥਾ ਲੋਕਾਂ 'ਤੇ ਰਾਜ ਕਰਨ ਦੀ। ਸੋ ਪੁਰਾਣੀ ਪ੍ਰਥਾ ਦੀ ਆਪਾਂ ਗੱਲ ਕੀਤੀ ਹੈ, ਹੁਣ ਨਵੀਂ ਪ੍ਰਥਾ ਦੀ ਗੱਲ ਕਰੀਏ। ਨਵੀਂ ਪ੍ਰਥਾ 'ਚ ਕਹਿੰਦੇ ਪਏ ਨੇ ਕਿ ਇਹ ਮੈਨੂੰ ਬੜਾ ਸ਼ਬਦ ਬੜਾ ਅਟਰੈਕਟਿਵ ਲੱਗਦਾ, ਬੜਾ ਆਕਰਸ਼ਣ ਵਾਲਾ ਹੈ। ਕਹਿੰਦੇ ਜੀ ਨਾਟਕਬਾਜ਼ੀ ਚੱਲਦੀ ਪਈ ਹੈ ਲੀਡਰਾਂ ਦੀ। ਇਹ ਨਾਟਕ ਤੇ ਸਟੇਜ ਤੇ ਹੁੰਦੇ ਨੇ, ਨਾਟਕ ਤੇ ਕਲਾਕਾਰ ਕਰਦੇ ਨੇ। ਇਹਦਾ ਮਤਲਬ ਪੋਲੀਟੀਸ਼ੀਅਨਸ ਐਡੇ ਵੱਡੇ ਕਲਾਕਾਰ ਨੇ ਕਿ ਉਹਨਾਂ ਦੀ ਕਾਰਗੁਜ਼ਾਰੀ ਨੂੰ ਨਾਟਕਬਾਜ਼ੀ ਕਿਹਾ ਜਾ ਰਿਹਾ, ਵੀ ਨਾਟਕ ਕਰਦੇ ਪਏ ਨੇ। ਇਹ ਜ਼ਰਾ ਦੱਸੋ ਤਾਂ ਸਹੀ, ਨਾਟਕ ਹੋ ਕਿਹੜਾ ਰਿਹਾ? ਜਿੱਦਾਂ ਨਾਟਕ ਨੂੰ ਆਪਾਂ ਕਰ ਰਹੇ ਹਾਂ ਨਾ, ਨਾਟਕ ਕਰਨਾ, ਇਹ ਅਦਾਕਾਰ ਹੁੰਦੇ ਆ ਨਾ ਜਿਹੜੇ ਸਟੇਜ ਤੇ ਆਉਂਦੇ ਆ, ਆਪਣੇ ਮੰਚ ਤੇ ਆ ਕੇ ਆਪਣੀ ਅਦਾਕਾਰੀ ਦਿਖਾਉਂਦੇ ਆ, ਹੈ ਨਾ। ਉਹਨੂੰ ਇੱਕ ਪਾਤਰ ਦੇ ਤੌਰ ਤੇ ਜਾਂਦਾ ਕਿ ਤੈਨੂੰ ਹੁਣ ਅਸੀਂ ਬਣਾ ਰਹੇ ਹਾਂ, ਤੈਨੂੰ ਦੇ ਤੂੰ ਅਮਲੀ ਬਣਨਾ, ਹੈ ਨਾ, ਉਹ ਬਣ ਜੂਗਾ, ਤੂੰ ਹੁਣ ਬਣਨਾ ਇੱਥੋਂ ਦਾ ਚੇਅਰਮੈਨ ਬਣਨਾ। ਉਹਨੂੰ ਇੱਕ ਅਦਾਕਾਰੀ ਦਾ ਪਾਤਰ ਚਿਤਰਨ ਦੇਤਾ, ਉਹ ਕੰਮ ਕਰੂਗਾ ਉਹਦੇ ਤੇ, ਉਹਨੂੰ ਨਾਟਕ ਕਹਿੰਦੇ ਆ। ਉਹਦੇ 'ਚ ਦ੍ਰਿਸ਼ ਵੰਡੇ ਜਾਂਦੇ ਆ, ਦ੍ਰਿਸ਼ਾਂ ਨੂੰ ਜੋੜ ਕੇ ਜਿੱਦਾਂ ਫਿਲਮ 'ਚ ਸੀਨ ਬਣਦਾ, ਸੀਨ ਬਣ ਕੇ
ਤੇ ਨਾ ਉਹ ਸੀਕੁਐਂਸ ਬਣਦੀ ਹੈ। ਸੀਕੁਐਂਸ, ਹਾਂ, ਤੂੰ ਦ੍ਰਿਸ਼ ਨੂੰ ਲੰਬਾ ਨਹੀਂ ਕਰਾਂਗੇ। ਇਹ ਨਾਟਕੀਕਰਨ ਹੈਗਾ, ਐਨੈਕਟਮੈਂਟ ਵੀ ਇਹਨੂੰ ਕਹਿੰਦੇ ਆ। ਹੁਣ ਜਿਹੜੀ ਹੋ ਰਹੀ ਆ, ਇਹ ਤੁਸੀਂ ਬੜੀ ਨੁਕਤੇ ਦੀ ਗੱਲ ਕੀਤੀ, ਜਿਹੜੀ ਹੋ ਰਹੀ ਇਹਦੇ 'ਚ, ਤੇ ਇਹ ਕਿਹੜੇ ਨਾਟਕ ਕਰਦੇ ਇਹ ਪਏ ਵੇਖੋ ਕਿੰਨੇ ਨਾਟਕ ਹੈਗੇ। ਕਈ ਤਾਂ ਹੁਣ ਧਮਕੀਆਂ ਬਹੁਤ ਆ ਰਹੀਆਂ ਜਿਹੜੀਆਂ ਪੰਜਾਬ 'ਚ ਆ ਰਹੀਆਂ। ਉਹ ਕਹੇ ਵੀ ਪੰਜਾਬ ਵੱਸਦਾ ਹੈਗਾ, ਕਿ ਤਾਂ ਕੋਈ ਇਦਾਂ ਦੀ ਧਮਕੀ ਨਹੀਂ ਸੀਗੀ। ਹੁਣ ਜਾਂ ਤਾਂ ਦੇਖੋ, ਹੁਣ ਰਵਨੀਤ ਬਿੱਟੂ ਜੀ ਜਿਹੜੇ ਕਾਂਗਰਸ ਦੇ ਨੇਤਾ ਨੇ, ਉਹ ਅੱਜ ਕੱਲ੍ਹ ਤਾਂ ਵੈਸੇ ਬਾਹਰ ਆ, ਉਹਨਾਂ ਨੂੰ ਧਮਕੀ ਆ ਗਈ ਹੈ ਨਾ। ਫਿਰ ਆਪਣੇ ਜਿਹੜੇ ਬਾਲੀਵੁੱਡ ਸਟਾਰਸ ਨੇ, ਬਾਲੀਵੁੱਡ ਦੇ, ਉਹਨਾਂ ਨੂੰ ਆਪਣੇ ਆ ਰਹੀ ਆ ਸਲਮਾਨ ਖਾਨ ਜੀ, ਤੇ ਉਹਨਾਂ ਦੇ ਫਾਦਰ ਨੂੰ ਵੀ, ਉਹਨਾਂ ਨੂੰ ਵੀ ਇੱਕ ਇਸ ਤਰ੍ਹਾਂ ਦੀ ਆ ਗਈ ਆ ਧਮਕੀ, ਔਰ ਉਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ। ਔਰ ਇਹਦੇ ਨਾਲ ਪੰਜਾਬ 'ਚ ਇੱਕ ਨਹੀਂ, ਬਹੁਤ ਲੋਕਾਂ ਨੂੰ ਆ ਰਹੀਆਂ ਧਮਕੀਆਂ। ਔਰ ਉਹਦੇ ਵਿੱਚ ਇਹਨਾਂ ਨੇ ਉਹ ਵੀਡੀਓ ਕਾਲ ਆ ਰਹੀਆਂ ਜਾਂ ਉਹਦੇ 'ਚ ਕਾਲ ਆ ਰਹੀਆਂ, ਉਹਦੇ ਵਿੱਚ ਕਈ ਹੋ ਗਿਆ ਕਿ ਕਈਆਂ ਕੋਲ ਤਾਂ ਪੈਸਾ ਮੰਗ ਰਿਹਾ, ਆ ਵੀ ਪੈਸਾ ਦੇ, ਕਈਆਂ ਕੋਲ ਆਉਂਦੇ ਵੀ ਤੁਸੀਂ ਆਹ ਕੰਮ ਕੀਤਾ, ਗਲਤ ਕੀਤਾ, ਉਹ ਸਾਰਾ ਕੁਛ ਹੈਗਾ। ਪਰ ਜਿਹੜੀ ਸੱਚਾਈ ਹੈਗੀ ਆ, ਉਹ ਸੱਚਾਈ ਦੇ ਪਿੱਛੇ ਇਹ ਹੈਗਾ ਕਿ ਕੁਝ ਕੁ ਲੋਕਾਂ ਨੂੰ, ਜਿਹੜੇ ਮੁੱਠੀ ਭਰ ਲੋਕ, ਉਹਨਾਂ ਨੂੰ ਕਿਉਂ ਆ ਰਹੀ ਹੈ? ਉਹ ਸਿਕਿਉਰਿਟੀ ਵੀ ਮੰਗ ਰਹੇ। ਔਰ ਪੰਜਾਬ 'ਚ ਸਿਕਿਉਰਿਟੀ ਦੀ ਜਿਹੜੀ ਡਿਮਾਂਡ ਹੈ ਵੀ ਵੱਧ ਗਈ। ਔਰ ਪਹਿਲਾਂ ਤਾਂ ਕੋਈ ਇੱਦਾਂ ਦੀ ਸਿਕਿਉਰਿਟੀ ਹੈ ਨਹੀਂ, ਕੋਈ ਸਿੰਗਰ ਸਿਕਿਉਰਿਟੀ ਨਹੀਂ ਮੰਗਦਾ ਹੁੰਦਾ, ਕੋਈ ਧਾਰਮਿਕ ਨੇਤਾ ਨਹੀਂ ਮੰਗਦਾ, ਕੋਈ ਰਾਜਨੇਤਾ ਨਹੀਂ ਸੀ ਮੰਗਦਾ ਹੁੰਦਾ। ਉਦੋਂ ਸਿਕਿਉਰਿਟੀ ਦਾ ਮਤਲਬ ਨਹੀਂ। ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਅਸੀਂ ਪੈਸਾ ਬਚਾਉਣਾ, ਅਸੀਂ ਜ਼ਮੀਨਾਂ ਇਕੱਠੀਆਂ ਕਰਕੇ ਉਹ 'ਚੋਂ ਪੈਸਾ ਬਚਾ ਕੇ ਖਜ਼ਾਨੇ ਨੂੰ ਭਰਨਾ। ਇੱਕ ਪਾਸੇ 424 ਬੰਦਿਆਂ ਨੂੰ ਹੁਣ ਫੇਸ ਸਿਕਿਉਰਿਟੀ ਦਿੱਤੀ ਆ, ਅੱਗੇ ਐਪਲੀਕੇਸ਼ਨ ਹੋਰ ਆ ਗਈਆਂ ਹੈਗੀਆਂ। ਹੁਣ ਪੰਜਾਬ 'ਚ ਸਾਰਾ ਕੁਝ ਆ ਗਿਆ ਕਿ ਇੰਨੀ ਐਮਰਜੈਂਸੀ ਲੱਗ ਗਈ ਹੈ, ਔਰ ਪੰਜਾਬ 'ਚ ਇੰਨੇ ਬੰਬ ਚੱਲਣ ਲੱਗ ਪਏ, ਇੰਨਾ ਕੁਝ ਹੋ ਗਿਆ। ਕਈ ਵਾਰੀ ਸਾਡੇ ਅੰਦਰ ਇੱਕ ਜਿਹੜੀ ਆ ਨਾ ਦਹਿਸ਼ਤਗਰਦੀ ਦਾ ਜਿਹੜਾ ਆ ਜਾਂਦਾ ਭਾਵਨਾ, ਇਹਦੇ ਵਿੱਚ ਆ ਗਿਆ, ਡਰ ਦੀ ਭਾਵਨਾ ਵੀ ਆ ਗਈ। ਹੁਣ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਅੱਜ ਅਸੀਂ ਜੇ 50 ਸਾਲ ਦਾ ਨਹੀਂ ਤੇ 20 ਸਾਲ ਪਿੱਛੇ ਚੱਲ ਜਾਈਏ, ਤੇ ਉਹਨਾਂ ਦੇ ਵਿੱਚ ਵੇਖੋ ਕਿੰਨੇ ਨੇਤਾ ਸੀਗੇ, ਕਦੀ ਕਿਸੇ ਨੇ ਮੰਗ ਨਹੀਂ ਕੀਤੀ, ਆਮ ਹੀ ਤੁਰੇ ਫਿਰਦੇ ਸੀ। ਹਿਮਾਚਲ 'ਚ ਚੱਲ ਜਾਓ, ਜਿੱਥੇ ਹਿਮਾਚਲ ਦੀ ਰੇਂਜ ਆ, ਉਹਦੇ 'ਤੇ ਜਾ ਕੇ ਦੇਖੋ, ਸਾਰੇ ਮੰਤਰੀ ਉਹ ਤੁਰੇ ਫਿਰਦੇ ਆ, ਕੋਈ ਨਹੀਂ ਹੈਗਾ। ਸਾਡੇ ਸਰਪੰਚ ਤੋਂ ਲੈ ਕੇ ਨੰਬਰਦਾਰ ਤੱਕ ਸਿਕਿਉਰਿਟੀ ਚਾਹੀਦੀ ਹੈ। ਸਾਡੇ ਨੇਤਾ ਤਾਂ ਹੈ ਹੀ ਆ ਜਿਹੜੇ, ਉਹਨਾਂ ਨੂੰ ਪੈਨਸ਼ਨਾਂ ਵੀ ਚਾਹੀਦੀਆਂ ਡਬਲ, ਉਹਨਾਂ ਕੋਲ ਸਿਕਿਉਰਿਟੀ ਵੀ ਚਾਹੀਦੀ ਹੈ, ਉਹਨਾਂ ਕੋਲ ਗੱਡੀਆਂ ਵੀ ਚਾਹੀਦੀਆਂ, ਤੇਲ ਵੀ ਚਾਹੀਦਾ ਉਹਨਾਂ ਕੋਲ। ਹੁਣ ਦੇਖੋ, ਇਹ ਹੁਣ ਜਿਹੜਾ ਕਿਹਨਾਂ 'ਤੇ ਬੋਝ ਪਊਗਾ? ਲੋਕਾਂ 'ਤੇ। ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਲੋਕਾਂ 'ਤੇ ਪਊਗਾ, ਜਿਹੜੇ ਲੋਕ ਵਿਚਾਰੇ ਕੰਮ ਕਰਦੇ ਆ, ਦਿਹਾੜੀ ਕਰ ਰਹੇ ਆ, ਖੇਤਾਂ 'ਚ ਕੰਮ ਕਰ ਰਹੇ ਆ, ਟੈਕਸ ਲੱਗਣਗੇ ਉਹਨਾਂ ਨੂੰ ਸੁਣਾਇਆ ਜਾਊਗਾ ਵੀ ਤੁਹਾਡੇ ਲਈ ਸਰਕਾਰ ਕੀ ਕੁਝ ਕਰ ਰਹੀ ਹੈ। ਹੁਣ ਤੁਸੀਂ ਅਗਲੇ ਪਾਸੇ ਜਾਓਗੇ ਧਮਕੀਆਂ ਤੋਂ ਬਾਅਦ, ਹੁਣ ਤੁਸੀਂ ਦੱਸੋਗੇ ਅਗਲੇ ਹੁਣ ਜੋ ਮੰਤਰੀ ਸਾਹਿਬਾਨ ਆ ਗਏ ਨੇ, ਜੇਲ੍ਹ 'ਚ ਵੀ ਹੈਗੇ ਨੇ, ਕਈ ਹੈਵੀ ਵੇਟ ਜੇਲ੍ਹ 'ਚ ਬੈਠੇ ਹੋਏ ਨੇ। ਬਿਲਕੁਲ, ਆ ਗੱਲ, ਉਹਨਾਂ ਦੀ ਵੀ ਜ਼ਮਾਨਤ ਨਹੀਂ ਹੋ ਰਹੀ। ਹਾਂ, ਇਹ ਵੀ ਤੁਸੀਂ ਨਾਟਕ ਦਾ ਹਿੱਸਾ ਕਹਿ ਸਕਦੇ ਹੋ। ਨਹੀਂ, ਹੁਣ ਆ ਜਦੋਂ ਮਜੀਠੀਆ ਸਾਹਿਬ ਦਾ ਇੱਕ ਗੱਲ ਆਈ ਹੈ ਕੱਲ੍ਹ ਦੀ, ਇਹਨਾਂ ਦੀ ਵਾਈਫ ਨੇ ਐਪਲੀਕੇਸ਼ਨ ਦਿੱਤੀ ਉੱਤੇ ਸਰਕਾਰ ਨੂੰ ਕਿ ਤੁਸੀਂ ਖਤਰਾ ਹੈ, ਜਿਹੜਾ ਖਤਰਾ ਹੈਗਾ ਇਹਨਾਂ ਦੀ ਜਾਨ ਨੂੰ, ਤੇ ਹੁਣ ਤੁਸੀਂ ਇਹਨਾਂ ਦਾ ਜਿਹੜੇ ADGP ਆ ਉਹਨਾਂ ਨੂੰ ਬਦਲ ਦਿਓ, ਕਿਉਂਕਿ ਉਹਨਾਂ ਦੇ ਨਾਲ ਉਹ ਨਹੀਂ ਰਹਿ ਸਕਦੇ। ਉਹਨਾਂ ਦੀ ਬੈਰਕਾਂ 'ਚ ਬਹੁਤ ਬਦਲਾਅ ਕੀਤਾ। ਹੁਣ ਇਹ 'ਚ ਇਹ ਵੀ ਗੱਲ ਨਿਕਲ ਕੇ ਆਈ ਹੈ ਕਿ ਇਹਨਾਂ ਦਾ ਕੋਈ ਆਪਣਾ ਪੁਰਾਣਾ ਵਿਰੋਧਤਾ ਹੈਗੀ, ਇਹਨਾਂ ਦੀ ਰਿਸ਼ਤੇਦਾਰੀ ਆ ਉਹ ਜਿਹੜੇ ਹੋ ਹੈਗੇ। ਪਰ ਇਹਦੇ 'ਚ ਇਹ ਵੀ ਗੱਲ ਨਹੀਂ ਹੈਗੀ ਕਿ ਜਿਹੜਾ ਬੰਦਾ ਡਿਊਟੀ ਕਰ ਰਿਹਾ, ਜਿੱਥੇ ਬੰਦਾ ਜੇਲ੍ਹਾਂ ਦਾ ਉਹ ਹੈਗਾ ਇੰਚਾਰਜ ਆ, ਤੇ ਜੇ ਉਹ ਹੁਣ ਇਹ ਕੰਮ ਕਰਨਗੇ ਕਿ ਮਜੀਠੀਆ ਸਾਹਿਬ ਆਏਗੇ ਤਾਂ ਉਹਨਾਂ ਲਈ ਆਹ ਕੰਮ ਮੈਂ ਨਾ ਕਰਾਂ, ਉਹਨਾਂ ਨੂੰ ਦੁੱਖ ਪਹੁੰਚਾਵਾਂ, ਇਹ ਵੀ ਗੱਲ ਗਲਤ ਹੈ। ਕਿਉਂਕਿ ਗੌਰਮੈਂਟ ਦੇ ਨੌਕਰ ਆ, ਗੌਰਮੈਂਟ ਕੋਲ ਤਨਖਾਹ ਲੈ ਰਹੇ ਆ, ਤਾਂ ਉਹਨਾਂ ਲਈ ਇੱਕ ਬੰਦੇ ਲਈ ਨਹੀਂ ਹੈਗੇ, ਸਾਰਿਆਂ ਲੋਕਾਂ ਲਈ ਹੈਗੇ। ਪਰ ਜੇ ਮਜੀਠੀਆ ਸਾਹਿਬ ਨੂੰ ਕੋਈ ਇੱਦਾਂ ਦੀ ਨਹੀਂ ਗੱਲ ਪਹੁੰਚਦੀ, ਤਾਂ ਉਹ ਵੀ ਉਹਨਾਂ ਨੂੰ ਨਹੀਂ ਕਹਿਣੀ ਚਾਹੀਦੀ। ਕਈ ਵਾਰੀ ਜਿਹੜੀਆਂ ਨੁਕਤਾਚੀਨੀਆਂ ਹੁੰਦੀਆਂ ਜਾਂ ਇੱਦਾਂ ਦੀਆਂ ਗੱਲਾਂ ਹੁੰਦੀਆਂ, ਇਹ ਗੱਲਾਂ ਜਿਹੜੀਆਂ ਬਿਲਕੁਲ ਇਸ ਤਰ੍ਹਾਂ ਦੀਆਂ ਹੁੰਦੀਆਂ, ਨਿਰਾਧਾਰ ਹੁੰਦੀਆਂ। ਕਈ ਵਾਰੀ ਇਹਨਾਂ 'ਚੋਂ ਲੱਭਦਾ ਕੁਝ ਨਹੀਂ ਹੁੰਦਾ, ਇਹ ਸਿਰਫ ਆ ਕੇ ਮੀਡੀਆ 'ਚ, ਅਖਬਾਰਾਂ 'ਚ ਲੋਕਾਂ ਤੱਕ ਡੋਰ ਟੂ ਡੋਰ ਪਹੁੰਚ ਜਾਂਦੀਆਂ, ਤੇ ਵਿੱਚੋਂ ਆਂਦੇ ਦੇ ਪੁੱਟੀਏ ਪਹਾੜ ਤੇ ਨਿਕਲਿਆ ਚੂਹਾ, ਉਹ ਵੀ ਮਰਿਆ ਹੋਇਆ ਸੌਰੀ ਦਾ, ਹੈ ਨਾ, ਪੁੱਟਿਆ ਪਹਾੜ ਤੇ ਨਿਕਲਿਆ ਚੂਹਾ, ਉਹ ਵੀ ਸੌਰੀ ਦਾ ਮਰਿਆ ਹੋਇਆ ਨਿਕਲਿਆ। ਤੇ ਉਹੀ ਗੱਲ ਹੈ ਨਾ, ਕਹਿੰਦੇ ਨੇ ਕਿ ਜਿੱਥੇ ਧੂਆਂ ਹੋਏ ਉੱਥੇ ਅੱਗ ਹੁੰਦੀ। ਕਹਿੰਦਾ ਜ਼ਰੂਰੀ ਨਹੀਂ ਹੈਗਾ। ਇੱਕ ਵਾਰੀ ਕਿਸੇ ਨੇ ਪ੍ਰਯੋਗ ਕੀਤਾ, ਉਹਨੇ ਕੀਤਾ ਚੁੱਲ੍ਹੇ 'ਚ ਅੱਗ ਬਾਲੀ ਤੇ ਧੂਆਂ ਕਰਤਾ, ਪਾਣੀ ਪਾ ਕੇ ਛਿੱਟਾ ਮਾਰ ਕੇ ਅੱਗ ਬੁਝਾਤੀ, ਧੂਆਂ ਹੋ ਗਿਆ, ਘੜਾ ਰੱਖਤਾ ਉਹਦੇ ਉੱਤੇ, ਘੜੇ 'ਚ ਧੂਆਂ ਭਰ ਲਿਆ, ਚੱਪਣੀ ਦੇ ਕੇ ਬਾਹਰ ਲਿਆ, ਕਹਿੰਦਾ ਦੇਖੋ ਧੂਆਂ ਨਿਕਲਿਆ ਨਾ, ਅੱਗ ਤਾਂ ਨਹੀਂ ਹੈਗੀ ਇੱਥੇ। ਅਫਵਾਹ ਹੀ ਹੁੰਦੀ ਹੈ, ਜ਼ਰੂਰੀ ਨਹੀਂ ਕਈ ਵਾਰ ਅੱਗ ਹੋਵੇ, ਪਰ ਕਈ ਵਾਰੀ ਲਾਂਭੂ ਨਿਕਲਦੇ ਆ, ਕਈ ਵਾਰ ਲਾਂਭੂ ਨਿਕਲਦੇ। ਜਿਸ ਤਰ੍ਹਾਂ ਹੁਣ ਤੁਹਾਨੂੰ ਪਤਾ, ਤੁਸੀਂ ਮੇਰੇ ਕੋਲ ਗੱਲ ਕਰਨ ਲੱਗੇ ਜੇ, ਜਿਹੜੀ ਆਪਣੇ ਮੰਤਰੀ ਫਾਰੈਸਟ ਮਿਨਿਸਟਰ ਜਿਹੜੇ ਉਹਨਾਂ ਕੋਲ ਰਾਤ ਪੁਲਿਸ ਪਹੁੰਚ ਗਈ ਹੈ, ਇਹ ਵੀ ਮੈਂ ਇੱਕ ਨਾਟਕ ਦਾ ਹਿੱਸਾ ਹੀ ਸਮਝਦਾ। ਨਾਂ ਦੇਖੋ ਕਿੰਨਾ ਖੂਬਸੂਰਤ ਹੈ, ਸਾਧੂ ਸਿੰਘ। ਹੁਣ ਸਾਧੂ ਦਾ ਨਾਂ ਹੀ ਅੱਗੇ ਧਰਮ ਸੋਤ, ਮਤਲਬ ਸਾਧੂ ਵੀ ਤੇ ਧਰਮ ਵੀ ਆ ਗਿਆ। ਨਾਂ ਤਾਂ ਸੋਹਣਾ, ਨਾਂ ਤੇ ਬਹੁਤ ਵਧੀਆ। ਇਹ ਵੀ ਨਾਟਕ ਦਾ ਹਿੱਸਾ। ਹੁਣ ਨਾਮ ਤਾਂ ਬੜਾ ਧਾਰਮਿਕ ਹੈ, ਸਾਧੂ ਵੀ ਹੈਗਾ ਤੇ ਧਰਮ ਵੀ ਹੈਗਾ, ਪਰ ਜਿਹੜੇ ਇਲਜ਼ਾਮ ਲੱਗਦੇ ਪਏ ਨੇ ਈਡੀ ਵੱਲੋਂ ਤੇ ਜਿਹੜੇ ਛਾਪੇ ਪੈਂਦੇ ਪਏ ਨੇ, ਆਪ ਐਕਸ਼ਨ ਵਿੱਚ ਹੈਗੀ ਇਸ ਵਕਤ, ਉਹ ਤੇ ਕੁਝ ਹੋਰ ਹੀ ਨਿਕਲਦਾ ਪਿਆ, ਨਾਂ ਦੇ ਬਿਲਕੁਲ ਉਲਟ ਨਿਕਲਦਾ ਪਿਆ। ਕਿ ਪਿੰਡਾਂ 'ਚ ਹੁੰਦਾ ਕਿ ਜਿਹੜਾ ਬਹੁਤ ਬੰਦਾ
ਨਹੀਂ ਤੁਰਿਆ ਜਾਂਦਾ ਜਿਹਦੇ ਕੋ ਵਿਚਾਰਾ ਜਿਹਦੇ 'ਚ ਲੱਤਾਂ 'ਚ ਜਾਨ ਨਹੀਂ ਗੀ, ਤੁਰਨ ਜੋਗਾ ਨਹੀਂ, ਉਹਨੂੰ ਆਂਦੇ ਯਾਰ ਪਹਿਲਵਾਨਾਂ ਕਿੱਧਰ ਜਾ ਰਿਹਾ, ਉਹਨੂੰ ਪਹਿਲਵਾਨ ਆਂਦੇ। ਜਿਹੜਾ ਬੰਦਾ ਵਿਚਾਰਾ ਮਾੜਾ ਮੋਟ ਹੈਗਾ, ਜਿਹਦੇ ਕੋਲ ਰੋਜੀ ਰੋਟੀ ਦਾ ਆਸਰਾ ਨਹੀਂਗਾ, ਉਹਨੂੰ ਸ਼ਾਹ ਜੀ ਕੀ ਹਾਲ ਆ, ਪਿੰਡਾਂ 'ਚ ਇਹ ਗੱਲ ਹੁੰਦੀ ਸਾਰਾ। ਜਿਹਦੇ ਕੋਲ ਸਭ ਕੁਝ ਹੈ ਉਹਨੂੰ ਗਰੀਬਦਾਸ। ਤੇ ਜਿਹੜਾ ਬੰਦਾ ਜਿਹਨੂੰ ਊੜਾ ਨਹੀਂ ਹੁੰਦਾ ਉਹਨੂੰ ਹੁੰਦਾ ਗਿਆਨ ਸਿੰਘ ਜੀ ਕਿੱਧਰ ਜਾ ਰਹੇ। ਇਹ ਇੱਕ ਕਟਾਕਸ਼ ਹੁੰਦੇ ਸੀ ਜਾਂ ਲੋਕਾਂ ਦਾ ਗੱਲ ਨੂੰ ਵੱਡਾ ਕਰਕੇ ਦੱਸਣ ਦੀ ਗੱਲ ਸੀਗੀ, ਇਹ ਹੈ। ਪਰ ਹੁਣ ਜਿਹੜੀ ਗੱਲ ਹੈ, ਇਹਨਾਂ ਨੇ ਉਹ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਮਲੋਹ ਵਾਲੇ ਪਾਸਿਓਂ, ਜਿੱਥੇ ਖੁਦ ਲਗਾਤਾਰ ਹੀ ਰਹੇ ਆ ਵਿਧਾਇਕ, ਔਰ ਉਹ ਸੀਰੀਜ਼ ਜਿੱਥੋਂ ਇਹਨਾਂ ਨੂੰ ਅਰੈਸਟ ਕੀਤਾ, ਇਹਨਾਂ ਕਿਹਾ ਕਿ 12 ਵਜੇ ਆਉਣ ਦੀ ਕੀ ਲੋੜ ਸੀ, ਜੇ ਇੱਦਾਂ ਦਾ ਮੇਰੇ 'ਤੇ ਸ਼ੱਕ ਸੀ ਮੈਂ ਆਪਣੇ ਆਪ ਆ ਜਾਣਾ ਸੀ। ਜਦੋਂ ਕਿ ਉਹ ਜਿਹੜੀ ਕਾਗਜ਼ ਬੋਲਦੇ ਨੇ, ਡਾਕੂਮੈਂਟਸ ਬੋਲਦੇ ਆ, ਡਾਇਰੀ ਫੜੀ ਗਈ ਆ, ਵਿਜੀਲੈਂਸ ਨੇ ਫੜੀ ਡਾਇਰੀ, ਔਰ ਉਹਨਾਂ ਦੀ ਜਿਹੜਾ ਇਹਨਾਂ ਦਾ ਨਾਲ ਠੇਕੇਦਾਰ ਸੀ ਉਹਦੇ ਬਿਲਕੁਲ ਥੱਲੇ ਬੇਸਮੈਂਟ ਤੋਂ ਫੜੀ ਹੈ, ਔਰ ਉਹਦੇ ਵਿੱਚ ਕਿੰਨਾ ਲਿਖਿਆ, ਅੱਜ ਦੀਆਂ ਅਖਬਾਰਾਂ ਜਾਂ ਤੁਸੀਂ ਪੜ੍ਹ ਕੇ ਦੇਖੋ, 500 ਰੁਪਏ ਪਰ ਦਰਖਤ ਰੁੱਖ ਲੈਂਦੇ ਸੀ। ਫਿਰ ਜਿਹੜਾ ਇਹਨਾਂ ਦਾ DFO ਸੀਗਾ ਉਹਨੂੰ ਮਿਲਦੇ ਸੀਗੇ 300 ਰੁਪਏ, ਜਿਹੜਾ ਰੇਂਜ ਅਫਸਰ ਸੀ ਉਹਨੂੰ 300 ਰੁਪਈਆ, ਜਿਹੜਾ ਗਾਰਡ ਸੀ ਉਹਨੂੰ 100 ਰੁਪਈਆ। ਦੇਖੋ ਕੀ ਵੰਡੀਆਂ ਪਾਈਆਂ, ਜਿੱਦਾਂ ਆਪ ਹੀ ਲਾਏ ਹੁੰਦੇ ਰੁੱਖ, ਜਿੱਦਾਂ ਸਾਰੀ ਉਮਰ ਆਪ ਪਾਣੀ ਪਾਇਆ ਹੁੰਦਾ, ਔਰ ਆਪਣੀ ਮਲਕੀਅਤ ਬਣਾ ਲੈਂਦੇ ਆ। ਹੁਣ ਦੇਖੋ ਜਿਹੜੀਆਂ ਚੀਜ਼ਾਂ ਆ ਗਈਆਂ, ਹੁਣ ਇਹਦੇ ਵਿੱਚ ਜਿਹੜੇ ਇਹਨਾਂ ਦੀ ਪਾਰਟੀ ਦੇ ਨੇਤਾ ਨੇ, ਜਿਸ ਪ੍ਰਤਾਪ ਸਿੰਘ ਬਾਜਵਾ ਜੀ ਨੇ, ਰਾਜਾ ਵੜਿੰਗ ਜੀ, ਉਹਨਾਂ ਨੇ ਕਿਹਾ ਕਿ ਇਹ ਤਾਂ ਸਿਰਫ ਸਾਡੇ ਤੋਂ ਬਦਲਾ ਲਿਆ ਗਿਆ, ਸਾਡੇ ਤੇ ਇਹ ਜਾਣ ਬੁੱਝ ਕੇ ਬਲੇਮ ਲਾਇਆ ਗਿਆ, ਜਦੋਂ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ। ਪਾਰਟੀ ਕੀ ਕਰਦੀ ਆ, ਲੋਕ ਕੀ ਕਰਦੇ ਆ, ਵਿਜੀਲੈਂਸ ਕੀ ਕਰਦੀ ਆ, ਔਰ ਜੁਡੀਸ਼ਰੀ ਦੇਖੋ ਕੀ ਕਰਦੀ ਆ। ਹੁਣ ਇਹ ਹੈਗਾ, ਇਹ ਤੁਹਾਡੀ ਵਾਲੀ ਗੱਲ ਬਿਲਕੁਲ ਸਹੀ ਆ, 16 ਨੇ ਜਿਹਨੂੰ ਤੁਸੀਂ ਕਿਹਾ ਕਿ ਨਾਟਕੀ ਕਰਨਾ, ਹੁਣ ਇਹ ਬਿਲਕੁਲ ਨਾਟਕੀ ਕਰਨਾ। ਹੁਣ ਦੇਖੋ, ਜੇ ਸਰਕਾਰ ਆ ਜਿਹੜੀ ਮੌਕੇ ਦੀ ਮਾਨ ਸਰਕਾਰ ਹੈ, ਜਿਹਦੇ ਇਹਦੇ 'ਤੇ ਕੋਈ ਸਖਤੀ ਕਰਕੇ ਜਾਂ ਇਹ 'ਤੇ ਕੋਈ ਸਕੰਜਾ ਲਾ ਕੇ ਪੂਰਾ ਕਰਕੇ, ਜਦੋਂ ਸ਼ਿਕਾਰ ਫੜਨਾ ਹੁੰਦਾ ਸਕੰਜਾ ਲਾ ਕੇ ਫੜਿਆ ਜਾਂਦਾ, ਹੁਣ ਉਹਦੇ 'ਚ ਇਹਨਾਂ ਫੜ ਤੇ ਲਿਆ ਸ਼ਿਕਾਰ। ਹੁਣ ਇਹਨੂੰ ਚਾਹੁੰਦੇ ਨੇ ਕਿ ਜਾਣਗੇ ਕਿ ਇਹਦੇ 'ਤੇ ਕੀ ਧਾਰਾ ਲੱਗਦੀ ਹੈ, ਕੀ ਕੁਛ ਹੁੰਦਾ। ਔਰ ਇਹਦੇ ਵਿੱਚ ਦੇਖੋ ਇਹਨਾਂ ਦੇ ਜਿਹੜੇ ਅਕਾਊਂਟ ਉਹ ਵੀ ਖੰਗਾਲੇ ਆ, ਜਿਹਦੇ ਵਿੱਚ ਉਹਨਾਂ ਨੇ ਪੈਸੇ ਰੱਖੇ ਆ, ਔਰ 11 ਇਹਨਾਂ ਦੀ ਪ੍ਰਾਪਰਟੀਜ਼ ਆ ਉਹ ਵੀ ਵੇਖੀਆਂ, ਪਟਿਆਲੇ ਆ, ਖਰੜ ਆ, ਇੱਧਰ ਜਿੱਥੇ ਹੈਗੀਆਂ। ਔਰ ਉਹਨਾਂ ਤੋਂ ਬਾਅਦ ਇਹਨਾਂ ਨੇ ਜਿਹੜੇ ਚੀਜ਼ਾਂ ਇਹ ਨਹੀਂ ਵੇਚੀਆਂ, ਜਿਹਨਾਂ ਦੀ ਟ੍ਰਾਂਸਫਰ ਕਰਦੇ ਸੀ ਜਾਂ ਨੌਕਰੀ ਦਿੰਦੇ ਸੀ, ਟ੍ਰਾਂਸਫਰ ਦਾ ਵਜ਼ੀਫਾ 20 ਲੱਖ ਰੁਪਏ ਤੱਕ ਇਹਨਾਂ ਦੇ ਜੌਬ ਦਾ ਵੀ ਹੈਗਾ, ਉਹ ਵੀ ਪੈਸਾ ਆ ਗਿਆ। ਇੱਕੋ ਵਜ਼ੀਫਿਆਂ ਦਾ ਵੀ ਹੈਗਾ। ਹਾਂ, ਸਭ ਤੋਂ ਵੱਡਾ ਉਹ ਹੈਗਾ। ਉਹ ਕਦੋਂ ਆਇਆ, ਜਦੋਂ ਮੁੱਖ ਮੰਤਰੀ ਸਨ, ਕਾਂਗਰਸ ਦੀ ਸਰਕਾਰ ਸੀਗੀ, ਕੈਪਟਨ ਅਮਰਿੰਦਰ ਸਿੰਘ ਜੀ, ਉਦੋਂ ਉਹਨਾਂ ਨੇ ਇਹ ਕੀਤਾ। ਇਹ ਸਕਾਲਰਸ਼ਿਪ ਸੀ, ਦਲਿਤ ਬੱਚੇ ਜਿਹੜੇ ਉਹਨਾਂ ਦਾ ਸੀਗਾ, ਗਵਰਨਮੈਂਟ ਸੈਂਕਸ਼ਨ ਕਰਦੀ ਸੀ ਤੇ ਸਕੂਲਾਂ 'ਚ ਜਾਂਦਾ ਸੀ ਪੈਸਾ, ਔਰ ਉਹਨਾਂ ਤੋਂ 1 ਰੁਪਈਏ ਨੇ ਗਿਆ। ਇਹ 'ਚ ਪਵਨ ਟੀਨੂ MLA ਸੀਗੇ ਆਦਮਪੁਰ ਤੋਂ, ਉਹਨਾਂ ਨੇ ਵੀ ਇਹ ਮੁੱਦਾ ਚੁੱਕਿਆ ਸੀ, ਹੋਰ ਵੀ ਮੰਤਰੀਆਂ ਨੇ, ਹੋਰ MLA ਨੇ ਕਿਹਾ ਸੀਗਾ। ਪਰ ਦੇਖੋ, ਜਿਹੜੇ ਕਹਿ ਰਹੇ ਨੇ ਕਿ ਹੁਣ ਇਹਨਾਂ ਦੀ ਮੈਂ ਤੁਹਾਨੂੰ ਫਾਈਲ ਦਊਂਗਾ, ਮਾਨ ਸਾਹਿਬ ਤੁਹਾਨੂੰ ਉਹ ਫਾਈਲ ਦੇਣਾ, ਮੁੱਖ ਮੰਤਰੀ ਤੁਸੀਂ ਮੌਜੂਦਾ ਜੇ, ਉਹ ਮੰਤਰੀਆਂ 'ਤੇ ਤੁਸੀਂ ਹੁਣ ਇੱਦਾਂ ਦਾ ਸਕੰਜਾ ਕੱਸੋ, ਤੇ ਉਹਨਾਂ ਨੇ ਇਹਨੂੰ ਕਲੀਨ ਚਿੱਟ ਦੇ ਦਿੱਤੀ। ਇਹ ਵੀ ਗੱਲ ਰਹੀ ਹੈ, ਕਿਉਂਕਿ ਉਹਨੂੰ ਕਲੀਨ ਚਿੱਟ ਦੇ ਕੇ, ਜਦੋਂ ਕਿ ਉਹ ਮੁੱਦਾ ਉਹ ਵੀ ਪੂਰਾ ਉਸੇ ਤਰ੍ਹਾਂ ਦਾ ਹੈਗਾ। ਇਹ ਇਹਨਾਂ ਨੇ ਕਿਹਾ ਵਾ, ਧਰਮਸੋਤ ਜੀ ਨੇ ਕਿਹਾ ਕਿ ਇਹ ਜਿਹੜਾ ਮਾਮਲਾ ਵਾ ਇਹ ਮੇਰੇ ਤੇ ਜਾਣਬੁੱਝ ਕੇ ਲਾਇਆ ਗਿਆ ਵਾ, ਜਦੋਂ ਕਿ ਮੇਰਾ ਉਹਦੇ ਵਿੱਚ ਕੋਈ ਨਾਂ ਨਹੀਂ ਹੈਗਾ। ਜਿਹੜੀ ਡਾਇਰੀ ਫੜੀ ਆ ਉਹਨਾਂ 'ਚ ਵੀ ਕਿਹਾ ਮੈਂ ਉਹਨਾਂ ਬੰਦਿਆਂ ਨੂੰ ਜਾਣਦਾ ਨਹੀਂਗਾ। ਪਰ ਇਹ ਜ਼ਬਾਨੀ ਕਲਾਮੀ ਨਹੀਂ ਹੁੰਦਾ। ਦੂਜੀ ਗੱਲ ਪਤਾ ਕੀ ਹੈਗੀ ਹੈ, ਇੱਕ ਗੱਲ ਹੋਰ ਹੈਗੀ ਆ, ਜਿਹਦੇ 'ਚ ਸਾਡੀ ਜਿਹੜੀ ਤੁਸੀਂ ਗੱਲ ਕੀਤੀ ਡੈਮੋਕ੍ਰੇਸੀ ਆ, ਜਾਂ ਥਾਣੇ ਨੇ, ਜਾਂ ਜੁਡੀਸ਼ਰੀ ਹੈ, ਉਹਦੇ 'ਚ ਇਹ ਹੁੰਦਾ ਕਿ ਇੱਕ ਵਾਰੀ ਤੁਸੀਂ ਮਾਮਲਾ ਫੜਨਾ ਬਹੁਤ ਔਖਾ ਨਹੀਂ, ਮਾਮਲਾ ਫੜਿਆ ਜਾਂਦਾ, ਬਿਆਨਬਾਜ਼ੀ ਹੁੰਦੀ ਆ, ਉੱਥੇ ਧਾਰਾ ਲੱਗ ਜਾਂਦੀਆਂ, ਫਿਰ ਉਹਨੂੰ ਕੋਈ ਫਾਲੋ ਕਰਨ ਲਈ ਗਵਾਹ ਕਿੱਥੋਂ ਨੇ, ਕੋਈ ਨਹੀਂ ਆਉਂਦਾ। ਇਹਦੇ 'ਤੇ ਹੁਣ ਵਿਜੇ ਸਿੰਗਲਾ ਜੀ ਫੜੇ ਗਏ ਆ ਜਦੋਂ ਆਏ ਉੱਥੇ, ਸਿਹਤ ਮੰਤਰੀ, ਔਰ ਸਤਿੰਦਰ ਜੈਨ ਦਿੱਲੀ ਤੋਂ ਵੀ ਫੜੇ ਗਏ ਇਸ ਮਾਮਲੇ 'ਚ, ਉਹਨਾਂ ਕੋਲ ਵੀ ਬਹੁਤ ਕੁਝ ਨਿਕਲਿਆ। ਕੱਲ੍ਹ ਪਰਸੋਂ ਉਹਨਾਂ ਦੇ ਇੱਕ ਦੋਸਤ ਨਾਲ ਗੁਆਂਢੀ, ਉਹਨਾਂ ਕੋਲ ਇਹਨਾਂ ਦਾ ਪੈਸਾ ਫੜਿਆ ਗਿਆ, 3 ਕਰੋੜ ਦੇ ਕਰੀਬ ਤੇ ਸੋਨਾ ਫੜਿਆ ਗਿਆ। ਔਰ ਇਹ ਗੱਲ ਹੁਣ ਉੱਥੇ ਉਹਨਾਂ ਨੂੰ ਪਦਮ ਸ਼੍ਰੀ ਦੇਣ ਨੂੰ ਫਿਰਦੇ ਸੀ ਉਹ ਬੰਦੇ, ਉਹਨਾਂ ਨੂੰ, ਬਿਲਕੁਲ ਸਹੀ ਹੈ ਨਾ ਜੀ। ਉਹ ਗੱਲ ਹੁਣ ਉਹ ਦੇਖੋ, ਉਹ ਸਟੇਟਸ ਇਹਨਾਂ ਦਾ ਇਹ ਇੱਥੇ ਹੋਗਾ। ਵਿਜੇ ਸਿੰਗਲਾ ਜੀ 2 ਆਪ ਦੇ ਹੀ ਸਿਹਤ ਮੰਤਰੀ ਫੜੇ ਗਏ, ਔਰ ਦੇਖੋ ਬਾਕੀ ਰਹਿੰਦੇ ਖੁੰਦਾ ਜਿਹੜੀ ਕਾਂਗਰਸ ਸੀਗਾ, ਇਹਨਾਂ ਦਾ ਮੰਤਰੀ ਜੀ ਆਪ ਅੱਜ ਗ੍ਰਿਫਤਾਰ ਹੋ ਗਿਆ। ਹੁਣ ਦੇਖੋ, ਇਹ ਹੁਣ ਗੱਲ ਹਾਸੋਹੀਣੀ ਵੀ ਹੈ, ਸੀਰੀਅਸ ਵੀ ਹੈਗੀ ਆ। ਔਰ ਜੇ ਪਬਲਿਕ ਕਹੂਗੀ ਤਾਂ ਪਬਲਿਕ ਇਹ 'ਤੇ ਵਿਚਾਰੀ ਕੀ ਕਰ ਸਕਦੀ, ਪਬਲਿਕ ਨੇ ਤਾਂ ਪੜ੍ਹ ਲੈਣਾ, ਸੁਣ ਲੈਣਾ। ਪਰ ਜੇ ਜੁਡੀਸ਼ਰੀ ਕੁਝ ਕਰਦੀ ਹੈ, ਜਾਂ ਮਾਨ ਸਾਹਿਬ ਦੀ ਸਰਕਾਰ ਕੁਝ ਕਰਦੀ ਹੈ, ਜਾਂ ਇਹਦੇ 'ਤੇ ਸਖਤੀ ਵਰਤਦੀ ਹੈ, ਹੁਣ ਜੇ ਡੈਮੋਕ੍ਰੇਸੀ 'ਤੇ ਆਈਆਂ ਅੱਗੇ ਮਿਲਣੀਆਂ ਨਹੀਂ ਗਵਾਹੀਆਂ ਤੋਂ ਬਾਅਦ ਜਾਂ ਤਾਂ ਸਾਫ਼ ਚਿੱਟਾ ਬਾਹਰ ਆ ਜਾਊਗਾ, ਜਦੋਂ ਗਵਾਹੀ ਨਹੀਂ ਮਿਲੇਗਾ। ਹਾਂ, ਔਰ ਤੁਸੀਂ ਦੇਖੋ ਕਿੰਨੇ ਕੇਸ ਗਏ ਆ, ਤੁਸੀਂ ਉਹਨੂੰ ਕਿਤੇ ਫਾਲੋ ਕਰੋ, ਜਾਂ ਕਦੀ ਮੁੜ ਕੇ ਸੁਣਦੇ ਨਹੀਂ ਕੁਛ, ਉਹਦਾ ਨਹੀਂ ਲੱਭਦਾ ਕੁਛ। ਜਿਹੜਾ ਵੀ ਕੋਈ ਕੇਸ ਸੀਰੀਅਸ ਕੇਸ ਹੁੰਦਾ, ਪਹਿਲਾਂ ਮੀਡੀਆ ਬੜਾ ਚੁੱਕਦਾ ਉਹਨੂੰ, ਉਹ ਜਦੋਂ ਗਿਆ ਉਹ ਪਾਸੇ ਹੋ ਗਿਆ, ਮੁੜ ਕੇ ਕੋਈ ਹੋਰ ਆ ਗਿਆ, ਉਹਦੇ ਮਗਰ ਲੱਗ ਗਿਆ। ਜਿੱਦਾਂ ਉਹ ਸਰਸੇ ਵਾਲੇ ਸੀਗੇ ਰਾਮ ਰਹੀਮ ਜੀ, ਗੁਰਮੀਤ ਰਾਮ ਰਹੀਮ ਜੀ, ਉਹਨਾਂ ਦਾ ਕਮਾਲ ਦੀ ਗੱਲ ਸੀ, ਕਿੱਥੋਂ ਦਾ ਕਿੱਧਰ ਚਲ ਗਿਆ, ਹਨੀਪ੍ਰੀਤ ਦੇ ਨਾਲ ਇਹ ਰਿਲੇਸ਼ਨ ਫਲਾਨਾ। ਔਰ ਉਹ ਅਸੀਂ ਦੇਖ ਕੇ ਮੀਡੀਆ 'ਤੇ ਤੁਸੀਂ ਕੀ ਕੁਝ ਕਰਦੇ ਰਹੇ।
ਉਹ ਇਸ ਵੇਲੇ ਉੱਥੇ ਚਲੇ ਗਿਆ, ਹੁਣ ਉਹ ਭੁੱਲ ਗਿਆ ਸਾਰਾ ਕੁਝ, ਅਜੇ ਤੱਕ ਗੱਲ ਕੋਈ ਇਹ ਹੈ ਮਤਲਬ ਨਹੀਂ। ਉਹਨਾਂ ਨੂੰ ਮੀਡੀਆ ਕਲਾਸ ਨੂੰ ਇਹ ਹੈ ਕਿ ਜਦੋਂ ਤੱਕ TRP ਹੈ, ਕੈਸ਼ ਕੀਤਾ ਜਾ ਸਕਦਾ ਉਸ ਮੁੱਦੇ ਨੂੰ, ਉਦੋਂ ਤੱਕ ਉੱਤੇ ਗੱਲ ਕਰਾਂਗੇ। ਜਦੋਂ ਉਹਦੇ 'ਚ ਕੁਝ ਲੱਭਣਾ ਹੀ ਨਹੀਂ, ਹੁਣ ਕੈਸ਼ ਨਹੀਂ ਕੀਤਾ ਜਾ ਸਕਦਾ, ਪੈਸਾ ਨਹੀਂ ਕਮਾਇਆ ਜਾ ਸਕਦਾ, ਪ੍ਰੋਫਿਟ ਨਹੀਂ ਲਿੱਤਾ ਜਾ ਸਕਦਾ, ਫਿਰ ਉਹਨੂੰ ਕਿਉਂ ਟਾਈਮ ਆਪਾਂ ਵੇਸਟ ਕਰੀਏ? ਕਿਉਂਕਿ ਅਸੀਂ ਸੈਟੇਲਾਈਟ ਦਾ ਖਰਚਾ ਵੀ ਦੇ ਰਹੇ ਹਾਂ, ਸਟੂਡੀਓ ਦਾ ਖਰਚਾ ਵੀ ਦੇ ਰਹੇ ਹਾਂ, ਲਾਈਟਾਂ ਦਾ ਖਰਚਾ, ਇਹ ਖਰਚੇ ਕਿੱਥੋਂ ਚੁੱਕਣੇ ਨੇ? ਤੇ ਨਾਲੇ ਇੰਨੀਆਂ ਸੈਲਰੀਆਂ ਦਿੰਦੇ ਪਏ ਆਪਣੇ ਸਟਾਫ ਨੂੰ, ਕਿਉਂਕਿ ਜਿਹੜੇ ਵੱਡੇ ਵੱਡੇ ਬਿਜ਼ਨਸ ਹਾਊਸਿਸ ਨੇ, ਵੱਡੇ ਵੱਡੇ ਮੀਡੀਆ ਹਾਊਸਿਸ ਨੇ, ਇਹਨਾਂ ਦੇ ਖਰਚੇ ਘੱਟ ਨਹੀਂ ਹੈਗੇ। ਹੁਣ ਉਹ ਖਰਚੇ ਕਿੱਥੋਂ ਪੂਰੇ ਕਰਨੇ ਨੇ? ਤਾਂ ਇਸ ਕਰਕੇ ਮੁੱਦਾ ਉਹ ਚੁੱਕਣਗੇ ਜਿਹਦੇ 'ਚੋਂ ਖਰਚੇ ਨਿਕਲਦੇ ਹੋਣ, ਇਹ ਧਿਆਨ 'ਚ ਰੱਖ ਕੇ ਚੱਲਣਗੇ। ਤੇ ਕਈ ਐਕਸਪਰਟਸ ਤਾਂ ਕਹਿੰਦੇ ਮੀਡੀਆ ਹਾਊਸਿਸ ਥੋੜ੍ਹਾ ਨੇ, ਇਹ ਤਾਂ ਦੁਕਾਨਾਂ ਨੇ, ਦੁਕਾਨਾਂ ਖੁੱਲੀਆਂ ਹੋਈਆਂ ਨੇ, ਤਾਂ ਉਸ ਦੇ ਮੁਤਾਬਿਕ ਇਹਨਾਂ ਨੇ ਚੱਲਣਾ, ਜਿੱਥੋਂ ਜਿੱਥੋਂ ਪ੍ਰੋਫਿਟ ਮਿਲੇਗਾ। ਦੂਜਾ ਪੁਆਇੰਟ ਪਤਾ ਕੀ ਹੈਗਾ, ਜੇ ਤਾਂ ਇਹਨਾਂ ਦੇ ਤਾਂ ਹੋ ਗਿਆ ਨਾ, ਗ੍ਰਿਫਤਾਰ ਹੋ ਗਏ, ਇਹਨਾਂ ਦਾ ਸ਼ੁਰੂ ਹੋ ਜੂ ਚੱਲਣਾ ਕੇਸ, ਹੈ ਨਾ, ਇਹਨਾਂ ਨੂੰ ਰਿਮਾਂਡ 'ਚ ਲੈ ਲਿਆ ਇਹਨਾਂ ਨੇ, ਜੁਡੀਸ਼ੀਅਲ ਰਿਮਾਂਡ 'ਚ। ਤੇ ਜਦੋਂ ਜਿਹੜੇ ਚਰਨਜੀਤ ਚੰਨੀ ਮੁੱਖ ਮੰਤਰੀ ਸੀ, ਇਹਨਾਂ ਨੂੰ ਹਟਾ ਕੇ, ਕਿਉਂਕਿ ਮੁੱਖ ਮੰਤਰੀ ਜਦੋਂ ਸੀਗੇ ਕੈਪਟਨ ਸਾਹਿਬ, ਉਦੋਂ ਸੀਗੇ ਫਾਰੈਸਟ ਮਿਨਿਸਟਰ, ਇਹਨਾਂ ਨੇ ਉਦੋਂ ਬਾਅਦ ਸੰਗਤ ਸਿੰਘ ਖਿਲਜੀਆਂ ਨੂੰ ਲਾ ਲਿਆ, ਔਰ ਉਹਨਾਂ ਕੋ ਜੋ ਰੇਸ਼ੋ ਉਹਨਾਂ ਕੋ ਆਉਂਦੀ ਹੈ, ਉਹੀ ਰੇਸ਼ੋ ਉਹਨਾਂ ਕੋ ਅੱਜ ਸਾਰੇ ਜਿਹੜਾ ਮੀਡੀਆ, ਪ੍ਰਿੰਟ ਮੀਡੀਆ ਤੇ ਜਿਹੜਾ ਇਲੈਕਟ੍ਰੋਨਿਕਸ ਮੀਡੀਆ 'ਚ ਆ ਚੁੱਕਿਆ, ਕਿ ਇਹਨਾਂ ਕੋਲ ਵੀ ਉਸੇ ਤਰ੍ਹਾਂ ਪੈਸਾ ਆਇਆ, ਉਸੇ ਤਰ੍ਹਾਂ ਕਮਿਸ਼ਨ ਆਇਆ, A to Z ਜੋ ਰੇਸ਼ੋ ਉਹਨਾਂ ਦੀ ਸੀ, ਉਹ ਉਸੇ ਤਰ੍ਹਾਂ ਇਹ ਕੰਮ ਕਰਦੇ ਰਹੇ। ਦੇਖੋ ਉਹਨਾਂ ਨੂੰ ਪਤਾ ਵੀ ਇਹ ਕੰਮ ਉਹ ਚੱਲਦਾ ਰਿਹਾ, ਕਿਉਂਕਿ ਵਿੱਚ ਦਲਾਲ ਜਿਹੜੇ ਹੁੰਦੇ ਆ, ਉਸੇ ਤਰ੍ਹਾਂ ਆ ਕੇ ਕੋਲ ਬਹਿ ਜਾਂਦੇ ਆ ਵੀ ਉਹ ਉਹਨਾਂ ਦਾ ਮਾਮਲਾ ਸੀਗਾ, ਤੁਹਾਨੂੰ ਆ ਰਹੇ ਪੈਸੇ ਇੰਨੇ ਆ ਰਹੇ, ਅਕਾਊਂਟ ਦੱਸੋ 'ਚ ਪੈਸਾ ਆਉਣਾ, ਕੈਸ਼ ਫੜਨਾ, ਕੈਸ਼ ਫੜੋ, ਜੋ ਕੁਛ ਹੈਗਾ। ਹੁਣ ਉਹਨਾਂ ਤੇ FIR ਲੌਜ ਹੋ ਗਈ ਆ। ਦੇਖੋ ਇਹ ਕੀ ਹੁੰਦਾ ਵੀ ਇੱਕ ਪੌੜੀ ਚੜ੍ਹੇ ਤੇ ਦੂਜੀ ਪੌੜੀ ਵੀ ਉਹੋ ਜਿਹੀ ਹੈ, ਤੀਜੀ ਪੌੜੀ ਵੀ ਉਹੋ ਜਿਹੀ ਹੈ। ਪਹਿਲੀ ਧਰਮ ਸੋਚ ਸੀ ਜਿਸ ਪੌੜੀ ਤੇ, ਉਦੋਂ ਬਾਅਦ ਉਹ ਤਾਂ ਪੌੜੀ ਉਹਨਾਂ ਨੇ ਪਰੇ ਕਰਤੀ, ਤੇ ਦੂਜੀ ਪੌੜੀ ਤੇ ਆ ਗਿਆ ਗਿਲਜੀਆਂ ਜੀ, ਆ ਕੇ ਗਿਲਜੀਆਂ ਤੇ ਫਿਰ FIR ਲੌਜ ਹੋ ਗਈ। ਇਹ ਹੈਗੀ ਸਾਡੀ ਡੈਮੋਕ੍ਰੇਸੀ, ਇਹ ਸਾਡਾ ਹੈਗਾ ਪੰਜਾਬ, ਇਹ ਸਾਡੀ ਹੈਗੀ ਵਜ਼ਾਰਤ, ਇਹ ਸਾਡਾ ਸਾਰਾ ਜੋ ਕੁਝ ਬਣਤਰ ਹੈ ਸਾਡੇ ਰਾਜ ਦੀ, ਇਹ ਹੈਗਾ ਜਿਸ 'ਚ ਸਾਡੇ ਬੱਚਿਆਂ ਨੇ ਵੱਡੇ ਹੋਣਾ, ਪੜ੍ਹਨਾ ਵਾ, ਨੌਕਰੀਆਂ ਕਰਨੀਆਂ ਵਾ, ਇਹ ਸਿਸਟਮ ਆ। ਤੇ ਆਪਾਂ ਡਿਸਕਸ ਕਰਨਾ ਹੈ ਇਸ ਸਾਰੀ ਗੱਲ ਨੂੰ। ਕਿਉਂ? ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਡੈਮੋਕ੍ਰੇਸੀ ਇਸ਼ੂ ਬੇਸਡ ਪੋਲਿਟਿਕਸ ਹੈ। ਲੋਕਤੰਤਰ ਦੇ ਜਦੋਂ ਤੱਕ ਮੁੱਦੇ ਨਹੀਂ ਹੋਣਗੇ ਤੁਸੀਂ ਸਿਆਸਤ ਨਹੀਂ ਕਰ ਸਕਦੇ। ਹੁਣ ਸਿਆਸਤਦਾਨ ਕੀ ਕਰੇਗਾ? ਉਹ ਮੁੱਦੇ ਨੂੰ ਹੱਲ ਨਹੀਂ ਕਰੇਗਾ, ਕਿਉਂਕਿ ਮੁੱਦੇ ਤੇ ਆਲੇ ਦੁਆਲੇ ਤਾਂ ਉਹਨੇ ਆਪਣੀ ਸਿਆਸਤ ਬੁਣੀ ਹੋਈ ਹੈ। ਜੇ ਮੁੱਦਾ ਹੱਲ ਹੋ ਗਿਆ ਤੇ ਸਿਆਸਤ ਕਿੱਧਰ ਜਾਏਗੀ? ਉਸੇ ਮੁੱਦੇ ਦਾ ਤੇ ਖੱਟਿਆ ਖਾਣਾ ਉਹਨੇ। ਇਸ ਕਰਕੇ ਉਹ ਮੁੱਦੇ ਨੂੰ ਬਰਕਰਾਰ ਰੱਖੇਗਾ, ਹੋਰ ਕਈ ਮੁੱਦੇ ਖੜੇ ਹੋਣਗੇ। ਇਸ ਕਰਕੇ ਇਹ ਮੁੱਦਿਆਂ ਦਾ ਹੱਲ ਪਬਲਿਕ ਕਰ ਸਕਦੀ ਹੈ, ਸਿਆਸਤ ਕੋਲੋਂ ਤਾਂ ਮੁੱਦਿਆਂ ਦੇ ਹੱਲ ਦੀ ਉਮੀਦ ਨਾ ਰੱਖੀ। ਹਾਂ, ਕੋਈ ਬਹੁਤ ਹੀ ਰੇਅਰ ਬੰਦਾ, ਕੋਈ ਐਸਾ ਇਮਾਨਦਾਰ ਬੰਦਾ ਮਿਲ ਜਾਏ, ਐਸਾ ਕੋਈ ਨੇਤਾ ਹੋਵੇ ਜਿਹੜਾ ਬਿਲਕੁਲ ਲੋਕਾਂ ਦੇ ਪ੍ਰਤੀ ਤੇ ਸਟੇਟ ਦੇ ਪ੍ਰਤੀ ਸਮਰਪਿਤ ਹੋਵੇ, ਉਹ ਜ਼ਰੂਰ ਮੁੱਦੇ ਹੱਲ ਕਰੇਗਾ। ਵੀ ਨੀਡ ਅ ਸਟੇਟਸਮੈਨ। ਜਿਹੜਾ ਸਟੇਟਸਮੈਨ ਚਾਹੀਦਾ, ਪੋਲੀਟੀਸ਼ੀਅਨ ਨਹੀਂ ਚਾਹੀਦਾ, ਕਿਉਂਕਿ ਸਟੇਟਸਮੈਨ ਹਮੇਸ਼ਾ ਅਗਲੀ ਪੀੜ੍ਹੀ ਵਾਸਤੇ, ਅਗਲੀ ਜਨਰੇਸ਼ਨ ਬਾਰੇ ਸੋਚੇਗਾ, ਪਰ ਪੋਲੀਟੀਸ਼ੀਅਨ ਤਾਂ ਸਿਰਫ ਅਗਲੀਆਂ ਇਲੈਕਸ਼ਨਸ ਬਾਰੇ ਹੀ ਸੋਚੇਗਾ, ਇਸ ਤੋਂ ਵੱਧ ਉਹ ਸੋਚ ਨਹੀਂ ਸਕਦਾ। ਹੁਣ ਆਪਾਂ ਇੱਕ ਗੱਲ ਕਰਦੇ ਹਾਂ, ਜਿੱਦਾਂ ਆਪਾਂ ਕੱਟੜਪੰਥੀ ਦੀ ਗੱਲ ਕੀਤੀ ਸੀ ਪਹਿਲਾਂ, ਜੋ ਸਟੇਟਮੈਂਟ ਦਿੱਤੀ ਹੈ BJP ਤੇ ਬੁਲਾਰਿਆਂ ਨੇ, ਤੇ ਇੱਧਰ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਨੇ ਇੱਕ ਸਟੇਟਮੈਂਟ ਦੇ ਦਿੱਤੀ ਹੈ। ਮਾਨ ਸਾਹਿਬ ਨੂੰ ਉਹਨਾਂ ਨੇ ਵਿੱਚ ਰੱਖਿਆ ਹੈ ਸਟੇਟਮੈਂਟ ਦੇਣ ਲੱਗਿਆ। ਹੁਣ ਦੱਸੋ ਤੁਸੀਂ ਉਹ ਸਟੇਟਮੈਂਟ ਕਿੱਧਰ ਨੂੰ ਜਾਂਦੀ ਪਈ ਹੈ? ਤਾਂ ਇਹ ਦੇਖ ਲਓ ਕਿ ਵੀ ਧਰਮ ਦੀ ਆੜ ਨਾਲ ਜਾਂ ਪੋਲੀਟੀਕਲ ਜਿਹਦੇ ਵਿੱਚ ਸ਼ੈਲਟਰ ਹੁੰਦੀ ਆ, ਇਹ ਗੱਲਾਂ ਨੂੰ ਮਿਕਸ ਕਰਕੇ ਉਹਨੂੰ ਧਰਮ ਨਾਲ ਜੋੜਿਆ ਜਾਂਦਾ, ਤਾਂ ਕਿ ਉਹਨਾਂ ਨੂੰ ਪਤਾ ਵੀ ਇਹਦੀ ਹਵਾ ਜਿਹੜੀ ਬਹੁਤ ਸਿਖਰਾਂ ਤੱਕ ਜਾਊਗੀ, ਰੌਲਾ ਜਲਦੀ ਪੈ ਸਕਦਾ। ਇਹ ਕਈ ਵਾਰੀ ਕੋਈ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਵੀ ਹੋ ਸਕਦੀਆਂ। ਜਿਸ ਤਰ੍ਹਾਂ ਤੁਸੀਂ ਰਾਘਵ ਚੱਡਾ ਜੀ ਦੀ ਗੱਲ ਕੀਤੀ ਆ, ਇਹ ਗੱਲ ਅਜੇ ਤੱਕ ਬਾਕੀ ਧਾਰਮਿਕ ਸੰਸਥਾਵਾਂ ਕੋਲ ਨਹੀਂ ਗਈ, ਔਰ ਪਹੁੰਚ ਵੀ ਗਈ ਹੋਗੀ, ਅਜੇ ਤੱਕ ਕੋਈ ਇੱਦਾਂ ਦੀ ਪ੍ਰਤੀਕਿਰਿਆ ਨਹੀਂ ਹੋਈ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਉਹਦੇ 'ਚ ਵੀ ਹੈ, ਔਰ ਜਿਸ ਤਰ੍ਹਾਂ ਹੋਰ ਵੀ ਸੰਸਥਾਵਾਂ ਨੇ ਪੰਜਾਬ ਦੀਆਂ, ਉਹਨਾਂ ਦੀਆਂ ਵੀ ਅਜੇ ਨਜ਼ਰਾਂ 'ਚ ਨਹੀਂ ਗੱਲ ਗਈ। ਔਰ ਜਿੱਦਾਂ ਇਹਦੇ 'ਚ ਸਿਮਰਨਜੀਤ ਸਿੰਘ ਮਾਨ ਦੇ ਬੇਟਾ ਨੇ, ਅਮਾਨ ਸਿੰਘ, ਤੁਸੀਂ ਇਮਾਨਦਾਰੀ ਦੀ ਗੱਲ ਕੀਤੀ ਤੇ ਮੈਨੂੰ ਉਹਨਾਂ ਦਾ ਨਾਮ ਯਾਦ ਹੈ, ਅਮਾਨ ਸਿੰਘ, ਉਹਨਾਂ ਨੇ ਇਹ ਗੱਲ ਅੱਗੇ ਕੀਤੀ ਆ, ਮੀਡੀਆ 'ਚ ਲੈਂਦੀ ਹੈ, ਪ੍ਰਚਲਿਤ ਹੋਈ ਆ, ਕਿ ਉਹਨਾਂ ਨੇ ਕਿਹਾ ਕਿ ਜਦੋਂ ਉਹ ਗੱਲ ਤਾਂ ਹੁਣ ਪਤਾ ਨਹੀਂ ਉਹਨੇ ਕੀਤੀ ਜਾਂ ਕਿਸ ਤਰ੍ਹਾਂ ਦੀ ਹੈ, ਉਹਨਾਂ ਨੇ ਕਿਹਾ ਜਦੋਂ ਭਗਵੰਤ ਮਾਨ ਜੀ ਆਉਂਦੇ ਪਗੜੀ ਬੰਨ੍ਹ ਕੇ, ਔਰ ਇਹਨਾਂ ਦਾ ਜਦੋਂ ਪਗੜੀ ਬੰਨ੍ਹਦੇ ਆ ਤਾਂ ਉਹ ਆ ਕੇ ਪਸੀਨਾ ਪੂੰਝਦੇ, ਪਗੜੀ ਸ਼ਾਇਦ ਟਾਈਟ ਬੰਨ੍ਹਦੇ ਆ, ਔਰ ਕਈ ਵਾਰੀ ਇਹਨਾਂ ਦੇ ਮੱਥੇ ਦੇ ਆਲੇ ਦੁਆਲੇ ਖੂਨ ਸਿਮਦਾ ਹੁੰਦਾ, ਔਰ ਖੂਨ ਜਾਂਦਾ ਹੁੰਦਾ, ਸ਼ਾਇਦ ਪਗੜੀ ਦੀ ਟਾਈਟਨੈਸ ਹੈ ਜਾਂ ਇਸ ਤਰ੍ਹਾਂ ਦੀ ਗੱਲ ਕੀਤੀ ਉਹਨਾਂ ਨੇ। ਹੁਣ ਗੱਲ ਤਾਂ ਜੇ ਉਹਨਾਂ ਨੇ ਸੁਭਾਵਿਕ ਕੀਤੀ ਹੈ, ਕੁਝ ਵੀ ਕੀਤੀ ਹੈ, ਪਰ ਪਗੜੀ 'ਤੇ ਜਦੋਂ ਗੱਲ ਕਰਦੇ ਆ, ਜਾਂ ਪਗੜੀ 'ਤੇ ਜਦੋਂ ਕਿਸੇ ਦਾ ਹੱਥ ਵੀ ਲੱਗਦਾ, ਜਾਂ ਕਿਸ ਤਰ੍ਹਾਂ ਇੱਕ ਧਰਮ ਦਾ ਅਕੀਦਾ ਔਰ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ, ਔਰ ਜੋ ਵੀ ਗਿਆ ਇਹ ਧਰਮ ਦੇ ਅਕੀਦਤ ਨਾਲ ਸਮਰਪਿਤ ਹੈ ਧਰਮ ਨੂੰ। ਔਰ ਜੇ ਅਸੀਂ ਇੱਦਾਂ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਇਸ ਤਰੀਕੇ ਨਾਲ ਨਹੀਂ ਕਰਨੀ ਚਾਹੀਦੀ। ਔਰ ਇਹ ਗੱਲ ਉਹਨਾਂ ਕੋਲ ਪਹੁੰਚ ਗਈ, ਉਹਦੇ ਬਾਅਦ ਮੀਡੀਆ 'ਚ ਵੀ ਆ ਗਈ ਹੈ, ਪ੍ਰਿੰਟ ਮੀਡੀਆ 'ਚ ਵੀ ਛਾਇਆ ਹੋ ਗਈ ਹੈ। ਔਰ ਇਹ ਹੋ ਸਕਦਾ ਕਿ ਜੇ ਤਾਂ ਇਹਨੂੰ ਇਸ ਕੋਈ ਮਾੜਾ ਨਜ਼ਰੀਏ ਨਾਲ ਨਾ ਦੇਖਣ, ਜੇ ਇਹਨੂੰ ਆਈ ਗਈ ਗੱਲ ਕਹਿ ਜਾਣ, ਤਾਂ ਫਿਰ ਕੋਈ ਇੱਦਾਂ ਦੀ ਗੱਲ ਨਹੀਂ।
ਜੇ ਇਹਨੂੰ ਥੋੜਾ ਜਿਹਾ ਇਸ ਗੱਲ ਦੇ ਤਰੀਕੇ ਨਾਲ ਆ ਗਈ ਕਿ ਉਹਨਾਂ ਦੇ ਦਿਮਾਗ 'ਚ ਆ ਗਈ ਗੱਲ, ਵੱਡੇ ਨੇਤਾਵਾਂ ਦੇ ਜਾਂ ਮੀਡੀਆ ਦੀ ਗੱਲ 'ਚ ਆ ਗਈ, ਬਿਲਕੁਲ ਸਹੀ ਗੱਲ, ਗੱਲ ਇਹਦਾ ਰੁਖ ਜਿਹੜਾ ਬਦਲ ਸਕਦਾ, ਕਿਉਂਕਿ ਉਹਨਾਂ ਨੂੰ ਰਾਘਵ ਚੱਡਾ ਜੀ ਰਾਜ ਸਭਾ ਦੇ ਮੈਂਬਰ ਨੇ, ਹੁਣੇ ਬਣੇ ਪੰਜਾਬ ਵੱਲੋਂ ਵੀ, ਔਰ ਪੰਜਾਬ 'ਚ ਉਹਨਾਂ ਨੂੰ ਪਤਾ ਨਫਰੀ ਹੈਗੀ ਹੈ ਜ਼ਿਆਦਾ ਪਗੜੀ ਧਾਰੀਆਂ ਦੀ ਹੈਗੀ ਹੈ, ਪਗੜੀ ਬੰਨ੍ਹਦੇ ਲੋਕ ਹੈਗੇ ਆ, ਚਾਹੇ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ, ਪਗੜੀ ਦੀ ਸਾਰੇ ਇੱਜ਼ਤ ਕਰਦੇ ਆ। ਮੁਸਲਮਾਨ ਵੀ ਪਗੜੀ ਬੰਨ੍ਹਦੇ ਆ, ਸ਼ਮਲੇ ਵਾਲੀ ਪਗੜੀ ਬੰਨ੍ਹਦੇ ਸਰ, ਪੂਰਾ ਏਸ਼ੀਅਨ ਕੰਟੀਨੈਂਟ, ਜਿੰਨੇ ਹਿੰਦੂ ਫੈਮਿਲੀ ਸਾਰਿਆਂ ਦੇ ਇੱਕ ਵੱਡੇ ਪੁੱਤਰ ਨੂੰ ਪਗੜੀ ਬੰਨ੍ਹਦੇ ਆ। ਜਦੋਂ ਕਿਸੇ ਦਾ ਉਹਨਾਂ ਦਾ ਮਾਂ ਪਿਓ ਜਾਂ ਕੋਈ ਵੱਡਾ ਚਲੇ ਜਾਂਦਾ ਇਸ ਦੁਨੀਆ ਤੋਂ, ਉਦੋਂ ਵੀ ਪਗੜੀ ਉਹਦੇ ਸਿਰ ਤੇ ਰੱਖੀ ਜਾਂਦੀ ਹੈ। ਪਗੜੀ ਦਾ ਇੱਕ ਅਕੀਦਾ, ਪਗੜੀ ਦਾ ਇੱਕ ਸਮਰਪਣ ਹੋਰ ਤਰ੍ਹਾਂ ਦਾ। ਸਾਡੀ ਪਹਿਚਾਨ ਪੂਰੀ ਦੁਨੀਆ ਦੇ ਵਿੱਚ, ਭਾਰਤ ਦੀ ਪਹਿਚਾਨ ਪਗੜੀ ਤੋਂ ਹੈ, ਪਗੜੀ ਤੋਂ ਬਿਲਕੁਲ। ਔਰ ਹਰ ਸਟੇਟ ਦੀ ਅਲੱਗ ਪਗੜੀ, ਹਰ ਇਲਾਕੇ ਦੀ ਅਲੱਗ ਪਗੜੀ, ਸਭ ਥਾਂ ਤੇ ਪਗੜੀ। ਤੁਸੀਂ ਜੇ ਇਹਨੂੰ ਪਗੜੀ ਮੰਨ ਕੇ ਕਰਨਾਟਕ ਦੇ ਕਿਸੇ ਬੱਸ ਸਟੈਂਡ ਤੇ ਖੜੋਗੇ, ਕਹਿੰਦਾ ਯਾਰ ਇਹ ਮੁੰਡਾ ਪੰਜਾਬ ਤੋਂ ਆਇਆ ਹੈ ਨਾ, ਇਹੀ ਕਹਿਣਗੇ ਆਹ ਬੰਦਾ ਪੰਜਾਬੀ ਹੈ, ਪਛਾਣ ਹੈ, ਆਇਡੈਂਟੀਫਿਕੇਸ਼ਨ ਪਛਾਣ ਆ ਇਹਦੇ 'ਚ ਹੈਗਾ। ਬਾਕੀ ਤਾਂ ਆਦਮੀ ਤਾਂ ਆਦਮੀ ਵਰਗਾ। ਸਾਨੂੰ ਸਾਡੀ ਪਛਾਣ ਨਹੀਂ ਗਵਾਉਣੀ ਚਾਹੀਦੀ, ਆਪਣੀ ਪਛਾਣ ਨੂੰ ਬਰਕਰਾਰ ਰੱਖੀਏ, ਔਰ ਨਾਲ ਜਿਹੜੀ ਸਾਡੀ ਪਛਾਣ ਇਨਸਾਨੀਅਤ ਹੈ ਉਹਨੂੰ ਬਰਕਰਾਰ ਰੱਖੀਏ। ਇਦਾਂ ਦੀਆਂ ਸਟੇਟਮੈਂਟਸ, ਬਚਕਾਨੀਆਂ ਹਰਕਤਾਂ ਨੇ, ਇਹ ਬਚਕਾਨੀਆਂ ਹਰਕਤਾਂ ਨਹੀਂ ਚੰਗੀਆਂ ਲੱਗਦੀਆਂ, ਇਮੈਚਿਓਰ ਗੱਲਾਂ ਨੇ। ਮੈਚਿਓਰਿਟੀ ਦਿਖਾਓ, ਤੁਹਾਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ, ਮੈਚਿਓਰਿਟੀ ਨਾਲ ਗੱਲ ਕਰੋ। ਪਰ ਜੇ ਇਹ ਗੱਲ ਤੁਸੀਂ ਕਹੀ ਹੈ ਤਾਂ ਮੈਂ ਕਹਿ ਰਿਹਾ, ਜੇ ਗੱਲ ਨਹੀਂ ਕਹੀ, ਕੋਈ ਹੋਰ ਗੱਲ ਹੈ, ਕੋਈ ਗਲਤ ਫਹਿਮੀ ਹੈ, ਉਹ ਦੂਰ ਕਰੋ ਸਭ ਦੇ ਸਾਹਮਣੇ ਕਿ ਨਹੀਂ ਇਹ ਗੱਲ ਇਦਾਂ ਨਹੀਂ ਸੀ, ਇਦਾਂ ਉਹ ਦੂਰ ਕਰੋ। ਪਰ ਜੇ ਇਹ ਗਲਤੀ ਹੋ ਗਈ ਆ ਤਾਂ ਇਹਦੀ ਮਾਫੀ ਵੀ ਮੰਗਣੀ ਚਾਹੀਦੀ ਹੈ ਤੁਹਾਨੂੰ, ਤੇ ਅੱਗੇ ਤੋਂ ਇਦਾਂ ਦੀਆਂ ਇਮੈਚਿਓਰ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ। ਕਈ ਵਾਰੀ ਹੁੰਦਾ ਨਾ, ਕਈ ਵਾਰੀ ਸੁਭਾਵਿਕ ਤੌਰ ਤੇ ਗੱਲ ਕੀਤੀ ਜਾਂਦੀ ਹੈ, ਜਦੋਂ ਉਹਨਾਂ ਨੇ ਪਗੜੀ ਲਾਈ ਜਾਂ ਕਿਤੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੇ ਕਿਸੇ ਹੋਰ ਤਰੀਕੇ ਨਾਲ ਕੀਤੀ। ਕਈ ਵਾਰੀ ਗੱਲ ਉੱਥੋਂ ਤੱਕ ਪਹੁੰਚਦੇ ਆ, ਮੀਡੀਆ 'ਚ ਆਉਂਦੇ ਆ ਜਾਂ ਹੋਰ ਰੂਪ ਧਾਰਨ ਕਰ ਲੈਂਦੀ ਹੈ, ਬੜਾ ਕੁਝ ਉਹ ਕੋਈ ਹੋਰ ਰੂਪ ਧਾਰਨ ਕਰ ਲੈਂਦੀ ਹੈ, ਬਦਲ ਜਾਂਦਾ। ਜੋ ਵੀ ਹੈ ਇਹ ਮਾਮਲਾ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਗਲਤਫਹਿਮੀ ਨਾ ਹੋਵੇ। ਖਾਸ ਆਪ ਆ ਕੇ ਫੇਸਬੁੱਕ ਤੇ ਗੱਲ ਕਹਿਤੀ ਉਹਨੇ ਜਾਂ ਇਸ ਤਰ੍ਹਾਂ ਕਿਤੇ ਸਟੇਟਮੈਂਟ ਦੇਤੀ ਵੀ ਨਹੀਂ ਮੈਂ ਆ ਨਹੀਂ ਇਦਾਂ ਬੋਲਿਆ, ਤਾਂ ਸ਼ਾਇਦ ਕਲੀਅਰ ਕਰ ਦਿਓ, ਹਰ ਗੱਲ ਕਲੀਅਰ ਹੋਣੀ ਚਾਹੀਦੀ ਹੈ, ਬਿਲਕੁਲ ਟਰਾਂਸਪੈਰੈਂਟ ਹੋਣੀ ਚਾਹੀਦੀ ਹੈ। ਹੁਣ ਚੱਲਿਆ ਜਾਏ। ਹਾਂ ਜੀ, ਸੋਸ਼ਲ ਮੀਡੀਆ ਤਾਂ ਨਾ ਤਦੇ ਨਾ ਮਿੰਟਾਂ ਦਾ ਕੰਮ ਸਕਿੰਟਾਂ 'ਚ ਕਰ ਦਿੰਦਾ, ਉਸੇ ਵੇਲੇ ਗੱਲ ਪਹੁੰਚਾ ਦਿੰਦਾ, ਕਰੋ ਕਰ ਡੋਰ ਟੂ ਡੋਰ। ਟਾਈਮ ਤਾਂ ਵਾਕਿਆ ਹੋ ਗਿਆ, ਬਹੁਤ ਟਾਈਮ ਵਾਕਿਆ ਹੋ ਗਿਆ। ਹੁਣ ਆਪਾਂ ਚੱਲੀਏ। ਸਮਰੱਥ ਹੈ। ਤੁਸੀਂ ਵੀ ਆਪਣੇ ਵਿਚਾਰ ਇਨਬਾਕਸ ਜ਼ਰੂਰ ਕਰੋ ਤਾਂ ਕਿ ਅਸੀਂ ਪੰਜਾਬ ਫੋਕਸ ਨੂੰ ਹੋਰ ਨਿਖਾਰ ਸਕੀਏ। ਸੋ ਬਲਕਾਰ ਜੀ, ਫਿਰ ਆਪਾਂ ਫਤਿਹ ਬੁਲਾਈਏ ਤੇ ਚੱਲੀਏ। ਬਿਲਕੁਲ ਇਸੇ ਤਰ੍ਹਾਂ ਮਿਲਾਂਗੇ। ਸਾਡੇ ਪਿਆਰੇ ਦਰਸ਼ਕ ਨੇ ਸਾਡੇ ਨਾਲ ਲਗਾਤਾਰ ਇਹ ਜੁੜੇ ਰਹਿਣਗੇ, ਅਸੀਂ ਵੀ ਇਹਨਾਂ ਨਾਲ ਜੁੜੇ ਰਹਾਂਗੇ, ਕਿਉਂਕਿ ਇਹ ਜਿਹੜੀਆਂ ਸਾਰੀਆਂ ਖਬਰਾਂ ਜਿਸ 'ਚ ਖੁਸ਼ੀਆਂ ਵੀ ਨੇ, ਛੋਟੇ ਮੋਟੇ ਗਮ ਵੀ ਨੇ, ਅਸੀਂ ਸਾਂਝੇ ਕਰਦੇ ਰਹਾਂਗੇ। ਤੇ ਫਿਰ ਅਸੀਂ ਤੁਹਾਨੂੰ ਬੁਲਾਉਂਦੇ ਹਾਂ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।